हाँ जी। सो अज जो अपनी रीडिंग है जी उनका नाम है जी यानी कि जू कंजर्वेशन प्रोग्राम्स। जू कंजर्वेशन प्रोग्राम्स जो इनका जो लैवल आ वो कम से कम फाइनल लैवल है जी इनका। बाकी आप क्वेश्चन करते ਤੁਹਾਨੂੰ ਪਤਾ ਲੱਗਦਾ ਨਾਲ ਦੀ ਨਾਲ ਵੀ ਕਿੱਦਾਂ ਕਿੱਦਾਂ ਹੋਊਗਾ ਸਰ। ਹਾਂਜੀ ਕੀ ਕਹਿੰਦੇ ਜੀ ਆਪਾਂ ਨੂੰ ਇਹ ਜੇ ਆਪਾਂ ਸਭ ਤੋਂ ਪਹਿਲਾਂ ਦੇਖੀਏ ਤਾਂ 1 to 7 ਆਪਾਂ ਨੂੰ ਇਹਨਾਂ ਨੇ ਦਿੱਤੇ ਹੋਏ ਆ ਜੀ ਯੈਸ ਨੋ ਤੇ ਨਾਟ ਗਿਵਨ 1 to 7 ਤੇ ਜੇ ਆਪਾਂ ਦੇਖੀਏ 8 ਨੰਬਰ ਤੋਂ ਲੈ ਕੇ ਆਪਾਂ 10 ਤੱਕ ਦੇਖੀਏ ਤਾਂ ਆਪਣੇ ਕੋਲ 3 ਹੁੰਦੇ ਆ ਮਲਟੀਪਲ ਟਾਈਪ 3 ਕੁਐਸਚਨ ਅੱਗੇ ਆਪਣੇ ਕੋਲ ਹੈਗੇ ਜੀ ਮਲਟੀਪਲ ਜੇ ਆਪਾਂ ਦੇਖੀਏ ਤਾਂ ਆਪਣੇ ਯੈਸ ਨੋ ਨੋਟ ਗਿਵਨ ਵੀ ਸੀਕੁਐਂਸ ਵਾਈਜ਼ ਚੱਲਣੇ ਆ ਜੀ ਤੇ ਆਪਣੇ ਜੋ ਮਲਟੀਪਲ ਵੀ ਸੀਕੁਐਂਸ ਵਾਈਜ਼ ਚੱਲਣੇ ਦੋਨੇ ਚੀਜ਼ਾਂ ਸੀਕੁਐਂਸ ਵਾਈਜ਼ ਚੱਲਣੀ ਅੱਗੇ ਜਾ ਕੇ ਦੇਖੀਏ ਤਾਂ ਆਪਣੇ ਕੋਲ ਜੋ ਲਾਸਟ 3 ਜੋ ਕੁਐਸਚਨ ਆ ਤੇ ਉਹ ਆਪਾਂ ਚੂਜ਼ ਕਰਨੇ ਆ ਜੀ ਇਹਨਾਂ ਦੇ ਵਿੱਚੋਂ ਕੋਈ ਵੀ 3 ਆਪਾਂ ਚੂਜ਼ ਕਰਨੇ ਹਾਂਜੀ ਜੀ ਸੋ ਜੇ ਆਪਾਂ ਹਲਕੇ ਹਲਕੇ ਕੀਵਰਡ ਦੇਖੀਏ ਜੀ ਪਹਿਲਾਂ ਤਾਂ ਦੇਖੋ ਸਭ ਤੋਂ ਪਹਿਲਾਂ ਕੀਵਰਡ ਜੋ ਹੁੰਦਾ ਆਪਣੇ ਕੋਲ ਲੰਡਨ ਜੂ ਨੈਕਸਟ ਕੀਵਰਡ ਆਪਣੇ ਇੱਕ ਮੈਥਮੈਟੀਕਲ ਡਿਜਿਟ ਦਿੱਤੀ ਹੋਈ ਹੈ ਜੀ ਤੇ ਜੇ ਆਪਾਂ ਉਦੋਂ ਜਿਹੜਾ ਨੈਕਸਟ ਦੇਖੀਏ ਤਾਂ ਆਪਣੇ ਕੋਲੇ ਆ ਪ੍ਰੋਪਰ ਨਾਮ ਦਿੱਤੇ ਹੋਏ ਆ ਜੀ ਇਹਨਾਂ ਫੋਰਥ ਦੇ ਵਿੱਚ ਫਿਰ ਹਾਂਜੀ ਪ੍ਰੋਪਰ ਨਾਮ ਸੇਮ ਹੀ ਰਨ ਕਰਦਾ ਵਾ ਯਾਨੀ ਕਿ ਇਹਦੇ ਨੀਚੇ ਹੀ ਹੋਊਗਾ ਗਾਂ ਵਾਲੀ ਲਾਈਨ ਦੇ ਵਿੱਚ ਹੀ ਹੋਣ ਦੀ ਸੰਭਾਵਨਾ ਜੀ ਜਦੋਂ ਦੀ 5th ਦੇ ਵਿੱਚ ਦੇਖੋ ਤਾਂ ਰੋਬਿਨ ਹਿਲ ਆਪਣੇ ਕੋਲੇ ਜੋ ਮੇਨ ਆ ਉਹ ਕੀਵਰਡ ਹੈ ਰੋਬਿਨ ਹਿਲ ਐਡਵੈਂਚਰ 6 ਵਿੱਚ ਤੁਸੀਂ ਦੇਖੋ ਤਾਂ ਆਪਣੇ ਕੋਲੇ ਕਾਲਿਨ ਨਾਮ ਹੈ ਕਿਹਦਾ ਪ੍ਰੋਪਰ ਨਾਮ ਯਾਨੀ ਕਿ ਲੰਡਨ ਜੂ ਦੀ ਗੱਲ ਹੋਈ ਹੈ ਜੀ ਤੇ ਜੇ ਤੁਸੀਂ ਨੈਕਸਟ ਜਾ ਕੇ ਦੇਖੋ ਤਾਂ ਅੱਗੇ ਵਾਲੇ ਵਿੱਚ ਆਪਣੇ ਕੋਲ ਕੋਈ ਪ੍ਰੋਪਰ ਕੀਵਰਡ ਹੈ ਹੀ ਨਹੀਂਗਾ ਜਿਹੜਾ ਟਾਰਗੇਟ ਹੋ ਸਕੇ ਕਹਾਂਗੇ ਵੀ ਕੀ ਮਤਲਬ ਆ ਜਾਂਦਾ ਤੇ ਸੀਕੁਐਂਸ ਦੇ ਵਿੱਚ ਹੀ ਹੋਊਗਾ ਹਾਂਜੀ ਤੇ ਜੇ ਆਪਾਂ ਮਲਟੀਪਲ ਦੇ ਵਿੱਚ ਦੇਖੀਏ ਧਿਆਨ ਨਾਲ ਦੇਖੋ ਜੋ ਤੁਹਾਡਾ ਹਾਂਜੀ ਚੌਥੇ ਯਾਨੀ ਕਿ ਤੀਜੇ ਤੇ ਚੌਥੇ ਨੰਬਰ ਵਾਲਾ ਯੈਸ ਨੂੰ ਨੋਟ ਗਿਵਨ ਸੀਗਾ ਸੇਮ ਕੀਵਰਡ ਵਾਲਾ ਤੁਹਾਡਾ ਹੈਗਾ ਮਲਟੀਪਲ ਯਾਨੀ ਕਿ ਤੁਹਾਡੇ ਯੈਸ ਨੂੰ ਨੋਟ ਗਿਵਨ ਮੰਨ ਕੇ ਚਲੋ ਇੱਥੋਂ ਸਟਾਰਟ ਹੋਇਆ ਜੀ ਤੇ ਗਾਂ ਜਾ ਕੇ ਜਿੱਥੇ ਤੁਹਾਡਾ ਤੀਜਾ ਜਾਂ ਚੌਥੇ ਨੰਬਰ ਵਾਲਾ ਸਟਾਰਟ ਹੋਊਗਾ ਹੋ ਸਕਦਾ ਉੱਥੋਂ ਹੀ ਤੁਹਾਡਾ ਯਾਨੀ ਕਿ ਪਹਿਲਾ ਮਲਟੀਪਲ ਕੁਐਸਚਨ ਸਟਾਰਟ ਹੋ ਜਾਵੇ ਯਾਨੀ ਕਿ ਉਹਨਾਂ ਦੀ ਲੋਕੇਸ਼ਨ ਯਾਨੀ ਕਿ ਲਗਭਗ ਸੇਮ ਹੀ ਹੈ ਤੇ ਹੁਣ ਤਾਂ ਤੁਹਾਨੂੰ ਯਕੀਨ ਨਹੀਂ ਹੋ ਗਿਆ ਹੋਊਗਾ ਕਿਉਂਕਿ ਜਿਹੜੀ ਰੋਬਿਨ ਹਿਲ ਐਡਵੈਂਚਰ ਆ ਉਹ ਇੱਥੇ ਵੀ ਗੱਲ ਕੀਤੀ ਪਈ ਆ ਤੇ ਉਹਦੀ 5ਵੇਂ ਵਿੱਚ ਵੀ ਗੱਲ ਕੀਤੀ ਪਈ ਯਾਨੀ ਕਿ ਜਿੱਥੇ ਤੁਹਾਨੂੰ ਤੁਹਾਡੇ ਚੌਥੇ ਦੀ ਲੋਕੇਸ਼ਨ ਮਿਲੂਗੀ ਸੇਮ ਤੁਹਾਡੇ 8ਵੇਂ ਦੀ ਲੋਕੇਸ਼ਨ ਵੀ ਉੱਥੇ ਪਈ ਹੋਊਗੀ ਜੀ ਤੇ ਜਿੱਥੇ ਤੁਹਾਨੂੰ ਤੁਹਾਡੇ 5ਵੇਂ ਦੀ ਲੋਕੇਸ਼ਨ ਮਿਲੂਗੀ ਉੱਥੇ ਤੁਹਾਨੂੰ ਤੁਹਾਡੇ ਯਾਨੀ ਕਿ 9ਵੇਂ ਦੀ ਲੋਕੇਸ਼ਨ ਵੀ ਮਿਲੀ ਪਈ ਹੋਊਗੀ ਅੱਗੇ 10th ਜਾ ਕੇ ਦੇਖਦੇ ਜੀ 10th ਦੇ ਵਿੱਚ ਕੋਈ ਜੇ ਕੋਈ ਪ੍ਰੋਪਰ ਹੋਵੇ ਤਾਂ ਨਾਮ ਤਾਂ ਧਿਆਨ ਨਾਲ ਦੇਖੋ ਜੀ ਕਾਲਿਨ ਤੋਂ ਸਟਾਰਟ ਹੁੰਦਾ ਇਹਦਾ ਮਤਲਬ ਕੀ ਨਿਕਲਿਆ ਜੀ ਇਹਦਾ ਮਤਲਬ ਜਿਹੜੇ ਅੱਜ ਤੁਹਾਡੇ ਯੈਸ ਨੋ ਨਾਟ ਗਿਵਨ ਹੈਗੇ ਆ ਜੀ ਯੈਸ ਨੋ ਤੇ ਨਾਟ ਗਿਵਨ ਹੈਗੇ ਆ ਉਹ ਪੈਰਲਰ ਚੱਲਦੇ ਆ ਕਿਹਨਾਂ ਦੇ ਤੁਹਾਡੇ ਮਲਟੀਪਲ ਕੁਐਸਚਨ ਦੇ ਪੈਰਲਰ ਚੱਲਦੇ ਜਿਹੜੇ ਨੀਚੇ ਵਾਲੇ 3 ਰਹਿ ਗਏ ਆਪਾਂ ਬਾਅਦ ਚੋਂ ਕਰਾਂਗੇ ਵੀ ਕੀ ਕਹਿਣਾ ਚਾਹੁੰਦੇ ਫਿਲਹਾਲ ਆਪਾਂ ਨੂੰ ਯਾਨੀ ਕਿ ਪਤਾ ਲੱਗ ਗਿਆ ਵੀ ਮੇਨ ਕੀਵਰਡ ਹੈ ਕਿਹੜੇ ਤੇ ਦੇਖੋ ਇਹਦੇ ਵਿੱਚ ਆਪਾਂ ਜਾ ਕੇ ਦੇਖਦੇ ਹਾਂ ਜੀ ਜੇ ਤੁਸੀਂ ਹੁਣ ਧਿਆਨ ਨਾਲ ਦੇਖੋ ਤਾਂ ਲੰਡਨ ਜੂ ਤੁਹਾਡਾ ਪਹਿਲੇ ਚ ਲਿਖਿਆ ਪਿਆ ਇਹਦਾ ਮਤਲਬ ਫਸਟ ਦੀ ਸੰਭਾਵਨਾ ਤੁਹਾਡੀ ਇੱਥੇ ਹੈ ਜੀ ਅੱਗੇ ਜਾ ਕੇ ਦੇਖੀਏ ਤਾਂ 30 ਇਹਨਾਂ ਨੇ ਲਿਖਿਆ ਪਿਆ ਤਾਂ ਤੁਹਾਡੇ ਸੈਕਿੰਡ ਇੱਥੇ ਹੋ ਸਕਦਾ ਜੀ ਹੁਣ ਗੱਲ ਸੀਗੀ ਤੀਜੇ ਤੇ ਚੌਥੇ ਦੀ ਤਾਂ ਦੇਖੋ ਤੀਜਾ ਤੇ ਚੌਥਾ ਸੇਮ ਆਪਾਂ ਨੂੰ ਦੋ ਗੱਲਾਂ ਇੱਥੇ ਜਗ੍ਹਾ ਤੇ ਗੱਲਾਂ ਹੋਈਆਂ ਪਈਆਂ ਵਾ ਤਾਂ ਇਹਦਾ ਮਤਲਬ ਤੁਹਾਡਾ ਤੀਜਾ ਇੱਥੇ ਹੋ ਸਕਦਾ ਚੌਥਾ ਇੱਥੇ ਹੋ ਸਕਦਾ ਤੇ ਸੇਮ ਤੁਹਾਡਾ ਇੱਥੋਂ ਮਲਟੀਪਲ ਵੀ ਹੈ ਜੀ ਮੈਂ ਚੌਥੇ ਦੇ ਨਾਲ ਇੱਥੇ ਮਲਟੀਪਲ ਵੀ ਲਿਖ ਦਿੰਦਾ ਵਾ ਤਾਂ ਕਿ ਮੈਨੂੰ ਉਦੋਂ ਪਤਾ ਲੱਗ ਜੇ ਕਿ ਇੱਥੇ ਮੇਰਾ ਮਲਟੀਪਲ ਵੀ ਸੀਗੇ ਤਾਂ ਹੁਣ ਇੱਥੇ ਆਪਣੀ ਗੱਲ ਹੁੰਦੀ ਹੈ ਰੋਬਿਨ ਹਿਲ ਇੱਕ ਵਰਡ ਸੀਗਾ ਜੀ ਤਾਂ ਤੁਹਾਡਾ ਸੇਮ ਰੋਬਿਨ ਹਿਲ ਐਡਵੈਂਚਰ ਵਰਡ ਪਿਆ ਇੱਥੇ ਤੁਹਾਡਾ ਵੀ ਆ ਤੇ ਇੱਥੇ ਤੁਹਾਡਾ ਮਲਟੀਪਲ ਵੀ ਹੈ ਜਿਹੜਾ ਰਹਿੰਦਾ ਸੀਗਾ ਜੀ ਹੋਰ ਤੇ ਅੱਗੇ ਜਾ ਕੇ ਜੇ ਆਪਾਂ ਦੇਖੀਏ ਰੋਬਿਨ ਹਿਲ ਤੋਂ ਅੱਗੇ ਆਪਾਂ ਜਾ ਕੇ ਕਰੀ ਕੀਵਰਡ ਦੇਖਦੇ ਉਧਰ ਕਿ ਰੋਬਿਨ ਹਿਲ ਤੋਂ ਅੱਗੇ ਆਪਣੇ ਕੋਲੇ ਕੀਵਰਡ ਕਿਹੜਾ ਸੀਗਾ ਤਾਂ ਆਪਣੇ ਕੋਲੇ ਉਧਰ ਮੇ ਵੀ ਕਾਲਿਨ ਵਰਡ ਹੁੰਦਾ ਸ਼ਾਇਦ ਹਾਂਜੀ ਰੋਬਿਨ ਹਿਲ ਤੋਂ ਬਾਅਦ ਚ ਆਪਣੇ ਕੋਲੇ ਕਾਲਿਨ ਵਰਡ ਹੁੰਦਾ ਜੀ ਤੇ ਜਾ ਕੇ ਦੇਖਦੇ ਜੀ ਕਿ ਕੀ ਕਿਤੇ ਕਾਲਿਨ ਦੀ ਇਹਨਾਂ ਨੇ ਗੱਲ ਕੀਤੀ ਜੀ ਕਾਲਿਨ ਤਾਂ ਆ ਤੁਹਾਡੇ ਸਾਹਮਣੇ ਪਿਆ ਕਾਲਿਨ ਵਰਡ ਪਿਆ ਜੀ ਤਾਂ ਇਹ ਤੁਹਾਡਾ 6ਵੇਂ ਨੰਬਰ ਵਾਲਾ ਹੈਗਾ ਜੀ ਇਹ ਕੁਐਸਚਨ ਤੁਹਾਡਾ 6ਵੇਂ ਨੰਬਰ ਵਾਲਾ ਵਾ ਤੇ ਤੁਹਾਡਾ ਨਾਲ ਹੀ ਇਹ ਸੇਮ ਕੀ ਹੋ ਸਕਦਾ ਵਾ ਮਲਟੀਪਲ ਵੀ ਹੋ ਸਕਦਾ ਜੀ 7th ਨੰਬਰ ਵਾਲੀ ਦੀ ਲੋਕੇਸ਼ਨ ਜੇ ਆਪਾਂ ਨੂੰ ਪਤਾ ਨਹੀਂ ਹੁਣ ਜਿਹੜੇ ਤੁਹਾਡੇ 3 ਰਹਿ ਗਏ ਜੀ 3 ਇਹਨਾਂ ਵਿੱਚੋਂ ਵੀ ਹੋ ਸਕਦੇ ਆ ਕਿਤੇ ਨਾ ਕਿਤੇ ਤੇ ਸ਼ਾਇਦ ਬੈਕ ਤੋਂ ਵੀ ਯਾਨੀ ਕਿ ਸਾਰਾ ਪਿਛਲਾ ਪਹਿਲਾਂ ਜਦੋਂ ਸਟਾਰਟ ਹੋਇਆ ਵਾ
ਆਪਾਂ ਕਹਿੰਦੇ ਵੀ ਇੱਥੋਂ ਵੀ ਹੋਣ ਦੀ ਸੰਭਾਵਨਾ ਉਹਨਾਂ ਦੀ ਹੈਗੀ। ਚਲੋ ਆਪਾਂ ਦੇਖਾਂਗੇ ਵੀ ਕਿੱਥੇ ਆ। ਹਾਂਜੀ, ਫਿਲਹਾਲ ਆਪਾਂ ਕੀ ਕੀਤਾ ਜੀ, ਯੈਸ ਨੋ ਨੋਟ ਗਿਵਨ ਦੀਆਂ ਲੋਕੇਸ਼ਨਸ ਵੀ ਆਪਾਂ ਨੂੰ ਪਤਾ ਵਾ ਤੇ ਆਪਾਂ ਨੂੰ ਮਲਟੀਪਲ ਦੀਆਂ ਲੋਕੇਸ਼ਨਸ ਵੀ ਪਤਾ ਵਾ। ਤਾਂ ਸਟਾਰਟ ਕਰਦੇ ਹਾਂ ਆਪਾਂ। ਧਿਆਨ ਨਾਲ ਦੇਖਿਓ, ਨਾਲ ਦੀ ਨਾਲ ਕਿੱਦਾਂ ਤੁਹਾਡੇ ਤੋਂ ਪੁੱਛੂੰਗਾ ਜੀ। ਹਾਂਜੀ, ਕੀ ਕਹਿੰਦੇ, ਤਾਂ ਪਹਿਲੇ ਕੁਐਸਚਨ ਦੇ ਵਿੱਚ ਇਹਨਾਂ ਨੇ ਆਪਾਂ ਨੂੰ ਕਿਹਾ, ਕਹਿੰਦੇ ਲੰਡਨ ਜ਼ੂਜ਼ ਐਡਵਰਟਾਈਜ਼ਮੈਂਟਸ, ਲੰਡਨ ਦੀਆਂ ਜਿਹੜੀਆਂ ਜ਼ੂ ਆਉਂਦੀਆਂ ਐਡਵਰਟਾਈਜ਼ਮੈਂਟਸ ਆ ਜੀ ਜਿਹੜੀਆਂ, ਉਹ ਕੀ ਹੈ ਜੀ, ਉਹ ਯਾਨੀ ਕਿ ਡਿਸਓਨੈਸਟ ਆ। ਜਾ ਕੇ ਦੇਖ ਕੇ ਉਹਨੇ ਕਿ ਲੰਡਨ ਜ਼ੂ ਦੀਆਂ ਜਿਹੜੀਆਂ ਐਡਵਰਟਾਈਜ਼ਮੈਂਟਸ ਹੈਗੀਆਂ ਕਿ ਉਹ ਡਿਸਓਨੈਸਟ ਹੈਗੀਆਂ ਵਾ। ਚਲੋ ਜਾ ਕੇ ਦੇਖੀਏ ਜੀ, ਤਾਂ ਤੁਹਾਡੇ ਸਾਹਮਣੇ ਲੋਕੇਸ਼ਨ ਪਈ ਹੈ ਜੀ, ਤੇ ਤੁਹਾਡਾ ਜੋ ਆਨਸਰ ਆ ਬਸ ਉਹ ਆ 2-3 ਲਾਈਨਾਂ ਦੇ ਵਿੱਚ ਹੀ ਪਿਆ ਜੀ। ਤੇ ਇੱਕ ਵਾਰੀ ਪੜ੍ਹ ਕੇ ਮੈਨੂੰ ਧਿਆਨ ਨਾਲ ਦੱਸੋ ਕਿ ਇਹਦਾ ਆਨਸਰ ਕੀ ਹੋ ਸਕਦਾ। ਛੇਤੀ ਨਹੀਂ ਕਰਨੀ, ਧਿਆਨ ਨਾਲ ਪੜ੍ਹਨਾ ਜੀ। ਤੇ ਮੈਨੂੰ ਦੱਸੋ ਕਿ ਲੰਡਨ ਦੇ ਜ਼ੂ ਦੀਆਂ ਜਿਹੜੀਆਂ ਐਡਵਰਟਾਈਜ਼ਮੈਂਟਸ ਆ ਪਹਿਲੀ ਲਾਈਨ 'ਚ ਪਈਆਂ ਵਾ ਕਿ ਉਹ ਡਿਸਓਨੈਸਟ ਹੈਗੀਆਂ ਜੀ, ਡਿਸਓਨੈਸਟ। ਆਪਾਂ ਬਹੁਤ ਦਿਨਾਂ ਤੋਂ ਜਿਹੜੀਆਂ ਰੀਡਿੰਗਸ ਕਰ ਰਹੇ ਆ ਉਹਨਾਂ ਵਿੱਚ ਸੇਮ ਵਰਡ ਰਿਪੀਟ ਹੋਈ ਜਾਂਦਾ। ਇਹਦੇ ਤੁਹਾਨੂੰ ਇੰਨਾ ਤਾਂ ਪਤਾ ਲੱਗ ਹੀ ਗਿਆ ਹੋਊਗਾ ਕਿ ਜੇ ਤੁਸੀਂ ਡੇਲੀ ਬੇਸਿਸ ਤੇ ਟ੍ਰਾਂਸਲੇਟ ਕਰਦੇ ਹੋ ਕਿਸੇ ਰੀਡਿੰਗ ਨੂੰ, ਵੋਕੈਬ ਜਮਾ ਕਰਦੇ ਹੋ ਹਲਕੀ ਹਲਕੀ, ਤਾਂ ਇੱਕ ਸਟਰੋਂਗ ਪੋਸੀਬਿਲਿਟੀ ਹੈ ਕਿ ਤੁਹਾਡੀ ਰੀਡਿੰਗ ਸਕਿੱਲ ਬਹੁਤ ਵਧੀਆ ਬਣ ਜਾਂਦੀ ਹੈ, ਕਿਉਂਕਿ ਸਾਰੇ ਵਰਡ ਰਿਪੀਟ ਹੋਈ ਜਾਂਦੇ ਆ। ਪਹਿਲੇ ਨੰਬਰ ਤੇ ਡਿਸਟੋਰਟ ਵਰਡ ਰਿਪੀਟ ਹੋ ਗਿਆ। ਹਾਂਜੀ, ਤਾਂ ਮੈਂ ਤੁਹਾਨੂੰ ਮਿਊਟ ਤੋਂ ਖੋਲਦਾ ਜੀ, ਮੈਨੂੰ ਦੱਸਿਓ ਕਿ ਆਨਸਰ ਕੀ ਹੋ ਸਕਦਾ ਜੀ। ਯੈਸ ਯੈਸ ਆ ਜੀ। ਯੈਸ ਹੈ ਜੀ। ਇਹ ਧਿਆਨ ਨਾਲ ਦੇਖਿਓ, ਕਹਿੰਦੇ ਜੀ ਵਨ ਆਫ ਦਾ ਲੰਡਨ ਦੀ ਜਿਹੜੀ ਉਹ ਕਹਿੰਦੇ ਰੀਸੈਂਟ ਐਡਵਰਟਾਈਜ਼ਮੈਂਟ ਹੈਗੀ ਹੈ ਜ਼ੂ ਦੀ, ਕਾਜ਼ਡ ਮੀ ਸਮ ਇਰੀਟੇਸ਼ਨ। ਕਹਿੰਦੇ ਸੋ ਪੇਟੈਂਟਲੀ ਡਿਡ ਇਟ, ਕਹਿੰਦੇ ਇਹਨੇ ਕੀ ਕੀਤਾ, ਉਹ ਕਹਿੰਦੇ ਕਿ ਡਿਸਟੋਰਟ ਰਿਐਲਿਟੀ। ਉਹ ਕਹਿੰਦੇ ਕਿ ਰਿਐਲਿਟੀ ਨੂੰ ਡਿਸਟੋਰਟ ਕਰਨ ਦਾ ਮਤਲਬ ਕੀ ਹੁੰਦਾ, ਵੀ ਰੀਅਲ ਨਹੀਂ ਦਿਖਾਇਆ ਕੁਝ, ਰੀਅਲ ਨਹੀਂ ਦਿਖਾਇਆ। ਮਤਲਬ ਕਿ ਕੀ ਸੀਗਾ ਜੀ ਇਹ ਐਡਵਰਟਾਈਜ਼ਮੈਂਟ, ਕੀ ਸੀਗੀ ਯਾਨੀ ਕਿ ਡਿਸਓਨੈਸਟ। ਲੱਗ ਗਿਆ ਪਤਾ ਸਾਰਿਆਂ ਨੂੰ। ਤੇ ਆ ਵਰਡ ਦੇਖੋ ਡਿਸਟੋਰਟ ਯਾਨੀ ਕਿ ਰਿਪੀਟ ਹੋ ਰਿਹਾ। ਫਿਰ ਸਸੈਪਟੀਕਲ ਵਰਡ ਆਪਾਂ ਬਹੁਤ ਜ਼ਿਆਦਾ ਪੜਿਆ ਵਾ, ਬਹੁਤ ਜ਼ਿਆਦਾ ਰੀਡਿੰਗਸ ਦੇ ਵਿੱਚ। ਸਸੈਪਟੀਕਲ ਦਾ ਮਤਲਬ ਸ਼ੱਕ ਹੋਣਾ ਜੀ, ਨੋਟ ਕਰ ਲਓ ਇਹਨਾਂ ਨੂੰ। ਫੋਰਗਿਵਨ ਦਾ ਮਤਲਬ ਹੁੰਦਾ ਨਹੀਂ ਕਿ ਮਾਫ ਕਰਨਾ। ਹਾਂਜੀ, ਫੋਰਗਿਵ ਦਾ ਮਤਲਬ ਮਾਫ ਕਰਨਾ, ਫਸਟ ਫਾਰਮ ਹੈ ਫੋਰਗਿਵ। ਤਾਂ ਇਹ ਚੀਜ਼ਾਂ ਨੂੰ ਨੋਟ ਕਰ ਲਿਓ ਤੁਸੀਂ ਜੀ। ਹਾਂਜੀ, ਤਾਂ ਸੈਕਿੰਡ ਕੁਐਸਚਨ ਧਿਆਨ ਨਾਲ ਪੜਿਓ ਜੀ ਹੁਣ। ਹਾਂਜੀ, ਤਾਂ ਆਪਾਂ ਨੂੰ ਕੀ ਕਿਹਾ ਜੀ ਕੁਐਸਚਨ ਨੇ ਇਹਦੇ ਵਿੱਚ, ਆਪਾਂ ਨੂੰ ਕੁਐਸਚਨ ਨੇ ਕਿਹਾ ਕਿ ਜੂਸ ਜਿਹੜੇ ਹੈਗੇ ਆ ਮੇਡ, ਕੀ ਬਣਾਇਆ ਇਹਨਾਂ ਨੇ ਜੀ, ਇਹਨਾਂ ਦਾ ਜਿਹੜੇ ਕਹਿੰਦਾ ਕੰਟਰੀਬਿਊਸ਼ਨ ਆ ਉਹ ਹੈਗਾ ਵਾ ਇਨਸਿਗਨੀਫੀਕੈਂਟ ਕੰਟਰੀਬਿਊਸ਼ਨ ਆ ਇਹਨਾਂ ਦਾ, ਕਿਹਦੇ ਵਿੱਚ ਜੀ, ਹਾਂਜੀ ਕੰਜ਼ਰਵੇਸ਼ਨ ਆਫ, ਜਾਣੀ ਕਿ ਅੱਜ ਤੋਂ ਜਿਹੜੇ ਜਾਣੀ ਕਿ 30 ਸਾਲ ਪਹਿਲਾਂ ਤੱਕ ਦਾ। ਧਿਆਨ ਨਾਲ ਦੇਖਿਓ ਜੀ ਕੀ ਕਹਿਣਾ ਚਾਹੁੰਦਾ ਜੀ। ਪਹਿਲਾਂ ਤੁਸੀਂ ਟਾਈਮ ਨੂੰ ਡੀਕੋਡ ਕਰੋ ਜੀ। ਹਾਂਜੀ, ਕਹਿੰਦੇ ਅੱਜ ਤੋਂ ਯਾਨੀ ਕਿ 30 ਸਾਲ ਪਹਿਲਾਂ ਤੱਕ, ਅੱਜ ਤੋਂ 30 ਸਾਲ ਪਹਿਲਾਂ ਤੱਕ ਕਹਿੰਦੇ ਜੂ ਦਾ ਜਿਹੜਾ ਕੰਟਰੀਬਿਊਸ਼ਨ ਸੀਗਾ ਜੀ, ਹਾਂਜੀ ਕਿਹਦੇ ਮਾਮਲੇ ਵਿੱਚ, ਉਹ ਕਹਿੰਦੇ ਕੰਜ਼ਰਵੇਸ਼ਨ ਦੇ ਮਾਮਲੇ ਦੇ ਵਿੱਚ। ਤੇ ਉਹ ਕੰਟਰੀਬਿਊਸ਼ਨ ਕੀ ਸੀਗਾ ਜੀ, ਉਹ ਇਨਸਿਗਨੀਫੀਕੈਂਟ ਸੀਗਾ। ਇਹਦਾ ਮਤਲਬ ਕੀ ਨਿਕਲਿਆ, ਇਹਦਾ ਮਤਲਬ ਨੋਟ ਇੰਪੋਰਟੈਂਟ। ਤਾਂ ਹੁਣ ਮੈਨੂੰ ਧਿਆਨ ਨਾਲ ਪੜ੍ਹ ਕੇ ਦੱਸਿਓ ਵੀ ਕੀ ਅੱਜ ਤੋਂ 30 ਸਾਲ ਪਹਿਲਾਂ ਤੱਕ ਜਿਹੜਾ ਜੂ ਦਾ ਕੰਟਰੀਬਿਊਸ਼ਨ ਸੀਗਾ ਜੀ ਉਹ ਸਿਗਨੀਫੀਕੈਂਟ ਨਹੀਂ ਸੀਗਾ। ਉਹ ਤਾਂ ਤੁਹਾਡੇ ਸਾਹਮਣੇ ਲੋਕੇਸ਼ਨ ਪਈ ਹੈ ਜੀ, ਤੁਹਾਡੇ ਸਾਹਮਣੇ ਲੋਕੇਸ਼ਨ ਪਈ ਆ। ਤਾਂ ਮੈਨੂੰ ਪੜ੍ਹ ਕੇ ਦੱਸੋ ਵੀ ਅੱਜ ਤੋਂ 30 ਸਾਲ ਪਹਿਲਾਂ Jews were originally created at places of entertainment. The suggested involvement with conservation did not seriously rise until about 30 years ago. ਹਾਂਜੀ, ਤੁਹਾਨੂੰ ਮਿਊਟ ਤੋਂ ਖੋਲੂੰਗਾ ਜੀ, ਧਿਆਨ ਨਾਲ ਲਾਈਨ ਨੂੰ ਪੜ੍ਹਨਾ ਵਾ।
ਕੁਐਸਚਨ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਵੀ ਅੱਜ ਤੋਂ 30 ਸਾਲ ਪਹਿਲਾਂ ਤੱਕ ਜੂ ਦਾ ਜਿਹੜਾ ਕੰਟਰੀਬਿਊਸ਼ਨ ਸੀਗਾ ਉਹ ਸਿਗਨੀਫੀਕੈਂਟ ਨਹੀਂ ਸੀਗਾ। ਕੀ ਲੱਗ ਰਿਹਾ ਜੀ? ਯੈਸ ਯੈਸ ਲੱਗ ਰਿਹਾ ਜੀ। ਯੈਸ ਧਿਆਨ ਨਾਲ ਦੇਖੋ, ਕਹਿੰਦੇ ਜੂਸ ਕਹਿੰਦੇ ਪਹਿਲਾਂ ਕਾਹਦੇ ਤੌਰ ਤੇ ਬਣਾਏ ਗਏ ਸੀਗੇ? ਇੱਕ ਐਂਟਰਟੇਨਮੈਂਟ entertainment ਦੇ ਤੌਰ ਤੇ ਬਣਾਏ ਗਏ ਸੀਗੇ ਤੇ ਉਹਨਾਂ ਓਕੇ देयर suggested involvement with conservation, ਯਾਨੀ ਕਿ ਕੰਜ਼ਰਵੇਸ਼ਨ ਨੂੰ ਲੈ ਕੇ ਉਹ ਕੀ ਸੀਗੇ? did Serious not ਨਹੀਂ। serious, ਸੀਰੀਅਸ ਉਹ ਸੀਰੀਅਸ ਹੈ ਹੀ ਨਹੀਂ ਸੀ। ਤੇ ਗੱਲ ਕਦੋਂ ਦੀ ਹੈ ਜੀ? ਇਹ ਅੱਜ ਤੋਂ 30 ਸਾਲ ਪਹਿਲਾਂ ਤੱਕ ਦੀ ਗੱਲ ਆ। ਯੈਸ ਔਰ ਨੋ, ਇਹਦਾ ਮਤਲਬ ਫਿਰ ਉਹਨਾਂ ਦਾ ਕੋਈ ਜ਼ਿਆਦਾ ਸਿਗਨੀਫੀਕੈਂਟ ਤਾਂ ਹੈ ਨਹੀਂ ਸੀ ਨਾ ਕੰਜ਼ਰਵੇਸ਼ਨ ਦੇ ਮਾਮਲੇ ਦੇ ਵਿੱਚ, ਤਾਂ ਹੈ ਨਹੀਂ ਸੀ ਨਾ। ਹਾਂਜੀ ਯੈਸ ਔਰ ਨੋ? Hello, sir. ਯੈਸ ਹੋ ਗਈ। ਹਾਂਜੀ ਦੱਸੋ ਜੀ। ਸਰ ਅੰਟਿਲ ਦੀ ਜਗ੍ਹਾ ਜੇ ਪੈਸੇਜ ਚ ਆਫਟਰ ਹੁੰਦਾ ਤਾਂ ਜੇ ਕਿਆ ਹੁੰਦਾ ਵੀ 30 ਸਾਲ ਤੋਂ ਬਾਅਦ ਚੋਂ, ਹਾਂਜੀ ਆਫਟਰ ਦੇਖੋ ਹੁੰਦਾ ਫਿਰ ਜੇ ਉੱਥੇ ਲੱਭਣਾ ਅੰਟਿਲ ਦੀ ਪੈਣਾ, ਥਾਂ ਫਿਰ ਉੱਥੇ ਲੱਭਣਾ ਪੈਣਾ ਸੀ ਆਪਾਂ ਨੂੰ ਕਿ ਗਾਂ ਜਾ ਕੇ ਤਾਂ ਹੁਣ ਹੋਇਆ ਹੀ ਆ। ਜਿਵੇਂ ਉਹ ਗਾਂਹ ਜਾ- ਅੰਟਿਲ ਲਿਖਿਆ ਧਿਆਨ ਨਾਲ ਹੋਇਆ ਦੇਖ, ਉੱਥੇ ਫਿਰ ਤਾਂ ਆਫਟਰ ਇਹਨੂੰ ਆ ਗਿਆ ਲਿਖਿਆ ਨਾ। ਹੋਵੇ। ਫਿਰ ਤਾਂ ਨੋ ਆ ਗਿਆ ਨਾ, ਕਿਉਂਕਿ ਦੇਖੋ 30 ਸਾਲ ਤੋਂ ਬਾਅਦ ਚੋਂ ਕੀ ਹੋ ਗਿਆ ਸੀਗਾ? ਉਹ ਸਿਗਨੀਫੀਕੈਂਟ ਹੋ ਗਿਆ ਸੀ ਨਾ ਫਿਰ। No, ਯੈਸ ਔਰ ਨੋ ਜੀ? ਅੱਛਾ 30 ਸਾਲ ਪਹਿਲਾਂ ਤੱਕ ਕੀ ਸੀਗਾ ਹੁੰਦਾ? ਉਹ ਸੀਰੀਅਸ ਨਹੀਂ ਸੀਗਾ। 30 ਸਾਲ ਬਾਅਦ ਚੋਂ ਇਹਦਾ ਮਤਲਬ ਉਹ ਕੀ ਹੋ ਗਿਆ? ਫਿਰ ਤਾਂ ਉਹ ਸੀਰੀਅਸ ਹੋ ਗਿਆ ਨਾ। ਓਕੇ ਅੱਗੇ ਸਰ ਪਤਾ ਹੀ ਸਾਰਿਆਂ ਨੂੰ, ਹਾਂਜੀ ਸਰ ਕਿਉਂਕਿ ਫਿਰ ਤਾਂ ਸੀਰੀਅਸ ਹੋ ਗਿਆ। ਤੇ ਫਿਰ ਜੇ ਇਹਨਾਂ ਨੇ ਆਹ ਵਾਲਾ ਵਰਡ ਲਿਖਿਆ ਹੋਵੇ ਫਿਰ ਆਪਾਂ ਨੂੰ ਕਵਾਂਗੇ। ਜੇ ਇਹਨਾਂ ਨੇ ਸਿਗਨੀਫੀਕੈਂਟ ਲਾਤਾ ਹੋਇਆ ਇੱਥੇ ਬਈ ਉਹ ਸਿਗਨੀਫੀਕੈਂਟ ਸੀਗਾ, ਯਾਨੀ ਕਿ 30 ਸਾਲ ਤੋਂ ਬਾਅਦ ਚੋਂ, ਫਿਰ ਆਪਾਂ ਯੈਸ ਲਾਵਾਂਗੇ। ਕਿਉਂਕਿ ਰੀਡਿੰਗ ਕਹਿੰਦੀ ਵੀ ਪਹਿਲਾਂ ਹੈ ਨਹੀਂ ਸੀਗਾ। ਪਹਿਲਾਂ ਹੈ ਨਹੀਂ ਦਾ ਮਤਲਬ ਕਿ ਬਾਅਦ ਚੋਂ ਉਹਨਾਂ ਨੇ ਜ਼ੋਰ ਦੇਣਾ ਸ਼ੁਰੂ ਕੀਤਾ ਉਹ ਚੀਜ਼ ਤੇ। ਕਲੀਅਰ ਹੈ ਜੀ ਸਾਰਿਆਂ ਨੂੰ? ਹਾਂਜੀ ਸਰ ਹਾਂਜੀ। ਥਰਡ ਨੰਬਰ ਵਾਲਾ ਦੇਖਦੇ ਹਾਂ ਜੀ ਕੀ ਕਹਿੰਦੇ। ਥਰਡ ਦੇ ਵਿੱਚ ਕੀ ਕਿਹਾ ਜੀ? ਧਿਆਨ ਨਾਲ ਪੜਿਓ ਜੀ ਇਹਨੂੰ। ਥਰਡ ਨੰਬਰ ਵਾਲੇ ਨੂੰ ਤਾਂ ਕਹਿੰਦੇ ਜੀ ਆਪਣਾ ਜੋ WZCS ਡਾਕੂਮੈਂਟ ਆ ਜਿਹੜਾ, ਕਹਿੰਦੇ ਨੋਟ ਨੋਨ, ਨਹੀਂ ਜਾਣਿਆ ਜਾਂਦਾ। ਕਹਿੰਦੇ ਕਿਹਦੇ ਵਿੱਚ? ਜਿਹੜਾ ਈਸਟਰਨ ਯੂਰਪ ਹੈਗਾ। ਕਹਿੰਦੇ ਜਿਹੜਾ WZCS ਡਾਕੂਮੈਂਟ ਆ ਜੀ ਉਹ ਜਾਣਿਆ ਨਹੀਂ ਜਾਂਦਾ। ਕਿਹਦੇ ਵਿੱਚ ਨਹੀਂ ਜਾਣਿਆ ਜਾਂਦਾ? ਆਪਾਂ ਨੂੰ ਜੋ ਜਗ੍ਹਾ ਦਾ ਨਾਮ ਦਿੱਤਾ ਈਸਟਰਨ ਯੂਰਪ ਦੇ ਵਿੱਚ। ਚਲੋ ਜਾ ਕੇ ਦੇਖੀਏ, ਜਾ ਕੇ ਦੇਖਦੇ ਜੀ ਆਪਾਂ। ਹਾਂਜੀ ਓਕੇ। ਆ ਦੇਖੋ 30 ਸਾਲਾਂ ਤੋਂ ਬਾਅਦ ਤਾਂ ਉਹਨਾਂ ਨੇ ਜ਼ੋਰ ਦੇਣਾ ਸ਼ੁਰੂ ਕਰਤਾ ਨਾ। ਕਾਨਫਰੰਸ ਟੁੱਕ ਪਲੇਸ ਹੋਈ ਕਾਹਦੇ ਤੇ? ਫਿਰ ਤਾਂ ਸਪੀਸੀਜ਼ ਨੂੰ ਲੈ ਕੇ ਕੰਜ਼ਰਵੇਸ਼ਨ ਤੇ। ਯਾਨੀ ਕਿ ਜੇ ਕੁਐਸਚਨ ਹੁੰਦਾ ਕਿ ਜੀ 30 ਸਾਲਾਂ ਤੋਂ ਬਾਅਦ ਚੋਂ ਸਿਗਨੀਫੀਕੈਂਟ ਨਹੀਂ ਸੀਗਾ, ਫਿਰ ਤਾਂ ਨੋ ਹੋ ਗਿਆ। ਕਿਉਂਕਿ 30 ਸਾਲਾਂ ਤੋਂ ਬਾਅਦ ਤੋਂ ਫੋਕਸ ਦੇਣ ਲੱਗ ਗਏ ਸੀ ਨਾ। 30 ਸਾਲ ਪਹਿਲਾਂ ਨਹੀਂ ਦਿੰਦੇ ਹੁੰਦੇ ਸੀ ਅੱਜ ਤੋਂ। ਚਲੋ ਜੀ ਦੇਖੋ ਆਪਣਾ ਕੁਐਸਚਨ ਕੀ ਹੈ ਜੀ। ਕਹਿੰਦੇ ਜਿਹੜਾ WZCS ਹੈਗਾ ਵਾ ਡਾਕੂਮੈਂਟ, ਕਹਿੰਦੇ ਉਹ ਨੋਟ ਨੋਨ ਆ ਇਹਦੇ ਵਿੱਚ ਜੀ। ਕਹਿੰਦੇ ਜੋ ਯੂਰਪ ਹੈ ਜੀ, ਜੋ ਕਹਿੰਦੇ ਈਸਟਰਨ ਯੂਰਪ ਹੈਗਾ। ਤਾਂ ਮੈਨੂੰ ਪੜ੍ਹ ਕੇ ਦੱਸੋ ਇੱਥੇ ਤੁਹਾਡੀ ਜੋ ਲੋਕੇਸ਼ਨ ਹੈ ਜੀ ਉਹ ਤੁਹਾਡੇ ਸਾਹਮਣੇ ਪਈ ਆ WZCS। ਹਾਂਜੀ ਹਾਂਜੀ ਤੁਹਾਨੂੰ ਮਿਊਟ ਤੋਂ ਖੋਲਦਾ ਜੀ ਮੈਂ। ਨੀਚੇ ਤੁਸੀਂ ਜਾ ਕੇ ਦੇਖਣਾ ਚਾਹੋ ਤਾਂ ਨੀਚੇ ਵੀ ਦੇਖ ਸਕਦੇ ਹੋ ਜੀ। ਬਟ ਇੰਨਾ ਕਿ ਰੋਬਿਨ ਹੁੱਡ ਵਾਲੇ ਨੂੰ ਕ੍ਰਾਸ ਨਾ ਕਰਿਓ, ਤੇ ਜਾਂ ਫਿਰ ਇੱਕ ਜਗ੍ਹਾ ਤੇ ਆਪਣਾ ਨੀਚੇ ਫਿਰ ਡਿਜ਼ਾਈਨਿੰਗ ਕੁਐਸਚਨ ਦੇ ਵਿੱਚ ਕੀਵਰਡ ਸੇਮ ਹੀ ਹੈ ਜੀ। ਹਾਂਜੀ ਜੀ ਵੈਸੇ ਤੁਹਾਡਾ ਨਾਮ ਪਿਆ ਵਾ ਇੱਥੋਂ ਤੱਕ ਹੀ ਤੁਹਾਨੂੰ ਜਾਣਾ ਚਾਹੀਦਾ, ਉਦੋਂ ਨੀਚੇ ਨਹੀਂ ਜਾਣਾ ਚਾਹੀਦਾ। ਹਾਂਜੀ ਜੀ ਤਾਂ ਕੀ ਕਿਤੇ ਗੱਲ ਹੋਈ ਜੀ ਇਦਾਂ ਦੀ? ਨੋਟ No, sir. ਨੋ ਤੇ ਕੀ ਹੋ ਗਿਆ? Not No ਕਿ given not ਆਈ। given? ਕੀ ਹੋ ਗਿਆ ਜੀ? ਮੈਂ ਕਹੀ ਗੱਲ ਨਹੀਂ ਹੋਈ। ਓਕੇ ਓਕੇ ਜੀ ਤਾਂ ਕੀ ਹੋ ਗਿਆ ਆਪਣਾ ਇਹ? ਨਾਟ ਗਿਵਨ। ਨਾਟ ਗਿਵਨ ਕਲੀਅਰ ਹੈ ਸਾਰਿਆਂ ਨੂੰ ਜੀ? ਤੇ ਹੁਣ ਜਿਹੜਾ ਨਾਲ ਹੀ ਆਪਣਾ ਕੀਵਰਡ ਇੱਕ ਹੋਰ ਪਿਆ ਸੀ ਉਹ ਜਿਹੜਾ ਉੱਤੇ ਗੱਲ ਕਰੀ ਜਾਂਦੇ ਆ ਜੀ। ਠੀਕ ਹੈ ਕੀ ਕਹਿੰਦੇ? ਕਹਿੰਦੇ ਜਿਹੜੇ ਜੂ ਹੈਗੇ ਆ, ਜੂ ਕਿਹਨਾਂ ਦੇ ਵਿੱਚ? WZCS ਸਿਲੈਕਟ ਲਿਸਟ ਦੇ ਵਿੱਚ। ਧਿਆਨ ਨਾਲ ਦੇਖਿਓ ਜੀ, ਤੁਸੀਂ ਇਹਨੂੰ ਭੁਲੇਖਾ ਨਹੀਂ ਖਾ ਜਾਣਾ। ਕਈ ਵਾਰੀ ਕੀ ਹੁੰਦਾ ਬੱਚਾ ਇਹਨੂੰ ਸਿਲੈਕਟ ਨੂੰ ਇਹਦੀ ਵਰਬ ਸਮਝਦਾ ਰਹਿੰਦਾ ਜੀ। ਸਿਲੈਕਟ ਨੂੰ ਬੱਚਾ ਸਮਝਦਾ ਰਹਿੰਦਾ ਜੂ ਜਿਹੜੇ ਸੀਗੇ WZCS ਦੇ ਵਿੱਚ ਸਿਲੈਕਟ ਹੋਏ ਸੀਗੇ ਉਹ
ਨਹੀਂ ਜੀ, ਏਦਾਂ ਨਹੀਂ, ਧਿਆਨ ਨਾਲ ਦੇਖਿਓ। ਕਹਿੰਦੇ ਜਿਹੜੇ ਜੂ ਸੀਗੇ, ਜੂ ਕਿਹਦੇ ਵਿੱਚ ਸੀਗੇ? WZCS, ਹਾਂਜੀ, ਸਿਲੈਕਟ ਲਿਸਟ ਦੇ ਵਿੱਚ। ਆ ਤਿੰਨੇ ਵਰਡ ਇਕੱਠੇ ਆ ਜੀ। ਜੂ ਜਿਹੜੇ ਕਿਹਦੇ ਵਿੱਚ ਸੀਗੇ? WZCS ਸਿਲੈਕਟ, ਉਹ ਕਹਿੰਦੇ ਕਿ ਸਿਲੈਕਟ ਲਿਸਟ ਦੇ ਵਿੱਚ। ਉਹ ਯੂਜ਼ ਜਿਹੜੇ ਸੀਗੇ, ਕਹਿੰਦੇ ਕੇਅਰਫੁਲੀ ਉਹ ਕੀ ਕੀਤੇ ਗਏ ਸੀਗੇ? ਇੰਸਪੈਕਟਡ ਕੀਤੇ ਗਏ ਸੀ। ਇਹਦਾ ਮਤਲਬ ਉਹਨਾਂ ਦੀ ਜਾਂਚ ਪੜਤਾਲ, ਜਿਹੜੀ ਉਹਨਾਂ ਦੀ ਜਾਂਚ ਪੜਤਾਲ ਹੋਈ ਸੀਗੀ ਜੀ, ਉਹ ਕੇਅਰਫੁਲੀ ਹੋਈ ਸੀਗੀ। ਚਲੋ ਜਾ ਕੇ ਦੇਖਦੇ ਹਾਂ ਜੀ ਆਪਾਂ। ਇਹ ਜਿਹੜਾ WZCS ਸਿਲੈਕਟ ਲਿਸਟ ਦੇ ਵਿੱਚ ਜੂ ਆ, ਉਹਨਾਂ ਦੀ ਕਿਹੜੀ ਇਨਸੈਪਸ਼ਨ ਵਗੈਰਾ ਹੋਈ ਸੀਗੀ, ਕੀ ਉਹ ਕੇਅਰਫੁਲੀ ਹੋਈ ਸੀਗੀ ਜੀ? ਚਲੋ ਜੀ, ਤਾਂ ਦੇਖੋ ਇੱਥੋਂ ਤੱਕ ਆਪਣਾ ਜੋ ਹੈ ਜੀ, ਵੈਸੇ ਆਪਣਾ ਨੋਟ ਗਿਵਨ ਸੀਗਾ, ਆਪਾਂ ਨੂੰ ਪਤਾ ਵਾ। ਇਹਦਾ ਮਤਲਬ ਆਪਾਂ ਨੂੰ ਇੱਥੋਂ ਜੋ ਹੀ ਫੇਰ ਪੜ੍ਹਨਾ ਚਾਹੀਦਾ ਜੀ। ਹਾਂਜੀ, ਆਪਾਂ ਨੂੰ ਇੱਥੋਂ ਜੋ ਇੱਕ ਵਾਰੀ ਫੇਰ ਪੜ੍ਹਨਾ ਚਾਹੀਦਾ ਜੀ, ਇੱਥੋਂ ਵੀ। ਧਿਆਨ ਨਾਲ ਪੜ੍ਹ ਕੇ ਦੱਸੋ ਮੈਨੂੰ। ਇਦੋਂ ਉੱਪਰ ਤਾਂ ਗੱਲ ਹੋਈ ਨਹੀਂ ਆਪਣੀ ਕਿਤੇ ਵੀ, ਇਦੋਂ ਨੀਚੇ ਗੱਲ ਹੋਈ ਹੈ ਜੀ। ਤਾਂ ਮੈਨੂੰ ਧਿਆਨ ਨਾਲ ਪੜ੍ਹ ਕੇ ਦੱਸੋ ਬਈ, ਜਿਹੜੇ ਇਹ ਸਿਲੈਕਟ ਲਿਸਟ ਦੇ ਵਿੱਚ ਜੂ ਸੀਗੇ ਜੀ, ਵੈਸੇ ਆਪਣਾ ਜੇ ਆਪਾਂ ਦੇਖਿਆ ਤਾਂ ਈਸਟਰਨ ਯੂਰਪ ਤੋਂ ਬਾਅਦ ਚੋਂ ਆਪਣੀ ਲੋਕੇਸ਼ਨ ਆ। ਤੁਸੀਂ ਪਹਿਲਾਂ ਨੀਚੇ ਵਾਲਾ ਪੈਰਾ ਪੜੋ, ਨੀਚੇ ਵਾਲੇ ਚੋਂ ਨਾ ਮਿਲਿਆ ਫਿਰ ਉੱਪਰ ਪੜਨ ਜਾ ਸਕਦੇ, ਕਿਉਂਕਿ ਆਪਣਾ ਈਸਟਰਨ ਯੂਰਪ ਵਾਲਾ ਜਿਹੜਾ ਕੀਵਰਡ ਆ ਉਹ ਤਾਂ ਲਈ ਕੁਐਸਚਨ ਚ ਲੰਘ ਗਿਆ ਸੀ ਨਾ। ਪੜੋ ਜੀ ਨੂੰ ਇੱਕ ਵਾਰੀ। ਕਹਿੰਦੇ ਵਨ ਵੁੱਡ ਅਜ਼ਿਊਮ, ਕਹਿੰਦੇ ਵੀ ਇੱਕ ਬੰਦਾ ਤਾਂ ਸੋਚਦਾ ਹੋਊਗਾ ਬਈ ਜਿਹੜਾ ਕੈਲੀਬਰ ਆ ਇਹਨਾਂ ਦਾ, ਜਿਹੜੇ ਇੰਸਟੀਟਿਊਸ਼ਨਸ ਹੈਗੇ ਆ, ਕਿਹੜੇ ਆ ਜੂ ਨੂੰ ਕਿਹਾ ਜਾ ਰਿਹਾ ਜੀ, ਜਿਹੜਾ ਇਹਨਾਂ ਦਾ ਕਹਿੰਦੇ ਕੈਲੀਬਰ ਆ। ਕਹਿੰਦੇ ਕੋਈ ਬੰਦਾ ਤਾਂ ਸੋਚਦਾ ਹੋਊਗਾ ਵੀ ਇਹਨਾਂ ਦਾ ਜਿਹੜਾ ਕੈਲੀਬਰ ਆ would have been carefully examined, ਉਹ ਬਹੁਤ ਧਿਆਨ ਨਾਲ ਐਗਜ਼ਾਮਿਨਡ ਹੋਇਆ ਹੋਊਗਾ। ਕਿਉਂਕਿ ਜਿੱਥੇ would have ਤੋਂ ਬਾਅਦ ਚੋਂ ਥਰਡ ਫਾਰਮ ਲੱਗ ਜਾਂਦੀ ਆ, ਤੁਸੀਂ ਜੇ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇ, ਆਪਾਂ ਇਹਨੂੰ ਕੰਡੀਸ਼ਨਲ ਸੈਂਟੈਂਸ ਦੇ ਵਿੱਚ ਲਾਉਂਦੇ ਹੁੰਦੇ ਆ, ਜਿੱਥੇ ਆਪਾਂ ਕਹਿੰਦੇ ਹੁੰਦੇ ਆ ਵੀ ਜੇ ਉਹ ਸਟੱਡੀ ਕਰਦਾ ਤਾਂ ਉਹਨੇ ਪਾਸ ਹੋ ਜਾਣਾ ਸੀਗਾ। ਤੁਸੀਂ ਸਬਜੈਕਟ ਤੋਂ ਬਾਅਦ ਚੋਂ would ਤੋਂ ਬਾਅਦ ਚੋਂ ਫਿਰ have ਲਾਉਂਦੇ ਹੋ, ਫਿਰ ਥਰਡ ਫਾਰਮ ਲਾਉਂਦੇ ਹੋ। would have ਥਰਡ ਫਾਰਮ ਕਿੱਥੇ ਲਾਈ ਜਾਂਦੀ ਆ? ਜਦੋਂ ਕੋਈ ਚੀਜ਼ ਐਕਚੁਅਲ ਦੇ ਵਿੱਚ ਰਿਐਲਿਟੀ 'ਚ ਹੋਈ ਨਾ ਹੋਵੇ, ਜਸਟ ਆਪਾਂ ਕਹਿ ਰਹੇ ਹੁੰਦੇ ਆ। ਉਹਨੇ ਤਾਂ ਧਿਆਨ ਨਾਲ ਦੇਖਿਓ, ਕਹਿੰਦੇ ਵੀ ਕੋਈ ਬੰਦਾ ਤਾਂ ਸੋਚਦਾ ਹੋਊਗਾ ਵੀ ਜਿਹੜਾ ਕੈਲੀਬਰ ਆ ਇਹਨਾਂ ਦਾ, ਉਹ ਬੜੇ ਧਿਆਨ ਨਾਲ ਐਗਜ਼ਾਮਿਨ ਹੋਇਆ ਹੋਊਗਾ। ਬਟ ਹੁਣ ਦੇਖੋ ਇੱਥੇ ਕੰਟਰਾਡਿਕਟ ਕਰ ਰਹੇ ਜੀ। ਤੁਸੀਂ ਮੈਨੂੰ ਸਮਝ ਕੇ ਦੱਸਣਾ ਵੀ ਐਕਚੁਅਲ ਦੇ ਵਿੱਚ ਉਹਨਾਂ ਨੂੰ ਕੇਅਰਫੁਲੀ ਐਗਜ਼ਾਮਿਨ ਕੀਤਾ ਗਿਆ ਸੀ ਕਿ ਨਹੀਂ। ਸਾਰਾ ਰੋਲ ਇੱਥੇ ਗ੍ਰਾਮਰ ਦਾ ਵਾ ਜੀ, ਸਾਰਾ ਰੋਲ। ਕਿਉਂਕਿ ਕਈ ਬੱਚਿਆਂ ਨੂੰ ਲੈਂਗੁਏਜ ਪੜ੍ਹ ਕੇ ਲੱਗ ਰਿਹਾ ਹੋਣਾ ਵੀ ਉਹਨਾਂ ਨੇ ਕੀਤਾ ਵਾ ਐਗਜ਼ਾਮਿਨ, ਕਈਆਂ ਬੱਚਿਆਂ ਨੇ ਰੂਲ ਤੇ ਜਾਣਾ ਵਾ ਕਿ ਇਹ ਰੂਲ ਕਿੱਥੇ ਯੂਜ਼ ਹੁੰਦਾ ਵਾ ਜੀ। would have been ਤੋਂ ਬਾਅਦ ਚੋਂ ਥਰਡ ਫਾਰਮ ਜੀ। ਤੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਕੀ ਉਹਨਾਂ ਨੂੰ ਕੇਅਰਫੁਲੀ ਐਗਜ਼ਾਮਿਨ ਕੀਤਾ ਗਿਆ ਕਿ ਨਹੀਂ ਕੀਤਾ ਗਿਆ, ਕਿ ਤੁਹਾਨੂੰ ਪਤਾ ਹੀ ਨਹੀਂਗਾ ਵੀ ਕੀਤਾ ਗਿਆ ਕਿ ਨਹੀਂ ਕੀਤਾ ਗਿਆ? ਹਾਂਜੀ, ਪਰ ਫਾਲਸ ਹੈ ਜੀ। ਸਰ ਫਾਲਸ ਨਹੀਂ ਕੀਤਾ ਫਾਲਸ। ਕਿਉਂਕਿ ਧਿਆਨ ਨਾਲ ਦੇਖੋ ਨਾ, ਆ ਸਰ ਲੈਂਗੁਏਜ ਦੇਖਿਓ। ਉੱਪਰ ਵਾਲੇ ਪੈਰੇ ਤੋਂ ਵੀ ਪਤਾ ਲੱਗਦਾ ਜੀ। ਅੱਛਾ, ਤਾਂ ਵਿੱਚ ਕਿੱਥੇ ਲਿਖਿਆ ਵਾ? ਤਾਂ ਦੇਖੀ ਉਹਨਾਂ ਨੇ ਕਿਹਾ 10,000 ਅੰਡਰ ਐਸਟੀਮੇਟ ਸੀਗਾ ਇਹਦਾ ਜੀ ਟੋਟਲ ਨੰਬਰ 'ਚ। ਹਾਂਜੀ ਬਿਲਕੁਲ, ਹਾਂ ਬਿਲਕੁਲ। 1000 ਦੇ ਵਿੱਚੋਂ ਸੀ ਕੀ ਇਹਦੇ ਵਿੱਚ ਸਿਰਫ ਹਾਂ ਸਕੋਰ ਆਫ ਕੁਆਲਿਟੀ। ਥਰਡ ਲਾਈਨ 'ਚ ਲਿਖਿਆ ਹੋਇਆ ਜੀ ਡਾਕੂਮੈਂਟਸ ਫਸਟ ਵੈਲੀ। ਬਿਲਕੁਲ, ਹੁਣ ਨੀਚੇ ਵਾਲੇ ਤਾਂ ਉਹਨਾਂ ਨੇ ਸਿੱਧੇ ਲਿਖਤਾ ਵੀ ਕੋਈ ਬੰਦਾ ਸੋਚਦਾ ਤਾਂ ਹੋਊਗਾ ਵੀ ਇਹਨਾਂ ਜਿਹੜਾ ਕੈਲੀਬਰ ਆ ਉਹਨੂੰ ਬਹੁਤ ਧਿਆਨ ਨਾਲ ਕੇਅਰਫੁਲੀ ਕੀਤਾ ਗਿਆ ਹੋਊਗਾ। ਇਹਦਾ ਮਤਲਬ ਕਿ ਲੈਂਗੁਏਜ ਕੀ ਕਹਿ ਰਹੀ ਆ ਵੀ ਨਹੀਂ ਜੀ, ਕੀਤਾ ਨਹੀਂ ਗਿਆ। ਪਰ ਅਸਲ 'ਚ ਕੀਤਾ ਨਹੀਂ ਹੈ ਨਾ ਸਰ। ਹਾਂ ਬਿਲਕੁਲ ਬਿਲਕੁਲ, ਇਹ ਰੂਲ ਨੂੰ ਨੋਟ ਕਰ ਲਈ ਸਾਰਿਆਂ ਨੇ। ਜਦੋਂ would have ਤੋਂ ਬਾਅਦ ਚੋਂ ਥਰਡ ਫਾਰਮ ਲੱਗਦੀ ਹੋਵੇ ਤਾਂ ਇਹਦਾ ਮਤਲਬ ਆਪਾਂ ਨੂੰ ਵੀ ਉਹ ਕੰਮ ਹੋਇਆ ਨਹੀਂ ਹੁੰਦਾ ਗਾ। ਇਹ ਕੰਡੀਸ਼ਨਲ ਸੈਂਟੈਂਸ ਤੋਂ ਰੂਲ ਇਹ ਟੁਕੜਾ ਚੱਕਿਆ ਗਿਆ ਹੁੰਦਾ ਜੀ। would have ਤੋਂ ਬਾਅਦ ਚੋਂ ਥਰਡ ਫਾਰਮ, ਇੱਥੇ would have been ਕਾਹਤੋਂ ਵਿੱਚ ਲਾਇਆ ਪਿਆ? ਕਿਉਂਕਿ ਇਹ ਵਾਇਸ ਬਣ ਗਿਆ ਹੁੰਦਾ। ਜੇ ਤਾਂ ਟੈਂਸ ਫਾਰਮੇਸ਼ਨ ਹੋਵੇ ਫਿਰ ਤਾਂ would have ਤੋਂ ਬਾਅਦ ਚੋਂ ਥਰਡ ਫਾਰਮ ਲੱਗ ਜਾਂਦਾ ਜੀ, ਤੇ ਮੂਹਰੇ ਸਬਜੈਕਟ ਪਿਆ ਹੁੰਦਾ ਵਾ। ਇਹਦੇ ਮੂਹਰੇ ਤਾਂ ਸਬਜੈਕਟ ਹੈ ਹੀ ਨਹੀਂਗਾ। ਇਹਦੇ ਵਿੱਚ ਕੀ ਲਾਇਆ ਇਹਨਾਂ ਨੇ? would have been plus ਥਰਡ ਫਾਰਮ, ਕਿਉਂਕਿ ਇਹਨਾਂ ਨੇ ਕਿਹਾ ਵੀ ਜਿਹੜਾ ਹੁਣ ਐਗਜ਼ਾਮਿਨਰ ਦਾ ਕੰਮ ਕਰ ਰਿਹਾ ਵਾ ਉਹਦੇ ਬਾਰੇ ਦੱਸਿਆ ਹੀ ਨਹੀਂ ਇਹਨਾਂ ਨੇ, ਤਾਂ ਕਰਕੇ ਵੌਇਸ ਫਾਰਮੇਸ਼ਨ ਬਣਨੀ ਸੀ। ਚਲੋ ਜੀ ਅੱਗੇ ਚੱਲਦੇ ਹਾਂ ਆਪਾਂ।
ਤਾਂ ਇਹਦਾ ਮਤਲਬ ਇਹਦਾ ਆਪਣਾ नो ਹੋ ਗਿਆ ਜੀ। ਨੈਕਸਟ ਚੱਲਦੇ ਆ, ਧਿਆਨ ਨਾਲ ਦੇਖਿਓ ਜੀ। ਨੈਕਸਟ ਤੁਹਾਡੇ ਕੋਲੇ ਕੀਵਰਡ ਹੈਗਾ ਹੀ ਆ ਰੋਬਿਨ ਹਿਲ ਐਡਵੈਂਚਰ। ਕਹਿੰਦੇ ਜੀ no one knew, ਕਹਿੰਦੇ ਜੀ ਕੋਈ ਨਹੀਂ ਜਾਣਦਾ, no one knew how the animals were being treated, ਜਿਹੜੇ ਐਨੀਮਲਸ ਹੈਗੇ ਆ ਹਾਂਜੀ ਉਹ ਕਿਵੇਂ ਟ੍ਰੀਟ ਕੀਤੇ ਜਾ ਰਹੇ ਸੀਗੇ, ਇਹ ਗੱਲ ਕੋਈ ਨਹੀਂ ਜਾਣਦਾ। ਹਾਂਜੀ ਕਿੱਥੇ? ਰੋਬਿਨ ਹਿਲ ਜਿਹੜਾ ਪਾਰਕ ਸੀਗਾ ਜੀ। ਅੱਛਾ ਕੁਐਸਚਨ ਜਮਾਂ ਸਿੱਧਾ ਸਿੱਧਾ ਵਾ ਜੀ, ਕਹਿੰਦੇ ਜੀ ਕੋਈ ਨਹੀਂ ਜਾਣਦਾ ਸੀਗਾ ਕਿ ਜਿਹੜੇ ਐਨੀਮਲਸ ਹੈਗੇ ਆ ਉਹ ਕਿਵੇਂ ਟ੍ਰੀਟ ਕੀਤੇ ਜਾ ਰਹੇ ਸੀਗੇ। ਮੈਂ ਇੱਥੇ ਰਹੇ ਸੀਗੇ ਕਿਉਂ ਕਹਿ ਰਿਹਾ, ਕਿਉਂਕਿ ਇਹ ਤੁਹਾਡਾ ਪਾਸਟ ਕੰਟੀਨਿਊ ਦੀ ਵੌਇਸ ਫਾਰਮੇਸ਼ਨ ਹੈ ਜੀ। ਹੁਣ ਉਹਨਾਂ ਨੂੰ ਟ੍ਰੀਟ ਕੌਣ ਕਰ ਰਿਹਾ ਸੀਗਾ? ਉਹ ਸਬਜੈਕਟ ਹੈਗਾ ਵਾ ਹਿਡਨ, ਸਿੱਧਾ ਉਹਨਾਂ ਨੇ ਆਬਜੈਕਟ ਤੋਂ ਸਟਾਰਟ ਕੀਤਾ ਜੀ, ਸਬਜੈਕਟ ਤੋਂ ਨਹੀਂ ਉਹਨਾਂ ਨੇ ਸਟਾਰਟ ਕੀਤਾ। ਤਾਂ ਸਭ ਤੋਂ ਪਹਿਲਾਂ ਆਪਣੇ ਕੋਲੇ ਆਬਜੈਕਟ ਹੁੰਦਾ, ਫਿਰ ਵਾਸ ਵਰਬ ਦੇ ਵਿੱਚੋਂ ਇੱਕ, ਫਿਰ ਬੀਇੰਗ, ਫਿਰ ਥਰਡ ਫਾਰਮ, ਇਹ ਵੌਇਸ ਫਾਰਮੇਸ਼ਨ ਹੁੰਦੀ। ਤੇ ਕਹਿੰਦੇ ਜੀ ਕੋਈ ਨਹੀਂ ਜਾਣਦਾ ਕਿਹੜੇ ਜੋ ਉਹਨਾਂ ਦੇ ਐਨੀਮਲ ਸੀਗੇ ਉਹਨਾਂ ਨੂੰ ਕਿਵੇਂ ਟ੍ਰੀਟ ਕੀਤਾ ਜਾ ਰਿਹਾ ਸੀਗਾ, ਕਿੱਥੇ? ਔਰ ਰੋਬਿਨ ਹਿਲ ਜਿਹੜਾ ਪਾਰਕ ਹੈਗਾ। ਚਲੋ ਜਾ ਕੇ ਦੇਖ ਕੇ ਆਉਂਦੇ ਵੀ ਕੋਈ ਨਹੀਂ ਜਾਣਦਾ ਸੀਗਾ ਜੀ। ਧਿਆਨ ਨਾਲ ਦੇਖਿਓ ਤੁਹਾਡੇ ਸਾਹਮਣੇ ਪਿਆ ਜੀ ਰੋਬਿਨ ਹਿਲ ਆ। ਰੋਬਿਨ ਹਿਲ ਕੀਵਰਡ ਜੋ ਹੈ ਉਹ ਤੁਹਾਡੇ ਸਾਹਮਣੇ ਪਿਆ ਜੀ ਆ। ਮੈਨੂੰ ਪੜ੍ਹ ਕੇ ਦੱਸੋ ਵੀ ਕੀ ਕੋਈ ਨਹੀਂ ਜਾਣਦਾ ਸੀਗਾ ਜੀ? ਹਾਂਜੀ ਸਾਰਾ ਪੜ੍ਹ ਕੇ ਦੱਸਿਓ ਜੀ ਮੈਨੂੰ। ਕੀ ਕੋਈ ਨਹੀਂ ਜਾਣਦਾ ਸੀਗਾ ਜੀ? ਤੁਹਾਡਾ ਕੁਐਸਚਨ ਕਹਿ ਰਿਹਾ ਵੀ ਕੋਈ ਵੀ ਨਹੀਂ ਜਾਣਦਾ ਸੀਗਾ। ਹਾਂਜੀ ਤੁਹਾਨੂੰ ਮਿਊਟ ਤੋਂ ਖੋਲਦਾ ਜੀ, ਮੈਨੂੰ ਦੱਸੋ ਵੀ ਕੀ ਕੋਈ ਨਹੀਂ ਜਾਣਦਾ ਸੀਗਾ ਜੀ? ਹਾਂਜੀ False. ਕੀ ਹੋਣਾ ਜੀ? False. No, no, no. ਤੁਹਾਡੇ ਕਹਿਣ ਦਾ ਮਤਲਬ ਵੀ ਜਾਣਦਾ ਸੀਗਾ? ਰਿਪੋਰਟ ਕਰੀ ਸੀ। ਹਾਂਜੀ। ਤੁਹਾਡੇ ਕਹਿਣ ਦਾ ਹਾਂਜੀ, ਉਹਨੇ ਮਤਲਬ report ਜਾਣਦਾ ਕਰੀ ਸੀ? ਹਾਂਜੀ ਅੱਛਾ ਕੌਣ ਜਾਣਦਾ ਸੀਗਾ ਜੀ? ਯੈਸ ਸਰ, ਕੌਣ ਜਾਣਦਾ ਇੰਸਪੈਕਟਰ ਸੀਗਾ? ਹੀ ਆ। ਬਿਲਕੁਲ Veterinary ਇੰਸਪੈਕਟਰ inspector। ਜਾਣਦਾ ਸੀ, ਬਿਲਕੁਲ ਹਨਾ। ਨਾਲੇ ਧਿਆਨ ਨਾਲ ਦੇਖਿਓ ਕਹਿੰਦੇ ਜਿਹੜਾ these ਅਨਕਲੂਡ ਇਹਦੇ ਚ ਕਹਿੰਦੇ ਰੋਬਿਨ ਹਿਲ ਪਾਰਕ ਆਉਂਦਾ ਵਾ ਵਿੱਚ, ਜੋ ਕਿ ਮੰਨਿਆ ਜਾਂਦਾ ਹੁੰਦਾ ਸੀਗਾ ਕਿ ਮੋਸਟ ਨੋਟਰੀਅਸ ਕਲੈਕਸ਼ਨ ਆ ਕਹਿੰਦੇ, ਜਾਣੀ ਕਿ ਜਾਨਵਰਾਂ ਦੀ ਕੰਟਰੀ ਦੇ ਵਿੱਚ। ਨੋਟਰੀਅਸ ਦਾ ਮਤਲਬ ਕੀ ਹੁੰਦਾ ਜੀ? ਜਾਣੀ ਕਿ ਬਦਨਾਮ, ਜਿਹਨੂੰ ਆਪਾਂ ਵਗੈਰਾ ਕਹਿ ਦਿੰਦੇ ਆ ਨਾ। ਇਹ ਤੋਂ ਬਾਅਦ ਚੋਂ ਵੇਖਿਓ ਕੀ ਕਿਹਾ ਜੀ, ਤੇ ਫਾਈਨਲੀ ਕਹਿੰਦੇ ਜਾਣੀ ਕਿ ਇਹ ਕਲੋਜ਼ ਡਾਊਨ ਹੋ ਗਿਆ। ਕਿਹੜੀ ਚੀਜ਼ ਨੂੰ ਫੋਲੋ ਕਰਦੇ ਹੋਏ? ਕਿਉਂਕਿ ਇਹਨਾਂ ਨੂੰ ਇੱਕ ਡੈਮਨਿੰਗ ਰਿਪੋਰਟ ਮਿਲੀ ਸੀਗੀ ਜੀ। ਕਿਹਦੇ ਦੁਆਰਾ ਜੀ? ਇੱਕ ਇੰਸਪੈਕਟਰ ਸੀਗਾ, ਸਮਝ ਲੱਗ ਗਈ ਜੀ, ਜਿਹਨੇ ਕਿ ਇਹਨਾਂ ਦੇ ਖਿਲਾਫ ਕੀ ਕੀਤਾ ਸੀਗਾ, ਕੋਈ ਨਾ ਕੋਈ ਰਿਪੋਰਟ ਵਗੈਰਾ ਲੈ ਕੇ ਆਉਂਦੀ ਸੀ ਡੈਮਨਿੰਗ। ਇਹਦਾ ਮਤਲਬ ਕੋਈ ਨਾ ਕੋਈ ਬੰਦਾ ਜਾਣਦਾ ਸੀ ਜਾਂ ਨਹੀਂ ਜਾਣਦਾ ਸੀਗਾ ਜੀ? Yes. ਜਾਣਦਾ ਸੀਗਾ ਜੀ। ਯਾਨੀ ਕਿ ਜਾਨਵਰਾਂ ਨੂੰ ਇੱਥੇ ਕਿਵੇਂ ਟ੍ਰੀਟ ਕੀਤਾ ਜਾਂਦਾ ਉਹਦੇ ਬਾਰੇ ਜਿਹੜਾ ਇੰਸਪੈਕਟਰ ਹੈਗਾ ਉਹਨੂੰ ਪਤਾ ਸੀਗਾ ਜੀ। ਤੇ ਮੰਨਿਆ ਵੀ ਜਾਂਦਾ ਹੁੰਦਾ ਸੀ ਕਿ ਬਈ ਇਹ ਨੋਟੀਅਸ ਕਲੈਕਸ਼ਨ ਆ ਕਹਿੰਦੇ ਜਾਨਵਰਾਂ ਦੀ। ਅੱਗੇ ਜਾ ਕੇ ਵੀ ਲਿਖਿਆ ਪਿਆ ਵੀ ਹਮੇਸ਼ਾ ਜਿਹੜੀ ਇਹ ਕਲੈਕਸ਼ਨ ਰਹੀ ਹੈ ਡੂਬੀਅਸ ਰਹੀ ਆ, ਸ਼ੱਕੀ ਜੀ ਰਹੀ ਆ। ਯਾਨੀ ਕਿ ਇਹਦੇ ਉੱਪਰ ਸ਼ੱਕ ਹੁੰਦਾ ਰਿਹਾ ਵਾ। ਤਾਂ ਹੁਣ ਤਾਂ ਆਪਾਂ ਨੂੰ ਪੱਕਾ ਹੀ ਯਕੀਨ ਹੋ ਗਿਆ ਵੀ ਕੋਈ ਨਾ ਕੋਈ ਤਾਂ ਜਾਣਦਾ ਸੀਗਾ ਨਾ ਇਹਦਾ ਮਤਲਬ। ਯੈਸ ਔਰ ਨੋ ਜੀ? ਹਾਂਜੀ ਤਾਂ ਫਿਰ ਇਹ ਕੀ ਹੋ ਗਿਆ ਆਪਣਾ? ਇਹ ਆਪਣਾ ਨੋ ਹੋ ਗਿਆ। ਹਾਂਜੀ ਦੇਖੋ ਤੇ ਕੀਵਰਡ ਵੀ ਲਿਖੇ, ਜਿਵੇਂ ਡੂਬੀਅਸ ਵੀ ਲਿਖਿਆ ਹੋਇਆ। ਤਾਂ ਇਸ ਤੋਂ ਬਾਅਦ ਚੋਂ ਜਿਹੜੇ ਉਹ ਸੀਗੇ, ਜਿਹੜਾ ਇੰਸਪੈਕਟਰ ਸੀਗਾ ਉਹਨੇ ਵੀ ਉੱਥੇ ਡੈਮਨਿੰਗ ਰਿਪੋਰਟ ਲੈ ਕੇ ਆਂਦੀ ਸੀਗੀ। ਇਹਦਾ ਮਤਲਬ ਏਦਾਂ ਤਾਂ ਹੋ ਨਹੀਂ ਸਕਦਾ ਜੀ ਕੋਈ ਨਾ ਕੋਈ ਜਾਣਦਾ ਨਾ। ਉੱਥੇ ਨਾਮ ਦਿੱਤੇ ਹੋਏ ਆ, ਇੱਕ ਤਾਂ ਇੰਸਪੈਕਟਰ ਦਾ ਨਾਮ ਦਿੱਤਾ ਵਾ, ਦੋ ਜਗ੍ਹਾ ਤੇ ਵੌਇਸ ਫਿੱਟ ਕੀਤਾ ਹੋਇਆ ਵਾ ਇੱਥੇ। ਹਾਂਜੀ ਅੱਗੇ ਚੱਲਦੇ ਜੀ। ਹੁਣ ਆਪਾਂ ਕੀ ਕਿਹਾ ਜੀ ਇਹਨਾਂ ਨੇ ਅੱਗੇ? ਧਿਆਨ ਨਾਲ ਦੇਖਿਓ ਜੀ ਇਹਨੂੰ। 6 ਨੰਬਰ ਤੇ ਪਹੁੰਚ ਗਏ ਜੀ ਆਪਾਂ। 6 ਤੇ ਕੀ ਕਿਹਾ ਇਹਨਾਂ ਨੇ? ਕਹਿੰਦੇ ਕੋਲਿਨ ਜਿਹੜਾ ਸੀਗਾ ਉਹ ਡਿਸਸੈਟੀਸਫਾਈਡ ਸੀਗਾ ਜੀ।
ਡਿਸਸੈਟੀਸਫਾਈਡ ਕਿਹਦੇ ਨਾਲ ਸੀਗਾ ਜੀ ਉਹ ਵਿਦ ਦਾ ਟ੍ਰੀਟਮੈਂਟ ਆਫ ਐਨੀਮਲਸ। ਕਹਿੰਦੇ ਜਿਹੜਾ ਕੋਲਿਨ ਸੀਗਾ ਜੀ ਉਹ ਡਿਸਸੈਟੀਸਫਾਈ ਸੀਗਾ ਟ੍ਰੀਟਮੈਂਟ ਦੇ ਨਾਲ ਜੀ ਕਿੱਥੇ ਜਿਹੜਾ ਲੰਡਨ ਜੂ ਸੀਗਾ ਲੰਡਨ ਜੂ ਦੇ ਵਿੱਚ ਜਿਹੜੇ ਐਨੀਮਲਸ ਨੂੰ ਟ੍ਰੀਟ ਕੀਤਾ ਜਾਂਦਾ ਹੁੰਦਾ ਸੀ ਉਹ ਟ੍ਰੀਟਮੈਂਟ ਦੇ ਨਾਲ ਕੋਲਿਨ ਕੀ ਸੀਗਾ ਡਿਸਸੈਟੀਸਫਾਈ। ਹੁਣ ਮੈਨੂੰ ਆਹ ਤੁਹਾਡੇ ਸਾਹਮਣੇ ਨਾਮ ਪਿਆ ਜੀ ਕੋਲਿਨ ਤਾਂ ਮੈਨੂੰ ਧਿਆਨ ਨਾਲ ਪੜ੍ਹ ਕੇ ਦੱਸੋ ਵੀ ਕੀ ਕੋਲਿਨ ਡਿਸਸੈਟੀਸਫਾਈ ਸੀਗਾ ਜੀ ਕੀ ਕੋਲਿਨ ਡਿਸਸੈਟੀਸਫਾਈ ਸੀਗਾ। ਲੰਡਨ ਜੂ ਦੀ ਗੱਲ ਹੋਈ ਹੋਣੀ ਆ ਟ੍ਰੀਟਮੈਂਟ ਦੀ ਗੱਲ ਹੋਈ ਹੋਣੀ ਆ ਡਿਸਸੈਟੀਸਫੈਕਸ਼ਨ ਦਾ ਕੋਈ ਨਾ ਕੋਈ ਨਾਉਨ ਲਿਖਿਆ ਪਿਆ ਹੋਊਗਾ ਜੀ ਜਾਂ ਡਿਸਅਪੁਆਇੰਟਡ ਨੋਟ ਸੈਟ ਕੋਈ ਚੀਜ਼ ਤਾਂ ਲਿਖੀ ਹੋਊਗੀ। ਕਹਿੰਦੇ ਪਾਲਿਸੀ ਆਫ ਹਾਂਜੀ ਕੋਆਪਰੇਟਿੰਗ ਫੁਲੀ ਵਿਦ ਵਨ ਅਨਦਰ ਵਟ ਮਾਈਟ ਬੀ ਪੋਟੈਂਸ਼ੀਅਲ ਫॉर ਕੰਜ਼ਰਵੇਸ਼ਨ। ਕੋਲਿਨ ਜਿਹੜਾ ਸੀਗਾ ਜੀ ਕਹਿੰਦੇ ਓਕੇ ਜੀ ਕਹਿੰਦੇ ਆਰਗੂਮੈਂਟ ਕਰਦਾ ਵਾ ਕਿ ਕਹਿੰਦੇ ਜੇ ਕਹਿੰਦੇ the world's zoo worked together ਕਹਿੰਦਾ ਜੇ ਵਰਲਡ ਦੇ ਜਿਹੜੇ ਜੂਸ ਆ ਇਹ ਸਾਰੇ ਜਾਣੇ ਟੁਗੇਦਰ ਵਰਕ ਕਰਨਗੇ ਜੀ ਕਾਹਦੇ ਤੇ ਜੀ ਬਰੀਡਿੰਗ ਪ੍ਰੋਗਰਾਮ ਤੇ ਦੈਨ ਕਹਿੰਦੇ ਇਵਨ ਵਿਦਾਊਟ ਫਰਦਰ ਐਕਸਪੈਂਸ਼ਨ ਕਹਿੰਦੇ ਫਿਰ ਆਪਾਂ ਨੂੰ ਹੋਰ ਬਈ ਜਾਨੀ ਕਿ ਫੈਲਾ ਕਰਨਾ ਹੀ ਨਹੀਂ ਪੈਣਾ ਦੇ ਕੁਡ ਸੇਵ ਅਰਾਊਂਡ 2000 ਸਪੀਸੀਜ਼ ਨੂੰ ਬਚਾ ਸਕਦੇ ਹੋ ਕਹਿੰਦੇ। ਅੱਛਾ ਇਹ ਤਾਂ ਗੱਲਾਂ ਗਾਂ ਦੀਆਂ ਕਿਤੇ ਹੋਰ ਕਰਨ ਲੱਗ ਗਿਆ। ਇੱਥੋਂ ਇੱਕ ਲਾਈਨ ਪੜ੍ਹ ਲਓ ਲੰਡਨ ਜੂ when a member of council London Zoo had to persuade ਮੈਨੂੰ ਧਿਆਨ ਨਾਲ ਦੱਸੋ ਕਿ ਗੱਲਾਂ ਹੋਰ ਹੋ ਰਹੀਆਂ ਜਾਣਬੁੱਝ ਕੇ ਕੀਵਰਡ ਹੀ ਲਿਖੇ ਗਏ ਆ। ਤੁਸੀਂ ਦੱਸੋ ਕਿ ਲੰਡਨ ਜੂ ਦੇ ਨਾਲ ਇੱਥੇ ਕਿਤੇ ਲਿਖਿਆ ਵੀ ਜਿਹੜਾ ਕੋਲਿਨ ਸੀਗਾ ਉਹ ਲੰਡਨ ਜੂ ਦੇ ਨਾਲ ਡਿਸਸੈਟੀਸਫਾਈਡ ਸੀਗਾ ਕਿ ਉਹ ਵੈਸੇ ਸਾਰੇ ਜੂ ਦੇ ਬਾਰੇ ਗੱਲਾਂ ਕਰੀ ਜਾਂਦਾ ਵਾ ਕਿ ਜੇ ਸਾਰੇ ਜਾਣੇ ਰਲ ਕੇ ਕੰਮ ਕਰਨ ਤਾਂ ਬਿਹਤਰ ਆ ਵੀ ਉਹਨੇ ਕਿਤੇ ਸਪੈਸੀਫਿਕਲੀ ਕਿਹਾ ਹੋਵੇ ਕਿ ਜੀ ਲੰਡਨ ਜੂ ਦੇ ਵਿੱਚ ਜਿਹੜੇ ਜਾਨਵਰ ਹੈਗੇ ਉਹਨਾਂ ਨੂੰ ਟ੍ਰੀਟ ਸਹੀ ਤਰੀਕੇ ਨਾਲ ਨਹੀਂ ਕੀਤਾ ਜਾਂਦਾ ਏਦਾਂ ਦੀਆਂ ਗੱਲਾਂ ਕੀਤੀਆਂ ਨੋਟ ਗਿਵਨ ਨਾਟ ਗਿਵਨ Not ਸਰ given. ਗਿਵਨ ਆ ਜੀ ਨੋਟ ਗਿਵਨ ਹੋ ਗਿਆ ਬਿਲਕੁਲ ਕਿਉਂਕਿ ਦੇਖੋ ਕੋਲਿਨ ਨੇ ਗੱਲਾਂ ਜੂ ਦੇ ਬਾਰੇ ਜ਼ਰੂਰ ਕੀਤੀਆਂ ਜੀ ਕਿਉਂਕਿ ਉਹਨੇ ਕਰਨੀਆਂ ਹੀ ਆ ਉਹ ਤਾਂ ਬਟ ਉਸ ਯਾਨੀ ਕਿ ਸਪੈਸੀਫਿਕਲੀ ਲੰਡਨ ਜੂ ਨੂੰ ਥੋੜੀ ਟਾਰਗੇਟ ਕਰ ਰਿਹਾ ਵਾ ਉਹ ਤਾਂ ਦੁਨੀਆ ਭਰ ਦੇ ਜੂ ਦੇ ਬਾਰੇ ਗੱਲਾਂ ਕਰ ਰਿਹਾ ਬਸ ਕਿ ਜੇ ਸਾਰੇ ਜੂ ਰਲ ਮਿਲ ਕੇ ਕੰਮ ਕਰਨ ਤਾਂ ਕਹਿੰਦਾ 2000 ਸਪੀਸੀਜ਼ ਨੂੰ ਸੇਵ ਕੀਤਾ ਜਾ ਸਕਦਾ। ਅੱਗੇ ਦੇਖਿਓ ਜੀ the number of successful zoo conservation ਕਹਿੰਦਾ ਜਿਹੜਾ ਨੰਬਰ ਆ ਜੀ ਨੰਬਰ ਕਿਹਦਾ ਸਕਸੈਸਫੁਲ ਜੂ ਕੰਜ਼ਰਵੇਸ਼ਨ ਦਾ ਕਹਿੰਦੇ ਉਹ ਸੈਟੀਸਫੈਕਟਰੀ ਨਹੀਂ ਗਾ ਜੀ ਜਿਹੜਾ ਕਹਿੰਦੇ ਨੰਬਰ ਆ ਕਿੰਨਾ ਦਾ ਸਕਸੈਸਫੁਲ ਜੂ ਦਾ ਹਾਂਜੀ ਸਕਸੈਸਫੁਲ ਜੂ ਕੰਜ਼ਰਵੇਸ਼ਨ ਪ੍ਰੋਗਰਾਮਸ ਉਹ ਨੰਬਰ ਸੈਟੀਸਫੈਕਟਰੀ ਨਹੀਂ ਗਾ। ਸੈਟੀਸਫੈਕਟਰੀ ਦਾ ਮਤਲਬ ਕਿ ਉਹਦੇ ਤੋਂ ਸੈਟੀਸਫੈਕਸ਼ਨ ਜੀ ਨਹੀਂ ਮਿਲਦੀ ਤਾਂ ਮੈਨੂੰ ਪੜ੍ਹ ਕੇ ਦੱਸੋ ਜੀ ਇਹ ਕਿ ਇਹਦੀ ਕਿੱਥੇ ਗੱਲ ਕੀਤੀ ਹੈ ਬੈਕ ਹੀ ਚੱਲਦੇ ਆ। ਦਾ ਨੰਬਰ ਆਫ ਜਿਹੜਾ ਜੂ ਕੰਜ਼ਰਵੇਸ਼ਨ ਪ੍ਰੋਗਰਾਮਸ ਆ ਜੀ ਉਹ ਸੈਟੀਸਫੈਕਟਰੀ ਨਹੀਂ ਗਾ। ਪੜ੍ਹ ਕੇ ਦੱਸੋ ਜੀ ਮੈਨੂੰ। ਉਹ ਨੰਬਰ ਜਿਹੜਾ ਹੈ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਿੰਨੇ ਜੂ ਹੈਗੇ ਆ ਜਿਹੜੇ ਸਕਸੈਸਫੁਲ ਆ ਜੀ ਫਿਰ ਤੁਹਾਨੂੰ ਦੇਖਣਾ ਪੈਣਾ ਕਿ ਇਹ ਐਕਚੁਅਲ ਦੇ ਵਿੱਚ ਇਹਨਾਂ ਨੇ ਹੋਰ ਹੀ ਤਰੀਕੇ ਦੇ ਨਾਲ ਪਾਇਆ ਕਮਾ ਕੇ ਇਹ ਕੁਐਸਚਨ ਦੀ ਜੋ ਡਿਜ਼ਾਈਨਿੰਗ ਆ ਉਹ ਹੋਰ ਤਰੀਕੇ ਦੇ ਨਾਲ ਹੀ ਕੀਤੀ ਹੋਈ ਹੈ ਜੀ। ਅੱਗੇ ਲੈ ਕੇ ਚੱਲਦਾ ਜੇ ਅੱਗੇ ਤੁਹਾਨੂੰ ਕੁਝ ਮਿਲਦਾ ਤਾਂ ਕਈਆਂ ਬੱਚਿਆਂ ਨੂੰ ਆਨਸਰ ਇਹਦਾ ਵੈਸੇ ਹੀ ਮਿਲ ਗਿਆ ਹੋਣਾ ਜੀ। ਹਾਂਜੀ ਹਾਂਜੀ ਕੀ ਲੱਗ ਰਿਹਾ ਜੀ ਮਿਲਿਆ ਕਿਤੇ ਤੁਹਾਨੂੰ ਜੀ। ਨੋਟ ਗਿਵਨ ਸਰ ਸੈਟੀਸਫੈਕਟਰੀ ਜੇ ਮਿਲਿਆ ਨਹੀਂ ਕਹਿੰਦੇ ਜਿਹੜਾ ਨੰਬਰ ਆ ਜੀ ਸਕਸੈਸਫੁਲ ਜੂਸ ਦਾ ਉਹ ਕਹਿੰਦੇ ਸੈਟੀਸਫੈਕਟਰੀ ਜਾਨੀ ਗਾ ਜੀ
ਟੋਟਲ ਜੋ ਸਰ, ਕਿੰਨੇ ਸੀਗੇ 1000 ਜੀ। ਟੋਟਲ 10,000 10,000 ਤੇ ਉਹਨਾਂ ਦੇ ਵਿੱਚੋਂ ਜਿਨ੍ਹਾਂ ਕੋਲੇ ਕੁਆਲਿਟੀ ਆ ਤੇ ਉਹ ਕਿੰਨੇ ਮੰਨੇ ਜਾਂਦੇ ਆ 1000 1000 ਯਾਨੀ ਕਿ ਟੋਟਲ ਹੈਗੇ ਆ 10,000 ਤੇ ਜੋ ਸਕਸੈਸਫੁਲ ਕਿੰਨੇ ਮੰਨੇ ਜਾਂਦੇ ਆ ਕਮ ਸੇ ਕਮ 1000 ਮੰਨੇ ਜਾਂਦੇ ਆ ਤੇ ਉਹ 1000 ਦੇ ਵਿੱਚ ਵੀ ਕੀ ਹੈ ਧਿਆਨ ਨਾਲ ਦੇਖਿਓ ਹੁਣ ਨੀਚੇ ਵਾਲੀ ਲਾਈਨ ਦੇਖੋ ਜੀ ਇਹ ਐਕਚੁਅਲ ਦੇ ਵਿੱਚ ਸਭ ਤੋਂ ਟ੍ਰਿਕੀ ਜਿਹਾ ਸੀਗਾ ਕਹਿੰਦੇ ਜੇ ਆਪਾਂ ਮੰਨ ਲਈਏ ਕਿ ਜਿਹੜਾ 1000 ਕੋਰ ਯੂ ਹੈਗਾ ਕੋਰ ਦਾ ਮਤਲਬ ਮੇਨ ਜਿਹੜੇ ਕੰਮ ਦੇ ਆ ਕਹਿੰਦੇ ਉਹ ਸਾਰੇ ਕੀ ਹੈ ਜੀ ਹਾਈ ਸਟੈਂਡਰਡ ਕੰਪਲੀਟ ਵਿਦ ਸਟਾਫ ਆ ਜੀ ਉੱਥੇ ਟ੍ਰੇਨਡ ਤੇ ਡੈਡੀਕੇਟਡ ਕੀਪਰਸ ਹੈਗੇ ਆ ਜੀ ਕਹਿੰਦੇ ਫਿਰ ਵੀ ਉੱਥੇ ਇੱਕ ਪਾਲਿਸੀ ਜਿਹੜੀ ਕਹਿੰਦੇ ਹੈਗੇ ਆ ਹਾਂਜੀ ਕੋਆਪਰੇਟਿੰਗ ਫੁਲੀ ਵਿਦ ਵਨ ਅਦਰ ਓਕੇ ਮਾਈਟ ਬੀ ਦਾ ਪੋਟੈਂਸ਼ੀਅਲ ਕਹਿੰਦੇ ਉਹ ਇੱਥੇ ਹੋਰ ਵੀ ਜ਼ਿਆਦਾ ਕੰਮ ਕਰੂਗੀ ਜੀ ਇਹਦਾ ਮਤਲਬ ਦੇਖੋ ਟੋਟਲ ਹੈਗੇ ਆ 10,000 ਦੇ ਵਿੱਚੋਂ ਮੰਨੇ ਜਾਂਦੇ ਆ 1000 ਤੇ 1000 ਵੀ ਜਿਹੜੇ ਸਕਸੈਸਫੁਲ ਨੰਬਰ ਇਹਨਾਂ ਦਾ ਹੈਗਾ ਵਾ ਤੇ ਉਹਦੇ ਤੋਂ ਵੀ ਸੈਟੀਸਫੈਕਸ਼ਨ ਹੈਗੀ ਆ ਕਿ ਉਹਨੂੰ ਫਰਦਰ ਹਜੇ ਜਾਣੀ ਕਿ ਇਹ ਚਾਹੁੰਦੇ ਆ ਕਿ ਨਹੀਂ ਜੀ ਕੋਈ ਨਾ ਕੋਈ ਚੇਂਜਸ ਹੋਣ ਤਾਂ ਬਿਹਤਰ ਹੋ ਸਕਦਾ ਸੈਟੀਸਫਾਈ ਹੈ ਜੀ ਇਹ ਜਿਹੜੇ ਇਹਨਾਂ ਦੇ ਕੋਰ ਵਾਲੇ ਆ ਜੀ। ਕੀ ਲਾਵਾਂ ਜੀ ਇਹਦਾ ਕੀ ਲਾਵਾਂ ਜੀ ਇਹਦਾ ਟਰੂ ਲਾਵਾਂ ਜੀ ਬਿਲਕੁਲ ਲੱਗ ਗਿਆ ਪਤਾ ਹੀ ਸਾਰਿਆਂ ਨੂੰ ਕਹਿੰਦਾ ਯੈਸ ਆ ਗਿਆ ਜੀ ਇਹਦਾ ਯਾਨੀ ਕਿ ਉਹ ਨਹੀਂ ਸੈਟੀਸਫਾਈ ਹੈਗੇ ਜੀ ਧਿਆਨ ਨਾਲ ਦੇਖੋ ਟੋਟਲ ਕਿੰਨੇ ਆ 10,000 ਤੁਹਾਨੂੰ ਉੱਪਰ ਜਾ ਕੇ ਇੱਕ ਵਾਰੀ ਦੇਖਣਾ ਪੈਣਾ ਸੀ ਕਿਉਂਕਿ ਜਿਹੜੇ ਕੁਐਸਚਨ ਆ ਇਹਦੇ ਇੱਕ ਸਿੰਗਲ ਲਾਈਨ ਤੋਂ ਲੋਕੇਸ਼ਨ ਨਹੀਂ ਇਹ ਦੋਵਾਂ ਲਾਈਨਾਂ ਤੋਂ ਮਿਲਾ ਕੇ ਬਣਦਾ ਜੀ ਟੋਟਲ 10,000 ਸੀਗੇ ਤੇ ਸਹੀ ਕਿੰਨੇ ਆ 1000 ਆ ਤੇ 1000 ਤੋਂ ਵੀ ਉਹ ਸੈਟੀਸਫਾਈ ਨਹੀਂ ਹੈਗੇ ਉਹ ਹਲੇ ਵੀ ਕਹੀ ਜਾਂਦੇ ਵੀ ਮਾਈਟ ਇੱਥੇ ਕਹਿੰਦੇ ਜੇ ਕੋਆਪਰੇਸ਼ਨ ਹੋ ਜੇ ਇੱਕ ਦੂਜੇ ਨਾਲ ਤਾਂ ਕਹਿੰਦੇ ਜੀ ਇਦੋਂ ਵੀ ਬਿਹਤਰ ਪੋਟੈਂਸ਼ੀਅਲ ਹੋ ਸਕਦੀ ਆ ਇਹਦਾ ਮਤਲਬ ਕੀ ਆ ਦੇ ਆਰ ਨੋਟ ਸੈਟੀਸਫਾਈਡ ਵਿਦ ਦਾ ਸਕਸੈਸਫੁਲ ਯੂਜ਼ ਤੇ ਸਕਸੈਸਫੁਲ ਯੂ ਕਿੰਨੇ ਆ 1000 ਜਿਹੜੇ ਹੈਗੇ ਆ ਜੀ ਲੱਗਿਆ ਪਤਾ ਕੀ ਤੇਰੇ ਨੂੰ ਇਹ ਟ੍ਰਿਕੀ ਸੀਗਾ ਸਾਰਿਆਂ ਤੋਂ ਇੱਕ ਹਾਂਜੀ ਅੱਗੇ ਚੱਲਦੇ ਜੀ ਹੁਣ ਆਪਾਂ ਧਿਆਨ ਨਾਲ ਦੇਖੀਏ ਨੈਕਸਟ ਜੋ ਆਪਾਂ ਕਰਨਾ ਉਹ ਆਪਣਾ ਹੈਗਾ ਜੀ ਮਲਟੀਪਲ ਦੀ ਲੋਕੇਸ਼ਨ ਤੁਹਾਨੂੰ ਪਤਾ ਜੀ ਸਾਰਿਆਂ ਨੂੰ ਤੁਸੀਂ ਵੀ ਦੱਸਣਾ ਕਿ ਸਭ ਤੋਂ ਜ਼ਿਆਦਾ ਕਲੋਜ਼ ਕਿਹੜਾ ਹੋ ਸਕਦਾ ਜੀ ਠੀਕ ਹੈ ਜੀ ਇਹਨਾਂ ਨੇ ਕਹਿੰਦੇ ਵਟ ਵਰ ਦਾ ਆਬਜੈਕਟਿਵ ਇਹਦਾ ਮਤਲਬ ਹੁੰਦਾ ਕਿ ਆਬਜੈਕਟਿਵ ਦਾ ਮਤਲਬ ਗੋਲ ਜਿਹਨੂੰ ਆਪਾਂ ਕਹਿ ਦਿੰਦੇ ਆ ਟਾਰਗੇਟ ਜਿਹਨੂੰ ਆਪਾਂ ਕਹਿ ਦਿੰਦੇ ਆ ਜੀ ਤਾਂ ਕਹਿੰਦੇ ਜੀ ਆਬਜੈਕਟਿਵ ਕੀ ਸੀਗੇ ਹਾਂਜੀ ਕਿਹਦੇ ਜੀ ਜਿਹੜਾ ਨੀ ਕਿ WZCS ਡਾਕੂਮੈਂਟ ਆ ਚਲੋ ਜਾ ਕੇ ਦੇਖ ਕੇ ਆਉਂਦੇ ਆ ਇਹਦੀ ਲੋਕੇਸ਼ਨ ਕਿੱਥੋਂ ਸਟਾਰਟ ਹੋਈ ਜਿੱਥੇ ਆਪਾਂ ਨੂੰ ਇਹਦੀ ਲੋਕੇਸ਼ਨ ਪਹਿਲੀ ਵਾਰੀ ਮਿਲੀ ਸੀ ਆਪਾਂ ਉੱਥੋਂ ਲੱਭਣਾ ਸਟਾਰਟ ਕਰਨਾ ਜੀ ਆ ਲਓ ਜੀ ਤੇ ਜੇ ਤੁਹਾਨੂੰ ਪਤਾ ਹੋਵੇ ਤਾਂ ਇੱਥੇ ਗੱਲ ਹੋਈ ਜਾਂਦੀ ਹੈ ਜੀ ਡਾਕੂਮੈਂਟ ਆ ਰਹੀ ਹੈ ਜੀ ਤਾਂ ਮੈਨੂੰ ਪੜ੍ਹ ਕੇ ਦੱਸੋ ਕਿ ਜਿਹੜਾ WZCS ਦਾ ਡਾਕੂਮੈਂਟ ਆ ਇਹਦੇ ਜਿਹੜੇ ਮੇਨ ਆਬਜੈਕਟਿਵਸ ਆ ਉਹ ਕੀ ਸੀਗੇ ਇਹ ਲਾਈਨ ਪੜ੍ਹ ਕੇ ਮੈਨੂੰ ਦੱਸੋ ਜੀ ਸੈਕੰਡ ਫਲੋ ਜਿਹੜਾ ਹੈਗਾ ਕਹਿੰਦੇ ਰੀਜ਼ਨਿੰਗ ਆਫ ਦਾ ਕਹਿੰਦੇ ਜਿਹੜਾ ਦੂਸਰੀ ਗਲਤੀ ਲੱਗਦੀ ਆ ਫਲੋ ਜਾਨੀ ਜਿਹੜੀ ਦੂਸਰੀ ਗਲਤੀ ਆ ਰੀਜ਼ਨਿੰਗ ਦੇ ਵਿੱਚ ਜਿਹੜਾ WZCS ਡਾਕੂਮੈਂਟ ਆ ਕਹਿੰਦੇ ਉਹ ਕਿਹੜੀ ਹੈ ਜੀ ਨੇਵੀ ਫੇਥ ਇਟ ਪਲੇਸਸ ਇਨ ਇਟਸ ਓਕੇ 1000 ਕੋਰ ਕਹਿੰਦੇ ਜੀ ਕਈਆਂ ਨੂੰ ਤਾਂ ਇਦਾਂ ਲੱਗਦਾ ਹੋਊਗਾ ਵੀ ਜਿਹੜਾ ਇਹਨਾਂ ਦਾ ਕੈਲੀਬਰ ਆ ਉਹਨੂੰ ਬਹੁਤ ਧਿਆਨ ਨਾਲ ਦੇਖਿਆ ਗਿਆ ਹੋਊਗਾ ਬਈ ਜਿਹੜੀ ਇਹਦੀ ਇਨਵੈਸਟੀਗੇਸ਼ਨ ਬਹੁਤ ਧਿਆਨ ਨਾਲ ਕੀਤੀ ਗਈ ਬਟ ਕਹਿੰਦੇ ਜੀ ਲੱਗਦਾ ਕੀ ਹੈ ਜੀ ਜਿਹੜਾ ਕ੍ਰਾਈਟੀਰੀਅਨ ਹੈਗਾ ਜੀ ਕਹਿੰਦੇ ਇਹਦਾ ਸਿਲੈਕਟਡ ਲਿਸਟ ਮਾਈਟ ਮੇਅਰਲੀ ਦੈਟ ਸਿਰਫ ਕੀ ਸੀਗਾ ਜੂ ਕਹਿੰਦੇ ਜੂ ਇੱਕ ਮੈਂਬਰ ਆ ਕਿਹਦਾ ਜੀ ਜੂ ਫੈਡਰੇਸ਼ਨ ਦਾ ਕਹਿੰਦੇ ਜੀ ਕਈਆਂ ਲੋਕਾਂ ਨੂੰ ਤਾਂ ਲੱਗਦਾ ਹੋਊਗਾ ਵੀ ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਵਗੈਰਾ ਕੀਤੀ ਉਹ ਬਹੁਤ ਧਿਆਨ ਨਾਲ ਕੀਤੀ ਆ ਬਟ ਕਹਿੰਦੇ ਇਦਾਂ ਦਾ ਕੁਝ ਨਹੀਂਗਾ ਜਿਹੜਾ ਕ੍ਰਾਈਟੀਰੀਅਨ ਸੀਗਾ ਜਿਹੜਾ ਕ੍ਰਾਈਟੀਰੀਆ ਸੀ ਮੇਨ ਉਹ ਕੀ ਸੀਗਾ ਜੀ ਕਹਿੰਦੇ ਸ਼ਾਇਦ ਕਿ ਜੂ ਇੱਕ ਯਾਨੀ ਕਿ ਮੈਂਬਰ ਆ ਕਿਹਦਾ ਜੂ ਫੈਡਰੇਸ਼ਨ ਦਾ ਦਿਸ ਮਾਈਟ ਬੀ ਅ ਗੁੱਡ ਸਟਾਰਟਿੰਗ ਪੁਆਇੰਟ ਕਹਿੰਦੇ ਜੀ ਇੱਕ ਸਟਾਰਟਿੰਗ ਪੁਆਇੰਟ ਵਧੀਆ ਹੋ ਸਕਦਾ ਵਾ ਵਰਕਿੰਗ ਔਨ ਦਾ ਪ੍ਰੀਮਾਈਸ ਦੈਟ ਮੈਂਬਰ ਮਸਟ ਮੀਟ ਸਰਟਨ ਸਟੈਂਡਰਡ ਕਹਿੰਦੇ ਕੁਝ ਯਾਨੀ ਕਿ ਪ੍ਰੀਮਾਈਸ ਤੇ ਵਰਕ ਕਰਨਾ ਪੈਣਾ ਵਾ ਕਿ ਮੈਂਬਰ ਆ ਜਿਹੜੇ ਉਹਨਾਂ ਨੂੰ ਕੁਝ ਇੱਕ ਜਿਹੜੇ ਸਟੈਂਡਰਡਸ ਆ ਉਹਨਾਂ ਨੂੰ ਪੂਰਾ ਕਰਨਾ ਪੈਣਾ ਜੀ ਬਟ ਕਹਿੰਦੇ ਜਿਹੜਾ ਫੈਕਟ ਆ ਉਹ ਥਿਊਰੀ ਨੂੰ ਸਪੋਰਟ ਨਹੀਂ ਕਰਦਾ ਹਾਂਜੀ ਦੇਖੋ ਜੀ ਇੰਨਾ ਪੜ੍ਹ ਕੇ ਮੈਨੂੰ ਇੱਕ ਵਾਰੀ ਉਧਰ ਜਾ ਕੇ ਦੱਸੋ ਕਿ ਕੀ ਤੁਹਾਨੂੰ ਕੁਝ ਨਾ ਕੁਝ ਲੱਗ ਰਿਹਾ ਜੀ ਹਾਂਜੀ ਜੀ
ਮੈਨੂੰ ਪੜ੍ਹ ਕੇ ਦੱਸੋ ਜੀ ਵੀ ਕੀ ਤੁਹਾਨੂੰ ਕੋਈ ਨਾ ਕੋਈ ਲੱਗ ਰਿਹਾ ਜੀ। ਇਹਦਾ ਮੇਨ ਟਾਰਗੇਟ ਕੀ ਸੀਗੇ? ਅੱਛਾ, ਦਾ ਟਾਰਗੇਟ ਸੀਗਾ ਕਿ ਵਰਲਡ ਵਾਈਡ ਯੂਜ਼ ਦਾ ਜਿਹੜਾ ਕੈਲੀਬਰ ਆ ਉਹਨੂੰ ਬਿਹਤਰ ਬਣਾਉਣਾ, ਕਿ ਇਹਦਾ ਜਿਹੜਾ ਆਬਜੈਕਟਿਵ ਸੀਗਾ ਉਹ ਸੀਗਾ ਜੀ ਆਇਡੈਂਟੀਫਾਈ ਕਰਨਾ, ਲੱਭਣਾ ਯੂਜ਼ ਸੁਟੇਬਲ ਫॉर ਕੰਜ਼ਰਵੇਸ਼ਨ ਪ੍ਰੈਕਟਿਸ, ਜਾਂ ਇਹਦਾ ਟਾਰਗੇਟ ਸੀਗਾ ਜੀ ਪ੍ਰੋਵਾਈਡ ਫੰਡ, ਜਾਂ ਇਹਦਾ ਟਾਰਗੇਟ ਸੀਗਾ ਟੂ ਲਿਸਟ ਬਣਾਉਣੀ ਕਿਹਦੀ, ਜਿਹੜੀਆਂ ਸਪੀਸੀਜ਼ ਖਤਰੇ ਦੇ ਵਿੱਚ ਹੈ ਜੀ। ਕੀ ਲੱਗਦਾ ਜੀ ਤੁਹਾਨੂੰ ਸਭ ਤੋਂ ਜ਼ਿਆਦਾ ਕਲੋਜ਼ ਕੀ ਹੋ ਸਕਦਾ ਜੀ? ਕਿ ਤੁਹਾਨੂੰ ਇੱਕ ਵਾਰੀ ਫਿਰ ਉਧਰ ਪੜਨ ਦੀ ਜ਼ਰੂਰਤ ਪਊਗੀ। ਬੀ ਲੱਗ ਰਿਹਾ B sir. ਜੀ ਇਹ ਕਿਹੜਾ ਲੱਗਦਾ ਜੀ? B. B. ਬੀ B ਨੰਬਰ ਲੱਗ ਰਿਹਾ। ਤੇ ਇੱਕ ਵਾਰੀ ਜਾ ਕੇ ਉਧਰ ਧਿਆਨ ਨਾਲ ਦੇਖਿਓ ਜੀ, ਇੱਕ ਵਾਰੀ ਫਿਰ ਥੋੜਾ ਜਿਹਾ ਆਪਾਂ ਉਧਰ ਚੱਲਦੇ ਹਾਂ ਤਾਂ ਕਿ ਉਹ ਆਪਣਾ ਫਾਈਨਲ ਹੋ ਜਾਵੇ ਇੱਕ ਵਾਰੀ ਕਿ ਕਿਹੜਾ ਵਾ। ਹਾਂਜੀ, ਤੇ ਕੀ ਕਹਿੰਦੇ ਜੀ ਇਹਦੇ ਵਿੱਚ ਧਿਆਨ ਨਾਲ ਦੇਖੋ। ਇਹਦਾ ਜਿਹੜਾ ਡਾਕੂਮੈਂਟ ਹੈ ਜੀ, ਓਕੇ, ਕਹਿੰਦਾ ਕਿਸੇ ਨੂੰ ਲੱਗਦਾ ਹੋਣਾ ਵਾ ਕਿ ਜਿਹੜਾ ਉਹਨਾਂ ਦਾ ਕੈਲੀਬਰ ਸੀਗਾ ਉਹਨਾਂ ਨੂੰ ਬਹੁਤ ਧਿਆਨ ਨਾਲ ਐਗਜ਼ਾਮਿਨ ਕੀਤਾ ਗਿਆ, ਬਟ ਨਹੀਂ ਜੀ। ਕ੍ਰਾਈਟੇਰੀਆ ਕਹਿੰਦੇ ਸੀਗਾ ਸਰ ਏਦਾਂ ਹੀ ਮੰਨਦਾ ਸੀਗਾ ਵੀ ਜੂ ਇੱਕ ਮੈਂਬਰ ਹੁੰਦਾ ਵਾ ਕਿਹਦਾ, ਜੂ ਫੈਡਰੇਸ਼ਨ ਦਾ। ਚਲੋ ਕਹਿੰਦੇ ਇੱਕ ਵਧੀਆ ਪੁਆਇੰਟ ਜ਼ਰੂਰ ਹੋ ਸਕਦਾ ਜੀ, ਵਰਕਿੰਗ ਔਨ ਦਾ ਪ੍ਰੈਮਿਸ ਦੈਟ ਮੈਂਬਰਸ ਮਸਟ ਮੀਟ ਸਰਟਨ ਸਟੈਂਡਰਡ। ਕਾਤੇ ਕੰਮ ਕਰਨਾ ਕਹਿੰਦੇ ਜੀ ਕਿ ਮੈਂਬਰਸ ਮਸਟ ਸਟੈਂਡਰਡਸ ਨੂੰ ਮੀਟ ਕਰਨ ਕਿਸੇ ਨਾ ਕਿਸੇ ਤਰ੍ਹਾਂ ਦੇ ਨੂੰ। ਓਕੇ, ਤਾਂ ਮੈਨੂੰ ਦੱਸੋ ਜੀ ਸਭ ਤੋਂ ਕਲੋਜ਼ ਕੀ ਹੋ ਸਕਦਾ ਜੀ, ਸਭ ਤੋਂ ਜ਼ਿਆਦਾ ਕਲੋਜ਼? ਹਾਂਜੀ, ਇਹ ਜਿਹੜੀਆਂ ਇਨਵੈਸਟੀਗੇਸ਼ਨਾਂ ਵਗੈਰਾ ਕਰੀ ਜਾਂਦੇ ਸੀਗੇ ਜੂ ਵਗੈਰਾ ਵਿੱਚ ਜਾ ਕੇ, ਇਹਨਾਂ ਦਾ ਅੱਛਾ ਮੇਨ ਟਾਰਗੇਟ ਕੀ ਸੀਗਾ ਜੀ? ਕਿ ਉਹਨਾਂ ਦੇ ਕੈਲੀਬਰ ਨੂੰ ਇੰਪਰੂਵ ਕਰਨਾ ਵਰਲਡ ਵਾਈਡ ਜੂ ਨੂੰ, ਕਿ ਜੂ ਨੂੰ ਲੱਭਣਾ ਜਿਹੜੇ ਸੁਟੇਬਲ ਹੈਗੇ ਆ ਜੀ ਕੰਜ਼ਰਵੇਸ਼ਨ ਪ੍ਰੈਕਟਿਸ। ਇਹਨਾਂ ਦੋਨਾਂ ਦੇ ਵਿੱਚੋਂ ਕਿਹੜਾ ਲੱਗ ਰਿਹਾ? ਕਲੋਜ਼ ਬੀ ਲੱਗ ਰਿਹਾ ਜੀ। B sir. B sir. B, B. ਬਿਲਕੁਲ ਜੀ, ਬੀ ਨੰਬਰ ਲੱਗ ਵਾਲਾ ਰਿਹਾ ਜੀ। ਦੇਖੋ ਕਿਉਂਕਿ word wise ਦੀ ਗੱਲ ਨਹੀਂ ਕਰਨਾ, ਮੈਂ ਸਟੈਂਡਰਡ ਦੀ ਗੱਲ ਕਰੀਏ ਜੀ ਮੀਟ ਕਰਨ ਨੂੰ। ਤੇ ਨਾਲੇ ਉਹਨਾਂ ਨੇ ਸਟੈਂਡਰਡ ਦੀ ਗੱਲ ਕੀਤੀ ਆ ਵੀ ਕਿਹੜਾ ਜੂ ਮੀਟ ਸੁਟੇਬਲ ਦਾ ਆ। ਮਤਲਬ ਸੂਟੇਬਲ ਹੋ ਗਿਆ ਜੀ। ਬਿਲਕੁਲ ਜੀ, ਸੁਟੇਬਲ ਦਾ ਮਤਲਬ ਮੀਟ ਦਾ ਸਟੈਂਡਰਡ ਜੀ, ਮੀਟ ਦਾ ਸਟੈਂਡਰਡ ਜੀ। ਤੇ ਆਇਡੈਂਟੀਫਾਈ ਦਾ ਮਤਲਬ ਲੱਭਣਾ ਜੀ, ਫਾਈਂਡ ਕਰਨਾ ਜੀ। ਕਲੀਅਰ ਹੈ ਜੀ ਸਾਰਿਆਂ ਨੂੰ? ਤਾਂ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਕਲੋਜ਼ ਸੀਗਾ ਉਹ ਆਪਣਾ ਬੀ ਨੰਬਰ ਵਾਲਾ ਸੀਗਾ ਜੀ। ਇੱਕ ਵਾਰੀ ਅੱਗੇ ਚੱਲਦੇ, ਮਲਟੀਪਲ ਥੋੜੇ ਜਿਹੇ ਯੈਸ ਨੋ ਨੋਟ ਗਿਵਨ ਦੇ ਨਾਲੋਂ ਥੋੜੇ ਟ੍ਰਿਕੀ ਹੋ ਸਕਦਾ, ਇਹਦੇ ਚ ਇੱਕ ਅੱਧਾ ਧਿਆਨ ਨਾਲ ਦੇਖੀ। ਕਹਿੰਦੇ ਹਾਂਜੀ, ਕਹਿੰਦੇ ਵਾਈ ਡਸ ਦਾ ਰਾਈਟਰ ਰੈਫਰ ਟੂ ਰੋਬਿਨ ਹਿਲ ਪਾਰਕ। ਕਹਿੰਦੇ ਜਿਹੜਾ ਰਾਈਟਰ ਹੈਗਾ ਵਾ ਉਹ ਕਹਿੰਦੇ ਜਿਹੜਾ ਰੋਬਿਨ ਹਿਲ ਐਡਵੈਂਚਰ ਪਾਰਕ ਹੈ ਇਹਦੀ ਤਰਫ ਕਾਹਤੋਂ ਰੈਫਰੈਂਸ ਦਿੰਦਾ ਵਾ, ਬਈ ਇਹਦੇ ਜਰੀਏ ਉਹ ਕੀ ਸ਼ੋ ਕਰਨਾ ਚਾਹੁੰਦਾ ਵਾ। ਚਲੋ ਜਾ ਕੇ ਦੇਖਦੇ ਹਾਂ ਜੀ। ਤੁਸੀਂ ਜਾ ਕੇ ਯਾਨੀ ਕਿ ਮਕਸਦ ਫਾਈਂਡ ਆਊਟ ਕਰਨਾ ਕਿ ਰੋਬਿਨ ਹਿਲ ਵਾਲੀ ਚੀਜ਼ ਕਾਹਤੋਂ ਲਿਆਂਦੀ ਗਈ ਜੀ ਇੱਥੇ ਰੀਡਿੰਗ ਦੇ ਵਿੱਚ, ਕੀ ਮਕਸਦ ਸੀਗਾ ਹੁੰਦਾ। ਆ ਲਓ ਜੀ ਤੁਹਾਡੇ ਸਾਹਮਣੇ ਪੇਜ ਦੀ ਲੋਕੇਸ਼ਨ। ਹਾਂਜੀ ਹਾਂਜੀ, ਤਾਂ ਆ ਤੁਹਾਡੀ ਲੋਕੇਸ਼ਨ ਹੈ ਜੀ, ਰੋਬਿਨ ਹਿਲ। ਤਾਂ ਮੈਨੂੰ ਪੜ੍ਹ ਕੇ ਦੱਸੋ ਕਿ ਇਹਦਾ ਆਨਸਰ ਸਹੀ ਕੀ ਹੋ ਸਕਦਾ ਜੀ? ਇਹਦੀ ਤਰਫ ਰੈਫਰੈਂਸ ਕਿਉਂ ਦਿੱਤੀ ਜਾ ਰਹੀ ਹੈ ਜੀ? ਹਾਂਜੀ, ਇਹਦੀ ਤਰਫ ਰੈਫਰੈਂਸ ਕਿਉਂ ਦਿੱਤੀ ਜਾ ਰਹੀ ਹੈ? ਕਹਿੰਦੇ ਕਿ these ਇਨਕਲੂਡ, ਇਹਦੇ ਵਿੱਚ ਸ਼ਾਮਿਲ ਰੋਬਿਨ ਹਿਲ ਵੀ ਹੈ ਜੀ, ਕਹਿੰਦੇ ਜੋ ਕਿ ਜਾਨੀ ਕਿ ਨੋਟਰੀਅਸ ਕਲੈਕਸ਼ਨ ਦੇ ਲਈ ਮੰਨਿਆ ਜਾਂਦਾ ਹੁੰਦਾ ਸੀਗਾ। ਫਾਈਨਲੀ ਕਹਿੰਦੇ ਜੀ ਇਹਨੂੰ ਕੀ ਹੋਣਾ ਪਿਆ? ਕਲੋਜ਼ ਹੋਣਾ ਪਿਆ। ਕਲੋਜ਼ ਕੀਤਾ ਵੀ ਕਿਨੇ? ਕਿਉਂਕਿ ਇੱਕ ਵੈਟਨਰੀ ਦਾ ਐਕਸਪੈਕਟਰ ਸੀਗਾ ਜਿਹਨੇ ਇੱਕ ਡੈਮਨਿੰਗ ਰਿਪੋਰਟ ਦਿੱਤੀ ਸੀਗੀ। ਤੇ ਕਹਿੰਦੇ ਜੀ ਇਹ ਹਮੇਸ਼ਾ ਕਹਿੰਦੇ ਕਲੈਕਸ਼ਨ ਆਫ ਡੂਬੀਅਸ, ਸ਼ੱਕ ਜਿਹਦੇ ਮਾਮਲੇ ਚ ਰਿਹਾ ਵਾ। ਓਕੇ, ਰਿਫਲੈਕਟ ਅਪਨ ਦਾ ਸਟੈਂਡਰਡ that the Jew Federation set when granting membership। ਸਿਚੁਏਸ਼ਨ ਕਹਿੰਦੇ ਹੋਰ ਵੀ ਵਾਰਸ ਆ ਜੀ ਕਿਹਨਾਂ ਦੇ ਵਿੱਚ,
ਡਿਵੈਲਪਿੰਗ ਕੰਟਰੀਆਂ ਦੇ ਵਿੱਚ, ਜਿੱਥੇ ਲਿਟਲ ਮਨੀ ਹੋਈਆਂ ਸਿਰਫ ਫॉर ਰੀਡਿਵੈਲਪਮੈਂਟ। ਤੇ ਕਹਿੰਦੇ ਜੀ ਇਹ ਹਾਰਡ ਆ ਬਹੁਤ। ਕੀ ਹਾਰਡ ਆ ਜੀ? ਟੂ ਸੀ ਏ ਵੇ, ਇੱਕ ਰਸਤਾ ਲੱਭਣਾ ਬਹੁਤ ਹਾਰਡ ਆ। ਰਸਤਾ ਕਰ ਲੱਭਣਾ? ਜਿਹੜੀਆਂ ਇਨਕੋਪਰੇਟਿੰਗ ਕਲੈਕਸ਼ਨਸ ਆ। ਹਾਂਜੀ ਚਲੋ ਜਾ ਕੇ ਦੇਖਦੇ ਜੀ ਆਪਾਂ, ਕੋਈ ਨਾ ਕੋਈ ਮੈਚ ਹੋਇਆ ਹੋਵੇ ਇਹਦੇ ਨਾਲ। ਹਾਂਜੀ ਤਾਂ ਪਹਿਲੇ ਚ ਕਹਿੰਦੇ ਜੀ ਰਾਈਟਰ ਉਹਦੀ ਤਰਫ ਰੈਫਰੈਂਸ ਤਾਂ ਦਿੰਦਾ ਕਿਉਂਕਿ ਰਾਈਟਰ ਸਪੋਰਟ ਕਰਨਾ ਚਾਹੁੰਦਾ ਵਾ ਜੀ ਕਿਹਨੂੰ? ਜਿਹੜੀ ਲੋਕਲ ਕਾਉਂਸਲ ਆ ਵਾਲੀ ਹੈਗੀ ਹੈ ਜੀ, ਲੋਕਲ ਕਾਉਂਸਲ। ਅੱਛਾ ਰਾਈਟਰ ਕਹਿੰਦੇ ਇਹਦੀ ਤਰਫ ਰੈਫਰੈਂਸ ਤਾਂ ਦਿੰਦਾ ਵਾ ਕਿਉਂਕਿ ਇਹਨੂੰ ਕ੍ਰਿਟੀਸਾਈਜ਼ ਕਰਨਾ ਚਾਹੁੰਦਾ ਵਾ। ਜਿਹੜਾ 1981 ਵਾਲਾ ਯੂਥ ਦਾ ਲਾਇਸੈਂਸ ਐਕਟ ਸੀਗਾ ਜੀ, ਉਹਦੇ ਜਰੀਏ। ਅੱਛਾ ਕ੍ਰਿਟੀਸਾਈਜ਼ ਕਿਹੜੀ ਚੀਜ਼ ਨੂੰ ਕਰਨਾ ਚਾਹੁੰਦਾ ਸੀਗਾ? ਜਿਹੜਾ ਲਾਇਸੈਂਸ ਵਾਲਾ ਖੁਦ ਐਕਟ ਹੈਗਾ, ਰੂਲ ਨੂੰ ਕ੍ਰਿਟੀਸਾਈਜ਼ ਕਰਨਾ ਚਾਹੁੰਦਾ ਜੀ। ਚੈਨਲ ਦੇਖਿਓ, ਟੂ ਕ੍ਰਿਟੀਸਾਈਜ਼ ਦਾ, ਆ ਸਾਰੀ ਚੀਜ਼ ਨੂੰ ਕ੍ਰਿਟੀਸਾਈਜ਼। ਸੀ ਦੇ ਵਿੱਚ ਕਹਿੰਦਾ ਜੀ ਇਹਦੀ ਤਰਫ ਉਹਨੇ ਇਸ਼ਾਰਾ ਤਾਂ ਕੀਤਾ ਕਿਉਂਕਿ ਉਹਨੇ ਸ਼ੋਅ ਕਰਨਾ ਸੀਗਾ ਵੀਕਨੈਸ ਜਿਹੜੀ ਹੈਗੀ ਆ। ਵੀਕਨੈਸ ਕਿਹਦੀ? WZCS ਦੇ ਡਾਕੂਮੈਂਟ। ਅੱਛਾ ਧਿਆਨ ਨਾਲ ਜਾ ਕੇ ਦੇਖੀਏ ਤਾਂ ਉੱਥੇ ਇੱਕ ਚੀਜ਼ ਦੇਖਿਓ ਜੀ, ਇੱਥੇ ਇਹਨਾਂ ਨੇ ਇਹਦੀ ਸਟਾਰਟਿੰਗ ਦੇ ਵਿੱਚ ਇੱਕ ਪ੍ਰੋਨਾਊਨ ਲਿਖਿਆ ਸੀਗਾ ਥੀਸ ਇਨਕਲੂਡ। ਕਹਿੰਦੇ ਇਹਦੇ ਵਿੱਚ ਸ਼ਾਮਿਲ ਕੀ ਆ? ਰੋਬਿਨ ਹਿੱਲ ਪਾਰਕ। ਅੱਛਾ ਰੋਬਿਨ ਹਿੱਲ ਪਾਰਕ ਦਾ ਮਤਲਬ ਸ਼ਾਮਿਲ ਕਿਹਦੇ ਵਿੱਚ ਆ? ਇਹ ਗੱਲ ਕਰ ਰਹੇ ਆ ਜੀ ਡਾਕੂਮੈਂਟਸ ਦੀ। ਧਿਆਨ ਨਾਲ ਦੇਖਿਓ, WZCS ਦੇ ਡਾਕੂਮੈਂਟਸ ਆਏ ਜਿਨ੍ਹਾਂ ਦੇ ਵਿੱਚ ਚੀਜ਼ਾਂ ਸਾਰੀਆਂ ਲਿਖੀਆਂ ਹੋਈਆਂ ਵਾ, ਤੇ ਉਹਦੇ ਵਿੱਚ ਇੱਕ ਚੀਜ਼ ਹੋਰ ਸ਼ਾਮਿਲ ਆ। ਹੋਰ ਕਿਹੜੀ ਆ ਜੀ? ਰੋਬਿਨ ਹਿੱਲ ਵਾਲਾ ਪਾਰਕ। ਤਾਂ ਕਰਕੇ ਜਦ ਇਹਨਾਂ ਨੇ ਸੀ ਵਾਲੀ ਆਪਸ਼ਨ ਜਿਹੜੀ ਹੈਗੀ ਆ ਉਹਦੇ ਵਿੱਚ ਕੀ ਕਿਹਾ ਜੀ? ਕਹਿੰਦੀ ਰਾਈਟਰ ਸ਼ੋਅ ਕਰਨਾ ਚਾਹੁੰਦਾ ਵਾ ਵੀਕਨੈਸ। ਵੀਕਨੈਸ ਕਿਹਦੇ ਵਿੱਚ? ਜਿਹੜੀ WZCS ਡਾਕੂਮੈਂਟ ਦੇ ਵਿੱਚ ਹੈਗੀ ਹੈ। ਵੀਕਨੈਸ ਦਾ ਮਤਲਬ ਜਿਹੜਾ ਨੈਗੇਟਿਵ ਪੁਆਇੰਟ ਆ ਉਹਦਾ। ਅਗਲੇ ਚ ਕਿਹਾ ਜੀ ਕਿਉਂਕਿ ਰਾਈਟਰ ਕਹਿੰਦੇ ਐਗਜ਼ਾਮਪਲ ਦੇਣਾ ਚਾਹੁੰਦਾ ਵਾ। ਕਾਦੀ ਜੀ? ਦਾ ਸਟੈਂਡਰਡ ਇਨ, ਜਿਹੜੇ ਯੂਜ਼ ਦੇ ਵਿੱਚ ਸਟੈਂਡਰਡ ਹੁੰਦੇ। ਤਾਂ ਮੈਨੂੰ ਦੱਸੋ ਜੀ ਸਭ ਤੋਂ ਜ਼ਿਆਦਾ ਕਲੋਜ਼ ਡੀ ਵਾਲਾ ਤਾਂ ਮੈਨੂੰ ਲੱਗਦਾ ਨਹੀਂਗਾ। ਪਹਿਲੇ ਤਿੰਨਾਂ ਦੇ ਵਿੱਚੋਂ ਮੈਨੂੰ ਦੱਸੋ ਕਿ ਤੁਹਾਨੂੰ ਕੀ ਲੱਗ ਰਿਹਾ ਕਿ ਵੇਟੇਜ ਕਿਹਨੂੰ ਜ਼ਿਆਦਾ ਜਾ ਰਹੀ ਹੈ? ਰਾਈਟਰ ਹਿੱਲ ਵਾਲੀ ਚੀਜ਼, ਹਿੱਲ ਰੋਬਿਨ ਕਾਹਤੋਂ ਲੈ ਕੇ ਆਇਆ ਰੀਡਿੰਗ ਦੇ ਵਿੱਚ? ਸੀ ਹੈ ਜੀ। ਸਹੀ ਆ ਸਰ। ਲੱਗ ਕਿਹੜੇ ਰਿਹਾ। ਨੰਬਰ ਵਾਲੀ ਜੀ? ਸੀ ਨੰਬਰ ਵਾਲੀ। ਧਿਆਨ ਨਾਲ ਦੇਖੋ, ਦੇਖੋ ਇੱਕ ਵੀਕਨੈਸ ਨਹੀਂ ਹੈਗੀ ਉਹਦੇ ਵਿੱਚ। ਜਾਨਵਰਾਂ ਨੂੰ ਹਾਂ। ਹੋਰ ਤਰੀਕੇ ਨਾਲ ਟ੍ਰੀਟ ਕੀਤਾ ਜਾਂਦਾ, ਉਹਨੂੰ ਬੰਦ ਹੋਣਾ ਪਿਆ, ਕਲੋਜ਼ ਹੋਣਾ ਪਿਆ ਉਹਨੂੰ। ਤਾਂ ਦੇਖੋ ਵੀਕਨੈਸ ਸੀਗੀ। ਦੇਖੋ ਨਾ ਹੀ ਤਾਂ ਲੋਕਲ ਕਮਿਊਨਿਟੀ ਨੂੰ ਸਪੋਰਟ ਕਰ ਰਿਹਾ ਵਾ ਕਿਤੇ ਵੀ ਰਾਈਟਰ ਇਹਦੇ ਜਰੀਏ, ਤੇ ਨਾ ਹੀ ਕ੍ਰਿਟੀਸਾਈਜ਼ ਕਰ ਰਿਹਾ ਜਿਹੜਾ ਲਾਇਸੈਂਸ ਦਾ ਰੂਲ ਆ। ਲਾਇਸੈਂਸ ਦੇ ਰੂਲ ਨੂੰ ਵੀ ਕ੍ਰਿਟੀਸਾਈਜ਼ ਨਹੀਂ ਕੀਤਾ ਜਾ ਰਿਹਾ ਕਿਤੇ ਵੀ, ਕਿਉਂਕਿ ਦੇਖੋ ਲਾਇਸੈਂਸ ਦਾ ਰੂਲ ਤਾਂ ਹੋਊਗਾ ਹੀ ਨਾ। ਹੁਣ ਰੂਲ ਤਾਂ ਹੈਗਾ ਹੀ ਉਹ ਚੀਜ਼। ਸਾਰੇ ਜੂ ਉਹਨੂੰ ਮੀਟ ਕਰਦੇ ਆ ਹੁੰਦੀਆਂ, ਜੋ ਵੀ ਪ੍ਰੋਪਰਟੀਜ਼ ਹੈਗੀਆਂ ਹੁੰਦੀਆਂ। ਤਾਂ ਆਪਣਾ ਸਭ ਤੋਂ ਕਲੋਜ਼ ਆ ਗਿਆ ਜੀ ਸੀ। ਹਾਂਜੀ ਨੈਕਸਟ ਚੱਲਦੇ ਜੀ, ਧਿਆਨ ਨਾਲ ਦੇਖਿਓ ਨੈਕਸਟ ਵਿੱਚ ਕੀ ਕਿਹਾ ਜੀ। ਨੈਕਸਟ ਇਹਨਾਂ ਨੇ ਆਪਾਂ ਨੂੰ ਕਿਹਾ ਜੀ ਵਟ ਵਰਡ ਬੈਸਟ ਡਿਸਕ੍ਰਾਈਬ। ਕਿਹੜਾ ਵਰਡ, ਜਾਨੀ ਕਿ ਨੀਚੇ ਦਿੱਤੇ ਹੋਏ ਵਰਡਸ ਦੀ ਗੱਲ ਕਰ ਰਹੇ ਆ। ਕਹਿੰਦੇ ਜੀ ਇਹਨਾਂ ਦੇ ਵਿੱਚੋਂ ਕਿਹੜਾ ਵਰਡ ਆ ਜਿਹੜਾ ਬੈਸਟ ਡਿਸਕ੍ਰਾਈਬ ਕਰੂਗਾ ਕਿਹਨੂੰ? ਰਾਈਟਰਸ ਰਿਸਪੌਂਸ ਨੂੰ। ਰਾਈਟਰ ਦਾ ਰਿਸਪੌਂਸ ਆ। ਰਾਈਟਰ ਨੇ ਰਿਸਪੌਂਸ ਦੇ ਵਿੱਚ ਕੋਈ ਨਾ ਕੋਈ ਗੱਲ ਕਹੀ ਹੋਣੀ। ਕਹਿੰਦੇ ਉਹ ਜਿਹੜੀ ਗੱਲ ਕਹੀ ਉਹਨੂੰ ਕਿਹੜਾ ਵਰਡ ਬੈਸਟ ਤਰੀਕੇ ਨਾਲ ਡਿਸਕ੍ਰਾਈਬ ਕਰੂਗਾ। ਅੱਛਾ ਗੱਲ ਕਿਹਦੇ ਵਿਰੁੱਧ ਵਗੈਰਾ ਕਹੀ ਉਹਨੇ? ਟੂ ਕੋਲਿਨਸ ਪ੍ਰੈਡਿਕਸ਼ਨ। ਕੋਲਿਨ ਦੀ ਪ੍ਰੈਡਿਕਸ਼ਨ ਦੇ ਮਾਮਲੇ ਦੇ ਵਿੱਚ ਰਾਈਟਰ ਨੇ ਕੋਈ ਗੱਲ ਕਹੀ ਹੈ ਜੀ। ਕਾਹਦੇ ਉੱਪਰ? ਹਾਂਜੀ ਕੈਪਟਿਵ ਬਰੀਡਿੰਗ ਪ੍ਰੋਗਰਾਮ। ਤਾਂ ਧਿਆਨ ਨਾਲ ਦੇਖਿਓ ਜੀ, ਕਹਿੰਦੇ ਜੀ ਕਿਹੜਾ ਬੈਸਟ ਵਰਡ ਰਹੂਗਾ ਨੀਚੇ ਦਿੱਤੇ ਹੋਏ ਚਾਰਾਂ ਦੇ ਵਿੱਚੋਂ ਜਿਹੜਾ ਕਿ ਡਿਸਕ੍ਰਾਈਬ ਕਰੂਗਾ ਰਾਈਟਰ ਦਾ ਰਿਸਪੌਂਸ ਜੋ ਕਿ ਉਹਨੇ ਕੋਲਿਨ ਦੀ ਪ੍ਰੈਡਿਕਸ਼ਨ ਦੇ ਉੱਪਰ ਦਿੱਤਾ ਵਾ ਜੀ। ਕਾਹਦੇ ਉੱਪਰ? ਜਿਹੜਾ ਕੈਪਟਿਵ ਬਰੀਡਿੰਗ ਪ੍ਰੋਗਰਾਮ ਚੱਲ ਰਹੀ ਸੀਗੀ। ਚਲੋ ਜਾ ਕੇ ਦੇਖੀਏ, ਆਪਾਂ ਜਸਟ ਉਹਨਾਂ ਵਿੱਚ ਜਾ ਕੇ ਵਰਡ ਦੇਖਣਾ ਵਾ। ਹਾਂਜੀ ਤਾਂ ਆ ਤੁਹਾਡਾ ਜੀ ਵਰਡ ਪਿਆ ਨੀਚੇ ਕੋਲਿਨ। ਜਿਵੇਂ ਜਿਵੇਂ ਆਪਾਂ ਦੇਖਿਆ ਸੀ ਵੀ ਟਰੂ ਫਾਲਸ ਤੇ ਮਲਟੀਪਲ ਇਕੱਠੇ ਚੱਲ ਰਹੇ ਆ, ਸੇਮ ਉਹ ਇਕੱਠੇ ਚੱਲ ਰਹੇ ਆ ਜੀ। ਤਾਂ ਆ ਤੁਹਾਡਾ ਹੈਗਾ ਜੀ ਕੋਲਿਨਸ ਨਾਮ ਲਿਖਿਆ ਪਿਆ ਜੀ। ਤਾਂ ਉੱਥੇ ਆਪਾਂ ਇੱਕ ਵਾਰੀ ਜਾ ਕੇ ਦੇਖ ਕੇ ਉਹਨੇ ਇੱਕ ਨਾਮ ਹੋਰ ਕਿਹੜਾ ਲਿਖਿਆ ਸੀਗਾ? ਉਹਨਾਂ ਨੇ ਲਿਖਿਆ ਸੀਗਾ, ਹਾਂਜੀ ਠੀਕ ਆ, ਕੋਲਿਨ ਦੀ ਪ੍ਰੈਡਿਕਸ਼ਨ ਤੇ। ਠੀਕ ਹੈ ਜੀ, ਆ ਲਓ ਜੀ ਆਹ ਲਾਈਨ ਪੜ੍ਹੋ ਇੱਕ ਵਾਰੀ, ਫਿਰ ਮੈਂ ਗਾਂਹ ਵਾਲਾ ਜੋ ਪੇਜ ਆ ਉਹਨੂੰ ਟਰਨ ਕਰਦਾ ਵਾਂ। ਇੱਥੇ ਇਹਨਾਂ ਨੇ ਕੀ ਕਿਹਾ ਜੀ? ਕੋਲਿਨ ਹੱਦ ਤੱਕ ਕੋਲਿਨ ਦੇ ਬਾਰੇ ਦੱਸਿਆ ਵੀ ਕੋਲਿਨ ਕੌਣ ਹੈ ਜੀ।
ਕੋਲਿਨ ਕਹਿੰਦੇ ਕਿਉਂ ਕਰਦਾ ਵਾ, ਕਹਿੰਦੇ ਕਿ ਜੇ ਜੂ ਕਹਿੰਦੇ ਸਾਰੇ ਇਕੱਠੇ ਕੰਮ ਕਰਨ ਤਾਂ ਕੀ ਹੋਊਗਾ ਜੀ, ਤਾਂ ਫਿਰ ਬਰੀਡਿੰਗ ਪ੍ਰੋਗਰਾਮ ਕੀ ਆਪਰੇਟਿਵ ਹੋਊਗਾ। ਦੈਨ ਵਿਦਆਊਟ ਫਿਰ ਆਪਾਂ ਨੂੰ ਜ਼ਿਆਦਾ ਫੈਲਾ ਕਰਨ ਦੀ ਲੋੜ ਨਹੀਂ ਪੈਣੀ ਗੀ। 2000 ਸਪੀਸੀਜ਼ ਜਿਹੜੀਆਂ ਹੈਗੀਆਂ ਵਾ ਉਹ ਕੀ ਹੋ ਜਾਣਗੀਆਂ, ਸੇਵ ਹੋ ਜਾਣਗੀਆਂ। ਹਾਲੇ ਤੱਕ ਦੇਖੋ ਰਾਈਟਰ ਦਾ ਕੋਈ ਰਿਸਪੌਂਸ ਆਊਗਾ ਗਾਂ ਜਾ ਕੇ, ਹਾਲੇ ਤੱਕ ਕੋਲਿਨ ਗੱਲਾਂ ਕਰੀ ਜਾਂਦਾ, ਹੁਣ ਰਾਈਟਰ ਦਾ ਕੋਈ ਰਿਸਪੌਂਸ ਆਊਗਾ ਜੀ ਗਾਂ ਜਾ ਕੇ। ਦੇਖੋ ਜੀ ਧਿਆਨ ਨਾਲ ਉਹਨੂੰ, ਕਹਿੰਦੇ ਜਿਹੜੀ ਇਹ ਚੀਜ਼ ਆ ਉਹ ਕੀ ਦਿਖਦੀ ਆ, ਬਹੁਤ ਜ਼ਿਆਦਾ ਪੋਜ਼ਿਟਿਵ ਦਿਖ ਰਹੀ ਹੈ। ਇਹ ਗੱਲਾਂ ਕੌਣ ਮਾਰ ਰਿਹਾ ਵਾ, ਇਹ ਰਾਈਟਰ ਮਾਰ ਰਿਹਾ ਜੀ ਗੱਲ। ਕੋਲਿਨ ਨੇ ਆਪਣੀਆਂ ਗੱਲਾਂ ਪਿੱਛੇ ਕਹਿਤੀਆਂ, ਹੁਣ ਕੌਣ ਕਹਿ ਰਿਹਾ ਵਾ ਦਿਸ ਸੀਮਸ, ਇਹ ਸਾਰੀ ਚੀਜ਼ ਦਿਖਦੀ ਆ ਪੋਜ਼ਿਟਿਵ, ਇਹ ਕੌਣ ਕਹਿ ਰਿਹਾ ਹੁਣ, ਰਾਈਟਰ। ਕਹਿੰਦੇ ਜੀ ਇਹ ਜਿਹੜੀ ਚੀਜ਼ ਆਪਟੀਮਿਸਟਿਕ ਦਿਖਦੀ ਆ ਫਰੋਮ ਏ ਮੈਨ, ਹਾਂਜੀ ਇੱਕ ਪਰਸਨ ਦੇ ਪਰਸਪੈਕਟਿਵ ਤੋਂ, ਜਿਹਨੂੰ ਕਹਿੰਦੇ ਪਤਾ ਵਾ ਕਿਹਦੇ ਬਾਰੇ ਜੀ, ਫੀਲਿੰਗ ਦੇ ਬਾਰੇ ਤੇ ਵੀਕਨੈਸ ਦੇ ਬਾਰੇ। The man who, when a member of the council, had to persuade the Jew to devote more to conservation. Moreover, where are the fact to support such optimism? ਕਹਿੰਦੇ ਜੀ ਇਹਨੂੰ ਸਪੋਰਟ ਕਰਨ ਦੇ, ਜਿਹੜੀ ਆਪਟੀਮਿਜ਼ਮ ਹੈਗੀ ਆ ਇਹਨੂੰ ਸਪੋਰਟ ਕਰਨ ਦੇ ਫੈਕਟ ਕਿੱਥੇ ਹੈ ਜੀ। ਕਹਿੰਦੇ ਅੱਗੇ ਜਾ ਕੇ ਕਿਤਨਾ ਕਿਤੇ ਦੇਖੋ ਜੀ ਕੋਈ ਨਾ ਕੋਈ ਚੀਜ਼ ਗੱਲ ਕੀਤੀ ਜੀ। ਅੱਜ ਦੇ ਸਮੇਂ 'ਚ ਕਹਿੰਦੇ ਕਮ ਸੇ ਕਮ 16 ਸਪੀਸੀਜ਼ ਆ ਜੋ ਕਿ ਕਿਹਾ ਜਾਂਦਾ ਵਾ ਸ਼ਾਇਦ ਕਿ ਉਹ ਸੇਵ ਆ, ਭਾਵੇਂ ਕਿ ਕਹਿੰਦੇ ਨੰਬਰ ਇਹਨਾਂ ਦਾ ਜਿਹੜਾ ਹੈਗਾ ਵਾ ਕੈਨ ਹਾਰਡਲੀ ਬੀ ਲੁਕਡ ਅਪੋਨ। 20 ਸਪੀਸੀਜ਼ ਜਿਹੜੀਆਂ ਹੈਗੀਆਂ ਸੀਰੀਅਸਲੀ ਕੰਸੀਡਰਡ ਕੀਤੀਆਂ ਜਾਂਦੀਆਂ ਜੂ ਕੰਜ਼ਰਵੇਸ਼ਨ ਪ੍ਰੋਗਰਾਮ। Given the international conference at London Zoo was held 30 years ago, it is pretty slow progress. ਕਹਿੰਦਾ ਜੀ ਇਹ ਬਹੁਤ ਸਲੋ ਪ੍ਰੋਗਰੈਸ ਆ। ਸਾਰੀਆਂ ਗੱਲਾਂ ਕੌਣ ਕਰ ਰਿਹਾ ਵਾ, ਟੂਡੇ ਤੋਂ ਲੈ ਕੇ ਨੀਚੇ ਵਾਲਾ ਸਾਰਾ ਪੈਰਾ ਕਿਹਦਾ ਵਾ, ਰਾਈਟਰ ਦਾ ਜੀ। ਇੱਥੋਂ ਲੈ ਕੇ ਆ ਸਾਰੀਆਂ ਗੱਲਾਂ ਕਿਹਨੇ ਕੀਤੀਆਂ, ਰਾਈਟਰ ਨੇ ਜੀ। ਤਾਂ ਦੇਖੋ ਰਾਈਟਰ ਨੇ ਇੱਥੇ ਕੀ ਕੀ ਕਿਹਾ ਵਾ, ਫਿਰ ਜਾ ਕੇ ਮੈਚ ਕਰਦੇ। ਰਾਈਟਰ ਕਹਿੰਦਾ ਜੀ ਨੀਚੇ ਜਾ ਕੇ ਰਾਈਟਰ ਨੇ ਕੀ ਕਿਹਾ ਸਭ ਤੋਂ, ਕਿ ਕਹਿੰਦੇ ਜੀ ਇੱਕ ਪ੍ਰੀਟੀ ਸਲੋ ਪ੍ਰੋਗਰੈਸ ਆ। ਪ੍ਰੀਟੀ ਦਾ ਮਤਲਬ ਬਹੁਤ ਜ਼ਿਆਦਾ ਸਲੋ ਪ੍ਰੋਸੈਸ ਆ ਇਹ, ਤੇ ਲੌਂਗ ਵੇ ਆਫ, ਉਹਦਾ ਨਾਮ ਲਿਖਿਆ ਜੀ ਕੋਲਿਨ ਦਾ ਸਰਨੇਮ ਲਿਖਿਆ ਇਹਨਾਂ ਨੇ, ਟਾਰਗੇਟ ਆਫ 2000 ਲੌਂਗ ਵੇ ਆਫ, ਇਹ ਤਾਂ ਬਹੁਤ ਦੂਰ ਹੈ ਜੀ। ਕਹਿੰਦੇ ਉਹਦੀ 2000 ਜਾਨੀ ਕਿ ਸਪੀਸੀਜ਼ ਦਾ ਜਿਹੜਾ ਸੇਵ ਕਰਨ ਦਾ ਡ੍ਰੀਮ ਸੀਗਾ ਉਹਦਾ ਕੋਲਿਨ ਦਾ, ਉਹਦੇ ਤੋਂ ਤਾਂ ਬਹੁਤ ਦੂਰ ਵਾਲੀ ਚੀਜ਼ ਆ ਉਹ ਕਹਿੰਦੇ ਲੌਂਗ ਵੇ ਆਫ। ਤਾਂ ਦੇਖੋ ਫਿਰ ਜੀ ਰਾਈਟਰ ਨੂੰ ਕੀ ਲੱਗ ਰਿਹਾ ਵਾ, ਰਾਈਟਰ ਆ 4 ਵਰਡ ਹੈ ਜੀ। ਪਹਿਲੇ ਨੰਬਰ ਤੇ ਹੈਗਾ ਡਿਸਬਲੀਵਿੰਗ, ਰਾਈਟਰ ਨੂੰ ਉਹਦੀਆਂ ਗੱਲਾਂ ਤੇ ਯਕੀਨ ਹੀ ਨਹੀਂ ਹੋ ਰਿਹਾ ਜੀ। ਉਹ ਮੰਨ ਰਿਹਾ ਕਿ ਨਹੀਂ ਕੋਲਿਨ ਦੀਆਂ ਗੱਲਾਂ ਜਾਨੀ ਕਿ ਬਲੀਵੇਬਲ ਹੀ ਹੈ ਨਹੀਂ ਜੀ। ਦੂਜੇ ਦੇ ਵਿੱਚ ਜੀ ਇਹਦਾ ਮਤਲਬ ਕੀ ਹੁੰਦਾ, ਇੰਪਾਰਸ਼ੀਅਲ ਵਰਡ ਦਾ ਮਤਲਬ ਨੋਟ ਬਾਇਸਡ, ਨੋਟ ਕ੍ਰਿਟੀਸਾਈਜ਼ਡ, ਬਈ ਉਹ ਕ੍ਰਿਟੀਸਾਈਜ਼ ਨਹੀਂ ਕਰ ਰਿਹਾ। ਪਹਿਲੀ ਗੱਲ ਤਾਂ ਉਹ ਕ੍ਰਿਟੀਸਾਈਜ਼ ਕਰ ਰਿਹਾ ਜੀ ਥੋੜਾ ਮੋਟਾ, ਇਹਨੂੰ ਆਪਾਂ ਕੀ ਕਰ ਦਿੰਦੇ ਆ ਕ੍ਰਾਸ। ਓਕੇ ਫਿਰ ਜਾਨੀ ਕਿ ਪ੍ਰੈਜੁਡਿਸਡ, ਇਹਦਾ ਮਤਲਬ ਕੀ ਹੁੰਦਾ, ਇਹਦਾ ਮਤਲਬ ਹੁੰਦਾ ਕ੍ਰਿਟੀਸਾਈਜ਼ ਕਰਨਾ, ਕ੍ਰਿਟੀਸਾਈਜ਼। ਤੇ ਡੀ ਵਾਲਾ ਤਾਂ ਵੈਸੇ ਹੀ ਹੋ ਗਿਆ, ਉਹਨੇ ਸਵੀਕਾਰ ਤਾਂ ਕੀਤਾ ਹੀ ਨਹੀਂਗਾ। ਆਨਸਰ ਤੁਹਾਡਾ ਜਾਂ ਏ ਹੈ ਜੀ ਜਾਂ ਤੁਹਾਡਾ ਸੀ ਹੈ ਜੀ। ਤਾਂ ਤੁਸੀਂ ਜ਼ਿਆਦਾਤਰ ਦੇ ਚਾਂਸਸ ਦੇਖੋ ਤਾਂ ਰਾਈਟਰ ਕੀ ਕਰ ਰਿਹਾ ਜੀ, ਏ ਕਿ ਸੀ ਜੀ, ਕ੍ਰਿਟੀਸਾਈਜ਼ ਕਰ ਰਿਹਾ ਕਿ ਰਾਈਟਰ ਨੂੰ ਯਕੀਨ ਨਹੀਂ ਹੈਗਾ ਜੀ ਵੀ ਜਾਨੀ ਕਿ ਬਈ ਕੁਝ ਏਦਾਂ ਦਾ ਹੋ ਜਾਊਗਾ। ਹਾਂਜੀ ਕੀ ਲੱਗ ਰਿਹਾ, A sir. A sir. ਬਾਕੀਆਂ ਨੂੰ ਕੀ ਲੱਗ ਰਿਹਾ ਜੀ, C sir. ਹਾਂਜੀ ਸੀ ਸਰ। ਕੀ ਲੱਗ ਰਿਹਾ ਜੀ। ਹਾਂਜੀ A sir. ਲੈ ਕੇ ਦੇਖੋ ਰਾਈਟਰ ਨੇ ਉਹਨੂੰ ਕ੍ਰਿਟੀਸਾਈਜ਼ ਕੀਤਾ ਕਿ ਜਸਟ ਰਾਈਟਰ ਬਸ ਮੰਨ ਨਹੀਂ ਰਿਹਾ ਹੈਗਾ। ਕ੍ਰਿਟੀਸਾਈਜ਼ ਦੱਸਿਓ ਇੱਥੇ ਮੈਨੂੰ, ਕ੍ਰਿਟੀਸਾਈਜ਼ ਕਿੱਥੇ ਕੀਤਾ। ਰਾਈਟਰ ਕਹਿੰਦਾ ਜੀ ਇਹ ਲੱਗਦਾ ਵਾ ਪੋਜ਼ਿਟਿਵ ਲੱਗਦਾ। ਰਾਈਟਰ ਕਹਿੰਦਾ ਇੱਕ ਪਰਸਨ ਨੂੰ, ਬਿਲਕੁਲ ਇਹ 'ਚ ਕੋਈ ਸ਼ੱਕ ਨਹੀਂ, ਜਿਹਨੂੰ ਪਤਾ ਵਾ ਫੀਲਿੰਗ ਫੂਲਿੰਗ ਦੇ ਬਾਰੇ, ਉਹ ਕਹਿੰਦਾ ਪੋਜ਼ਿਟਿਵ ਲੱਗਦਾ। ਬਟ ਰਾਈਟਰ ਕਹਿੰਦਾ ਜੀ ਫੈਕਟ ਨੂੰ ਪੋਜ਼ਿਟਿਵ ਕਰੂਗਾ ਕੌਣ, ਕਹਿੰਦਾ ਜੀ ਅੱਗੇ ਜਾ ਕੇ ਰਾਈਟਰ ਕਹਿ ਰਿਹਾ ਇੱਥੋਂ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਚੋਂ ਰਾਈਟਰ ਕਹਿੰਦਾ ਜੀ ਇੱਕ ਸਲੋ ਪ੍ਰੋਗਰੈਸ ਹੈ ਜੀ ਇਹ, ਤੇ ਇਹ ਜਿਹੜਾ ਉਹਨੇ 2020 ਦੀ ਗੱਲ ਕੀਤੀ ਸੀ ਉਹਦੇ ਤੋਂ ਬਹੁਤ ਦੂਰ ਚੀਜ਼ ਹੈ ਜੀ ਇਹ।
ਹੁਣ ਤੁਸੀਂ ਦੱਸੋ ਰਾਈਟਰ ਨੇ ਇਹਨੂੰ ਕ੍ਰਿਟੀਸਾਈਜ਼ ਕੀਤਾ ਜਾਂ ਇਦਾਂ ਕਹਿ ਰਿਹਾ ਵੀ ਜੀ ਮੈਂ ਨਹੀਂ ਮੰਨਦਾ ਵੀ ਮੈਨੂੰ ਨਹੀਂ ਬਲੀਵ ਹੈਗਾ? ਦੋਨਾਂ ਚੋਂ ਕਿਹਦੇ ਕਲੋਜ਼ ਜਾ ਰਿਹਾ ਇਹ ਵਰਡ ਆ ਲੈਂਗੁਏਜ? ਇਹਦੇ ਸਰ ਦੇਖੋ ਕ੍ਰਿਟੀਸਾਈਜ਼ ਤਾਂ ਕੀਤਾ ਨਹੀਂ ਜੀ ਕਿਤੇ, ਉਹ ਤਾਂ ਖੁਦ ਕਹਿ ਰਿਹਾ ਰਾਈਟਰ ਵੀ ਚਲੋ ਇੱਕ ਬੰਦੇ ਨੂੰ ਇਹ ਚੀਜ਼ ਪੋਜ਼ਿਟਿਵ ਲੱਗਦੀ ਹੈ ਜੀ, ਉਹ ਕਹਿੰਦਾ ਇਹਦੇ ਵਿੱਚ ਕੋਈ ਝੂਠ ਵਾਲੀ ਗੱਲ ਨਹੀਂ। ਤਾਂ ਇਹਦਾ ਮਤਲਬ ਕਿਹੜਾ ਜੀ? ਸਭ ਤੋਂ ਪਹਿਲੇ ਨੰਬਰ ਵਾਲਾ ਮੈਚ ਹੈ ਜੀ। ਬਿਲਕੁਲ ਜੀ। ਦੇਖੋ ਵੈਸੇ ਦੋਨੇ ਕਲੋਜ਼ ਆ ਬਹੁਤ ਜ਼ਿਆਦਾ ਜੀ, ਵੈਸੇ ਦੋਨਾਂ ਦਾ ਮਤਲਬ ਹੀ ਉਹ ਹੈ ਜੀ, ਬਟ ਰਾਈਟਰ ਦੀ ਲੈਂਗੁਏਜ ਕ੍ਰਿਟੀਸਾਈਜ਼ ਕਰਨ ਵਾਲੀ ਨਹੀਂ, ਬਲਕਿ ਰਾਈਟਰ ਪਹਿਲਾਂ ਤਾਂ ਕੁਐਸਚਨ ਪੁੱਛ ਰਿਹਾ ਵਾ ਕਿ ਜੀ ਬਿਲਕੁਲ ਰਾਈਟਰ ਕਹਿੰਦਾ ਇੱਕ ਬੰਦੇ ਨੂੰ ਇਹ ਚੀਜ਼ ਪੋਜ਼ਿਟਿਵ ਲੱਗਦੀ ਆ, ਬਟ ਕਹਿੰਦਾ ਪੋਜ਼ਿਟਿਵ ਕਰਨ ਵਾਲੇ ਫੈਕਟ ਕਿੱਥੇ ਆ ਜੀ? ਇਹਦਾ ਮਤਲਬ ਰਾਈਟਰ ਨੂੰ ਨਹੀਂ ਇਹ ਚੀਜ਼ ਪੋਜ਼ਿਟਿਵ ਲੱਗਦੀ, ਰਾਈਟਰ ਇਹਨੂੰ ਕ੍ਰਿਟੀਸਾਈਜ਼ ਨਹੀਂ ਕਰ ਰਿਹਾ, ਰਾਈਟਰ ਨੂੰ ਯਕੀਨ ਨਹੀਂ ਹੈਗਾ ਬਈ ਇਹ ਪੋਜ਼ਿਟਿਵ ਚੀਜ਼ ਹੈਗੀ ਹੈ ਕਿ ਨਹੀਂ। ਅੱਗੇ ਜਾ ਕੇ ਵੀ ਰਾਈਟਰ ਕੀ ਕਰ ਰਿਹਾ ਜੀ, ਇਹ ਜਿਹੜਾ ਪ੍ਰੋਸੈਸ ਆ ਕਹਿੰਦਾ ਇਹ ਸਲੋ ਆ ਤੇ ਉਹਦੇ ਸੁਪਨੇ ਤੋਂ ਬਹੁਤ ਦੂਰ ਆ, ਉਹਨੂੰ ਕ੍ਰਿਟੀਸਾਈਜ਼ ਨਹੀਂ ਕਰ ਰਿਹਾ, ਹਾਲੇ ਵੀ ਉਹ ਇਦਾਂ ਕਹਿ ਰਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਟਾਰਗੇਟ ਪੂਰਾ ਹੋ ਜੂਵੇ। ਹਾਂਜੀ ਅੱਗੇ ਚੱਲਦੇ ਜੀ, ਹੁਣ ਧਿਆਨ ਨਾਲ ਦੇਖਿਓ। ਦੇਖੋ ਨੈਕਸਟ ਆਪਣੇ ਕੋਲੇ ਕੀ ਰਹਿ ਗਿਆ? ਨੈਕਸਟ ਆਪਣੇ ਕੋਲੇ ਰਹਿ ਗਿਆ ਆਪਾਂ ਕੋਈ 3 ਨੂੰ ਸਿਲੈਕਟ ਕਰਨਾ ਜੀ। ਪਹਿਲੀ ਗੱਲ ਤਾਂ ਆਪਾਂ ਨੂੰ ਲਾਸਟ ਪੈਰੇ ਵਿੱਚੋਂ ਇੱਕ ਅੱਧੀ ਮਿਲ ਜਾਣੀ ਹੈ, ਕਿਉਂਕਿ ਹਲੇ ਉਹਦੇ ਵਿੱਚ ਸਪੇਸ ਸ਼ਾਇਦ ਪਈ ਹੋਵੇ, ਜਾ ਕੇ ਦੇਖਦੇ ਹਾਂ ਜੀ। ਜੇ ਆਪਾਂ ਮੈਪ ਰੀਡਿੰਗ ਦੇ ਅਕੋਰਡਿੰਗ ਦੇਖੀਏ ਤਾਂ ਇੱਕ ਅੱਧੀ ਲਾਸਟ ਵਿੱਚ ਮਿਲ ਸਕਦੀ। ਪਹਿਲਾਂ ਆਪਾਂ ਕੁਐਸਚਨ ਪੜ੍ਹਦੇ ਹਾਂ। ਕਹਿੰਦੇ ਰਾਈਟਰ ਮੈਂਸ਼ਨ ਕਰਦਾ ਵਾ ਨੰਬਰ ਆਫ ਫੈਕਟਰਸ ਵਿਚ ਲੀਡ ਹਿਮ, ਜੋ ਉਹਨੂੰ ਲੈ ਕੇ ਜਾਂਦੀ ਹੈ ਕਿੱਥੋਂ ਤੱਕ? ਟੂ ਡਾਊਟ ਦਾ ਵੈਲਿਊ ਆਫ WZCS ਡਾਕੂਮੈਂਟ। ਕਹਿੰਦੇ ਜੀ ਰਾਈਟਰ ਨੇ ਬਹੁਤ ਰੀਡਿੰਗ ਦੇ ਵਿੱਚ ਫੈਕਟਰ ਮੈਂਸ਼ਨ ਕੀਤੇ ਆ ਜਿਹੜੇ ਉਹਨੂੰ ਕਿੱਥੋਂ ਤੱਕ ਲੈ ਕੇ ਆਉਂਦੇ ਆ ਬਈ ਉਹਨੂੰ ਡਾਊਟ ਆ WZCS ਡਾਕੂਮੈਂਟ ਦੇ ਬਾਰੇ। ਕਹਿੰਦੇ ਵਿੱਚ 3 ਆਫ ਦਾ ਫੋਲੋਇੰਗ ਫੈਕਟਰਸ ਆਰ ਮੈਂਸ਼ਨ। ਉਹ ਕਿਹੜੇ 3 ਫੈਕਟਰ ਆ ਜੀ? ਆਪਾਂ ਰੀਡਿੰਗ ਚੋਂ 3 ਗੱਲਾਂ ਲੱਭ ਕੇ ਲਿਆਉਣੀਆਂ ਜਿਹਦੇ ਕਰਕੇ ਰਾਈਟਰ ਨੂੰ ਡਾਊਟ ਲੱਗਦਾ ਵਾ ਇੱਥੇ WZCS। ਚਲੋ ਜਾ ਕੇ ਦੇਖਦੇ ਹਾਂ ਜੀ ਆਪਾਂ ਕਿਹੜੀਆਂ ਚੀਜ਼ਾਂ ਕਰਕੇ ਉਹਨੂੰ ਡਾਊਟ ਲੱਗਦਾ ਜੀ, ਜਾ ਕੇ ਦੇਖਦੇ ਹਾਂ ਕਿਹੜੀਆਂ ਚੀਜ਼ਾਂ ਕਰਕੇ ਉਹਨੂੰ ਇਹ ਡਾਊਟ ਆ ਵੀ ਇਹ ਚੀਜ਼ ਕਾਮਯਾਬ ਨਹੀਂ ਹੋਣੀ। ਹਾਂਜੀ ਲੈ ਕੇ ਚੱਲਦੇ ਜੀ ਆਪਾਂ। ਹਾਂਜੀ ਤਾਂ ਦੇਖੋ ਉਹਨਾਂ ਨੇ ਗੱਲ ਕੀਤੀ ਆ WZCS। ਹੁਣ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ WZCS ਕਿੱਥੋਂ ਸਟਾਰਟ ਹੋਈ ਹੈ? WZCS ਸਟਾਰਟ ਹੋਈ ਹੈ ਇੱਥੋਂ। ਜੇ ਤੁਸੀਂ ਇਹਨੂੰ ਧਿਆਨ ਨਾਲ ਦੇਖੋ, ਆਹ ਦੇਖੋ ਜੀ WZCS ਸਟਾਰਟ ਹੋਈ ਹੈ ਇੱਥੋਂ। ਕਹਿੰਦੇ ਜੀ ਉਹ ਕਿਹੜੀਆਂ 3 ਗੱਲਾਂ ਵਾ, ਕਿਹੜੇ 3 ਫੈਕਟਰ ਆ ਜਿੰਨਾ ਕਰਕੇ ਰਾਈਟਰ ਨੂੰ ਲੱਗ ਰਿਹਾ ਵਾ, ਕੀ ਲੱਗ ਰਿਹਾ ਜੀ ਬਈ ਜਿਹੜੀ ਇਹ ਚੀਜ਼ ਆ ਉਹਦੇ ਤੇ ਉਹਨੂੰ ਯਕੀਨ ਨਹੀਂ ਹੋ ਰਿਹਾ, ਵੀ ਉਹ ਡਾਊਟ ਕਰ ਰਿਹਾ ਇਹਦੇ ਤੇ। ਚਲੋ ਜਾ ਕੇ ਦੇਖ, ਇੱਥੋਂ ਤੁਹਾਡੀ ਇਹ ਚੀਜ਼ ਸਟਾਰਟ ਹੋਈ ਹੈ। ਤਾਂ ਜ਼ਿਆਦਾਤਰ ਤਾਂ ਆਪਾਂ ਇਹਦਾ ਪੜ੍ਹਿਆ ਹੀ ਹੈ ਜੀ, ਧਿਆਨ ਨਾਲ ਜੇ ਤੁਸੀਂ ਦੇਖੋ ਤਾਂ ਆਹ ਦੇਖੋ ਸੈਕਿੰਡ ਫਲੋ, ਜਿਹੜੀ ਦੂਸਰੀ ਇਹ ਚ ਗਲਤੀ ਆ, ਇੱਥੋਂ ਪੜ੍ਹਨਾ ਸਟਾਰਟ ਕਰਿਓ ਇੱਕ ਵਾਰੀ। ਤਾਂ ਵਾਲਾ ਵੀ ਆਪਾਂ ਦੇਖਦੇ ਹਾਂ, ਇੱਕ ਵਾਰੀ ਨੀਚੇ ਵਾਲਾ ਦੇਖਿਓ। ਕਹਿੰਦੇ ਜਿਹੜੀ ਦੂਜੀ ਗਲਤੀ ਇਹਦੇ ਵਿੱਚ ਪੱਕਾ ਹੁਣ ਇੱਥੇ, ਹੁਣ ਗਲਤੀ ਕੌਣ ਲਿਖੀ ਜਾਂਦਾ ਵਾ? ਰਾਈਟਰ ਹੀ ਤਾਂ ਲਿਖੀ ਜਾਂਦਾ ਵਾ ਜੀ, ਰਾਈਟਰ ਹੀ ਤਾਂ ਇਹਦੇ ਵਿੱਚ ਲਿਖੀ ਜਾਂਦਾ ਜੀ ਕਿ ਗਲਤੀ ਇਹਦੇ ਵਿੱਚ ਇੱਕ ਹੋਰ। ਦੂਜੀ ਗਲਤੀ ਕਿਹੜੀ ਹੈ ਜੀ? ਉਹ ਕਹਿੰਦੇ ਡਾਕੂਮੈਂਟ ਇਜ਼ ਕੀ ਆ? ਨੇਵੀ ਫੇਥ ਹੈ ਜੀ। ਕਹਿੰਦੇ ਪਲੇਸਸ ਕਰਦਾ 1000 ਕੋਰ ਜੂ। ਆਹ ਆਪਾਂ ਸਾਰੀ ਰਾਮ ਕਹਾਣੀ ਪੜ੍ਹੀ ਹੈ ਜੀ ਇੱਥੋਂ, ਆਹ ਵਾਲੀ ਸਾਰੀ, ਆਹ ਚੀਜ਼ ਤਾਂ ਆਪਾਂ ਸਾਰੀ ਪੜ੍ਹੀ ਹੈ ਜੀ ਇੱਥੇ। ਗ੍ਰੇਟਲੀ ਰਿਸਪੈਕਟਡ ਜੋ ਅਮਰੀਕਨ ਐਸੋਸੀਏਸ਼ਨ ਹੈਗੀ ਆ, ਉਹਨਾਂ ਨੂੰ ਬਹੁਤ ਡਾਊਟ ਹੈ ਜੀ, ਕਹਿੰਦੇ ਡੂਬੀਅਸ ਮੈਂਬਰਸ ਆ ਕਹਿੰਦੇ। ਓਕੇ ਇੱਥੇ ਜਾ ਕੇ ਗੱਲਾਂ ਹੋਣ ਲੱਗ ਗਈਆਂ ਸੀਗੀਆਂ ਜੀ ਰੋਬਿਨ ਹਿੱਲ ਵਾਲੇ ਦੀਆਂ। ਇੱਥੇ ਰੋਬਿਨ ਹਿੱਲ ਬੰਦ ਹੋ ਗਿਆ ਸੀਗਾ ਜੀ। ਇੱਥੇ ਜਾ ਕੇ ਦੇਖ ਇਹ ਸਿਚੁਏਸ਼ਨ ਜਿਹੜੀ ਕਹਿੰਦੇ ਹੈਗੀ ਹੋਰ ਵੀ ਵਾਰਸ ਆ ਕਿਹਦੇ ਵਿੱਚ? ਜੋ ਡਿਵੈਲਪਿੰਗ ਕੰਟਰੀਜ਼ ਆ। ਚਲੋ ਇੱਕ ਵਾਰੀ ਇੰਨਾ ਪੜ੍ਹ ਕੇ ਚੱਲਦੇ ਹਾਂ ਜੀ, ਫਿਰ ਆਪਾਂ ਇੱਥੇ ਨੀਚੇ ਜਾਵਾਂਗੇ। ਆਹ ਵਾਲੀ ਨੀਚੇ ਵਾਲੀ ਚੀਜ਼ ਬਾਅਦ ਚੋਂ ਪੜਾਂਗੇ, ਪਹਿਲਾਂ ਆਪਾਂ ਉਧਰ ਇੱਕ ਵਾਰੀ ਦੇਖਿਆ ਹੀ ਹੈ ਕਿ ਕੀ ਕੋਈ ਨਾ ਕੋਈ ਮੈਚ ਹੋ ਰਿਹਾ ਜੀ ਆਪਣਾ। ਹਾਂਜੀ ਕਿਹੜੀਆਂ 3 ਚੀਜ਼ਾਂ ਕਰਕੇ ਉਹਨੂੰ ਸ਼ੱਕ ਆ ਜੀ? ਅੱਛਾ ਨੰਬਰ ਪਹਿਲੇ ਤੇ ਇਹਨਾਂ ਨੇ ਕੀ ਕਿਹਾ ਜੀ? ਨੰਬਰ ਪਹਿਲੇ ਤੇ ਕਹਿੰਦੇ ਇਹਨੂੰ ਤਾਂ ਸ਼ੱਕ ਆ ਕਿਉਂਕਿ ਇੱਥੇ ਬਹੁਤ ਜ਼ਿਆਦਾ ਜੂ ਆ ਵਰਲਡ ਦੇ ਵਿੱਚ ਜੋ ਰਜਿਸਟਰਡ ਹੀ ਹੈ ਨਹੀਂਗੇ। ਦੂਜੇ ਵਿੱਚ ਕਹਿੰਦੇ ਹੈਗਾ ਜੀ ਲੈਕ ਆਫ ਮਨੀ, ਯਾਨੀ ਕਿ ਡਿਵੈਲਪਿੰਗ ਕੰਟਰੀਜ਼, ਵੀ ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਲੈਕ ਆਫ ਮਨੀ ਹੈ ਜੀ। ਤੀਸਰੇ ਨੰਬਰ ਤੇ ਕੀ ਕਹਿੰਦੇ ਜੀ?
ਇਹਦੀ ਤਾਂ ਮੈਨੂੰ ਕੋਈ ਵੈਸੇ ਗੱਲ ਨਹੀਂ ਦਿਖ ਰਹੀ ਸੀਗੀ। ਜਿਹੜੇ ਕਹਿੰਦੇ ਲੋਕਲ ਕਾਉਂਸਲ ਦੇ ਐਕਸ਼ਨ ਹੈਗੇ ਆ ਉਹਨਾਂ ਦੇ ਕਰਕੇ। ਫੇਲਰ ਕਿਹਦਾ ਹੋਇਆ ਜੀ? ਕਹਿੰਦੇ WZC ਦੀ। ਅੱਛਾ, ਉਹਨੂੰ ਡਾਊਟ ਤਾਂ ਵਾ ਕਿਉਂਕਿ WZC ਦੀ ਫੇਲ ਹੋ ਗਈ ਸੀ। ਫੇਲ ਕਾਹਦੇ ਵਿੱਚ ਹੋ ਗਈ ਸੀਗੀ? ਉਹਨਾਂ ਦੇ ਸਟੈਂਡਰਡਸ ਨੂੰ ਐਗਜ਼ਾਮਿਨ ਕਰਨ ਦੇ ਵਿੱਚ। ਜਿੱਥੋਂ ਗੱਲਾਂ ਕਰੀ ਜਾਂਦੇ ਸੀ ਵੀ ਉਹਨਾਂ ਨੂੰ ਜਾ ਕੇ ਦੇਖਿਆ ਹੀ ਨਹੀਂਗਾ ਜੀ। ਲੋਕਾਂ ਨੂੰ ਲੱਗਦਾ ਵੀ ਦੇਖਿਆ, ਬਟ ਐਕਚੁਅਲ ਦੇ ਵਿੱਚ ਉਹਨਾਂ ਨੇ ਦੇਖਿਆ ਨਹੀਂਗਾ। ਕੋਰ ਜੂਸ ਜਿਹੜੇ ਹੁੰਦੇ ਸੀਗੇ। ਨੰਬਰ ਨੈਕਸਟ ਕਿਹਾ ਜੀ ਕਿ ਉਹਨਾਂ ਦਾ ਜਿਹੜਾ ਟਾਰਗੇਟ ਉਹ ਰੀਅਲਿਸਟਿਕ ਹੀ ਹੈ ਨਹੀਂਗਾ ਇਹਨਾਂ ਦਾ ਜੀ। ਜੋ ਇਹਨਾਂ ਦਾ ਟਾਰਗੇਟ ਆ ਉਹ ਰੀਅਲਿਸਟਿਕ ਹੀ ਹੈ ਨਹੀਂਗਾ, ਰੀਅਲ ਹੀ ਹੈ ਨਹੀਂਗਾ ਜੀ। ਜੇ ਆਪਾਂ ਨੰਬਰ ਆਫ ਸਪੀਸੀਜ਼ ਨੂੰ ਦੇਖੀਏ ਸੇਵਡ ਟੂ ਡੇਟ ਆ। ਅੱਗੇ ਕਿਹਾ ਜੀ ਜਿਹੜੀਆਂ ਪਾਲਿਸੀਜ਼ ਆ ਜੀ ਕਹਿੰਦੀਆਂ ਆਫ ਓਕੇ WZCS ਜੂ ਮੈਨੇਜਰ। ਤੁਹਾਨੂੰ ਹਲੇ ਤੱਕ ਕੋਈ ਲੱਗ ਰਿਹਾ ਜੀ ਇਹਦੇ ਵਿੱਚ? ਡੀ ਲੱਗ ਰਿਹਾ ਜੀ। ਬੀ ਵੀ ਲੱਗ ਕਿਹੜਾ ਰਿਹਾ। ਨੰਬਰ ਵਾਲਾ? ਡੀ ਡੀ ਨੰਬਰ ਵਾਲਾ ਲੱਗ ਰਿਹਾ ਹਲੇ ਤੱਕ। ਹਾਂ ਜੀ। ਚਲੋ ਆਪਾਂ ਹਲੇ ਤੱਕ ਡੀ ਵਾਲਾ ਲਾਇਆ ਨਾ। ਤੇ ਚਲੋ ਬੀ ਵੀ ਲੱਗ ਇਹ ਤਾਂ ਜੀ C ਵੀ ਉੱਪਰ ਲੱਗ ਵਾਲੇ ਚ ਰਿਹਾ। ਹੋ ਸਕਦਾ ਜੀ। ਕਿਹੜਾ ਕਹਿ ਰਹੇ ਹੋ? ਜਿਹੜਾ Lack of ਲੈਕ ਆਫ money। ਇਨ ਡਿਵੈਲਪਿੰਗ ਹਾਂਜੀ ਕੰਟਰੀਜ਼। ਹਾਂਜੀ, ਦੇਖਦੇ ਜਾ ਕੇ ਆਪਾਂ ਨੂੰ, ਸਰ ਡੋਂਟ ਵਰੀ। ਅਨਰੀਅਲਿਸਟਿਕ। ਇਹ ਜਾ ਵਾਲਾ ਕੇ ਉੱਪਰ ਦੇਖ। ਵਾਲੇ ਪੈਰੇ ਚ ਹੈ ਜੀ। ਹਾਂਜੀ, ਨੈਕਸਟ ਵਾਲੇ ਧਿਆਨ ਨਾਲ ਦੇਖਿਓ ਜੀ। ਇਹ ਨੀਚੇ ਵਾਲਾ ਇੱਕ ਪੈਰਾ ਸੀਗਾ। ਕਹਿੰਦੇ ਜੇ ਆਪਾਂ ਅਸਿਊਮ ਕਰੀਏ ਕਿ ਜਿਹੜੇ ਇਹਦੇ 1000 ਕੋਰ ਹੈਗੇ ਆ, ਕਹਿੰਦੇ ਸਾਰੇ ਕਹਿੰਦੇ ਹਾਈ ਸਟੈਂਡਰਡ ਕੰਪਲੀਟ ਵਿਦ ਦਾ। ਕਹਿੰਦੇ ਜੀ ਆਹ ਸਾਰੀਆਂ ਚੀਜ਼ਾਂ ਇਹਦੇ ਕੋਲ ਹੈਗੀਆਂ, ਬਟ ਫਿਰ ਵੀ ਇਹਦੇ ਵਿੱਚ ਇੱਕ ਕੀ ਆ, ਘਾਟ ਆ। ਇਹ ਤਾਂ ਆਪਾਂ ਨੂੰ ਇੱਥੋਂ ਤੱਕ ਲਾਈਨ ਪਤਾ ਲੱਗ ਗਈ ਸੀਗੀ ਜੀ। ਕਹਿੰਦੇ ਜਿਹੜਾ ਕੋਲਿਨ ਹੈਗਾ ਵਾ, ਕੋਲਿਨ, ਹਾਂਜੀ ਕੋਲਿਨ, ਇੱਥੇ ਦੱਸਿਆ ਉਹਨਾਂ ਨੇ, ਉਹ ਆਰਗੂਮੈਂਟ ਕਰਦਾ ਵਾ ਕਿ ਵਰਲਡ ਦੇ ਜੂ ਜੇ ਇਕੱਠੇ ਹੋ ਕੇ ਕੰਮ ਕਰਨਗੇ ਤਾਂ ਕੁਝ ਨਾ ਕੁਝ ਹੋ ਸਕਦਾ ਵਾ ਜੀ। ਤੇ ਰਾਈਟਰ ਪਰ ਕੀ ਕਹਿ ਰਿਹਾ ਜੀ? ਰਾਈਟਰ ਕਹਿੰਦਾ ਜੀ ਇਹ ਸਾਰੀ ਚੀਜ਼ ਪੋਜ਼ਿਟਿਵ ਤਾਂ ਜ਼ਰੂਰ ਲੱਗਦੀ ਹੈ ਇੱਕ ਪਰਸਨ ਨੂੰ, ਪਰ ਕਹਿੰਦਾ ਇਹਨੂੰ ਪੋਜ਼ਿਟਿਵ ਬਣਾਉਣ ਵਾਲੇ ਫੈਕਟਰ ਕਿਹੜੇ ਆ ਜੀ? ਕਹਿੰਦੇ ਕਹਿੰਦਾ ਇਹਨੂੰ ਸਪੋਰਟ ਕੌਣ ਕਰੂਗਾ ਜੀ? ਕਹਿੰਦੇ ਟੂਡੇ ਕਹਿੰਦੇ 16 ਸਪੀਸੀਜ਼ ਜਿਹੜੀਆਂ ਹੈਗੀਆਂ ਉਹ ਕਿਹਾ ਜਾ ਰਿਹਾ ਵਾ ਵੀ ਸੇਵਡ ਆ ਜੀ। ਉਹ ਕਹਿੰਦੇ ਬਾਈ ਕੈਪਟਿਵ ਬਰੀਡਿੰਗ ਪ੍ਰੋਗਰਾਮ। ਭਾਵੇਂ ਕਿ ਕਹਿੰਦੇ ਨੰਬਰ ਆਫ ਦੀਜ਼ ਜਿਹੜਾ ਹੈਗਾ ਕਹਿਣਾ ਹਾਰਡਲੀ ਵੀ ਯਾਨੀ ਕਿ ਲੁਕਡ ਅਪੌਨ। ਕਹਿੰਦੇ ਇਹਨਾਂ ਦੇ ਨੰਬਰ ਤੇ ਦੇਖਣਾ ਬਹੁਤ ਹਾਰਡ ਹੈ ਜੀ। ਉਹ ਕਹਿੰਦੇ ਬਿਯੋਂਡ ਦੈਟ, ਤੋਂ ਪਰਾਂ ਜਾ ਕੇ ਦੇਖੀਏ ਤਾਂ 20 ਸਪੀਸੀਜ਼ ਜਿਹੜੀਆਂ ਹੈਗੀਆਂ ਵਾ ਕਹਿੰਦੇ ਸੀਰੀਅਸਲੀ ਕੰਸੀਡਰਡ ਕੀਤੀਆਂ ਜਾ ਰਹੀਆਂ ਵਾ ਜੀ। ਉਹ ਬਈ ਉਹ ਕੀ ਹੋਣਗੀਆਂ? ਉਹ ਕਹਿੰਦੇ ਕੰਜ਼ਰਵੇਸ਼ਨ, ਹਾਂਜੀ, ਪ੍ਰੋਗਰਾਮਸ ਦੇ ਲਈ। ਬਟ ਰਾਈਟਰ ਕੀ ਕਹਿੰਦਾ ਜੀ? ਰਾਈਟਰ ਕਹਿੰਦਾ ਇਹ ਜੋ ਪ੍ਰੋਸੈਸ ਆ ਜੀ ਉਹ ਬਹੁਤ ਸਲੋ ਆ ਜੀ, ਤੇ ਕਹਿੰਦੇ ਵੀ ਇਹ 2000 ਸਪੀਸੀਜ਼ ਤੋਂ ਤਾਂ ਬਹੁਤ ਦੂਰ ਆ ਜੀ। ਹੁਣ ਜਾ ਕੇ ਦੇਖੋ ਜੋ ਆਪਾਂ ਗਾਂ ਪੜਿਆ ਉਹਦੇ ਨਾਲ ਕੋਈ ਨਾ ਕੋਈ ਮੈਚ ਹੋਣ ਵਾਲੀ ਚੀਜ਼ ਹੈ ਜੀ। ਹਾਲੇ ਤੱਕ ਆਪਾਂ ਨੂੰ ਇੱਕ ਬੀ ਲੱਗਾ ਵਾ, ਹਲੇ ਤੱਕ ਤੁਹਾਨੂੰ ਇੱਕ ਡੀ ਲੱਗਾ ਵਾ। ਇੱਕ ਹੋਰ ਲੌਕ ਕਰੋ ਜੀ। ਪਹਿਲੇ ਨੰਬਰ ਤੇ ਕਹਿ ਰਹੇ ਆ ਨੰਬਰ ਆਫ, ਹਾਂਜੀ ਆਹ ਸਭ ਤੋਂ ਇਹਨੂੰ ਆਪਾਂ ਕੱਟ ਦਿੰਦੇ ਆ, ਕੋਈ ਗੱਲ ਨਹੀਂ ਹੋਈ। ਅੱਛਾ, ਸੀ ਵਿੱਚ ਕਹਿ ਰਹੇ ਆ ਜਿਹੜੇ ਐਕਸ਼ਨ ਆ ਲੋਕਲ ਉਹਦੇ ਕਾਉਂਸਲ ਦੇ, ਇਹਦੀ ਕੋਈ ਗੱਲ ਨਹੀਂ ਹੋਈ। ਤੇ ਇਹਦੇ ਵਿੱਚ ਆਪਾਂ ਨੂੰ ਕਹਿ ਰਿਹਾ ਕਿ ਉਹਨਾਂ ਦਾ ਜਿਹੜਾ ਗੋਲ ਤੇ ਹੈਗਾ ਉਹ ਰੀਅਲ ਚ ਹੀ ਨਹੀਂ ਹੈਗਾ ਜੀ। ਕਹਿੰਦੇ ਤਾਂ ਕਰਕੇ ਹਾਂਜੀ ਰਾਈਟਰ ਨੂੰ ਸ਼ੱਕ ਆ। ਧਿਆਨ ਨਾਲ ਦੇਖੋ, ਰਾਈਟਰ ਗੱਲਾਂ ਕਹੀ ਜਾਂਦਾ ਕਿ ਨਹੀਂ? ਕਹਿੰਦਾ ਕਿ ਜਿੰਨੀਆਂ ਸਪੀਸੀਜ਼ ਉਹ ਕਹਿ ਰਹੇ, ਉਹ ਕਿੰਨੀਆਂ ਸਪੀਸੀਜ਼ ਕਹਿ ਰਹੇ ਆ? 2000। ਰਾਈਟਰ ਕੀ ਕਹਿੰਦਾ ਕਿ ਉਹਨਾਂ ਦਾ ਗੋਲ ਕੀ ਆ? ਰੀਅਲਿਸਟਿਕ ਹੀ ਹੈ ਨਹੀਂ। ਤਾਂ ਇਹ ਆਪਾਂ ਨੂੰ ਲੱਗਿਆ। ਤਾਂ ਕਿਹੜੇ ਕਿਹੜੇ ਲੱਗੇ ਜੀ? ਬੀ, ਡੀ ਤੇ ਜੀ। ਡੀ ਤੇ ਹੀ। ਆਪਾਂ ਜਾ ਕੇ ਇਹਨੂੰ ਚੈੱਕ ਕਰ ਲੈਂਦੇ ਵੀ ਕੀ ਹੈ, ਤਿੰਨੇ ਸਹੀ ਹੈ। ਬੀ, ਡੀ ਤੇ ਹੀ ਨਹੀਂ, ਏ ਡੀ। ਇੱਕ ਆਪਣਾ ਇਹਦੇ ਵਿੱਚ ਗਲਤ ਆ। ਇਹ ਵਾਲਾ ਉੱਪਰ ਵਾਲੇ A, ਪੈਰੇ D ਚ ਤੇ ਹੈ ਹੀ ਹੈ। ਇਹ ਹੁਣ ਦੇਖਦੇ ਹਾਂ ਜਾ ਕੇ। ਬੀ ਦੇ ਵਿੱਚ ਆਪਾਂ ਬੀ ਵਾਲਾ ਕਿਹੜਾ ਲਾਇਆ ਸੀਗਾ? ਬੀ ਵਾਲਾ ਸੀਗਾ ਲੈਕ ਆਫ ਮਨੀ ਇਨ ਡਿਵੈਲਪਿੰਗ ਕੰਟਰੀਜ਼। ਜਾ ਕੇ ਉਹ ਲਾਈਨ ਪੜੋ ਇੱਕ ਵਾਰੀ, ਜਿਹੜਾ ਲੈਕ ਆਫ ਮਨੀ ਵਾਲਾ ਸੀਗਾ ਜੀ। ਅੱਛਾ, ਵੀ ਰਾਈਟਰ ਨੂੰ ਤਾਂ ਇਹਦੇ ਤੇ ਬਈ ਆਪਾਂ ਕਹਿ ਦਈਏ ਜੀ ਉਹ ਨੀਗਾ, ਯਕੀਨ ਨੀਗਾ, ਤਾਂ ਡਾਊਟ ਆ। ਅੱਛਾ, ਲੈਕ ਆਫ ਮਨੀ ਵਾਲਾ ਕਿਹਦੇ ਚ ਕਿਹਾ ਸੀ ਇਹਨੇ? ਇੱਥੇ ਕਿਹਾ ਸੀਗਾ ਜੀ ਲਿਟਲ ਮਨੀ, ਹੈ ਨਾ, ਆਹ ਵਾਲਾ, ਆਹ ਵਾਲਾ। ਅੱਛਾ, ਉੱਪਰ ਗੱਲ ਕੀ ਕਰ ਰਿਹਾ? ਆਪਣੀ ਗੱਲ ਹੋਈ ਜਾਂਦੀ ਸੀਗੀ W ਵਾਲੀ, ਜਿਹੜਾ WZ ਜੋ CS ਵਾਲੀ ਚੀਜ਼ ਆ ਆਪਣੀ। ਇੱਥੇ ਜਾਨੀ ਕਿ ਰੋਬਿਨ ਹਿਲ ਦੀਆਂ ਗੱਲਾਂ ਚੱਲੀ ਜਾਂਦੀਆਂ ਸੀ। ਧਿਆਨ ਨਾਲ ਦੇਖੋ ਜਿਹੜੀ ਆ ਲਾਈਨ ਆ, ਕਹਿੰਦੇ ਜੀ ਜਿਹੜੀ ਇਹ ਸਿਚੁਏਸ਼ਨ ਆ ਕਹਿੰਦੇ ਡਿਵੈਲਪਿੰਗ ਕੰਟਰੀਆਂ ਵਿੱਚ ਵੀ ਵੇਖੀ ਜਾ ਸਕਦੀ ਆ। ਇਹਦਾ ਮਤਲਬ ਜਿਹੜੀ ਆ ਲਾਈਨ ਆ ਨੀਚੇ ਵਾਲੀ ਦਿੱਤੀ ਹੋਈ ਆ, ਤੇ ਇਹ ਤਾਂ ਇਹਨਾਂ ਨੇ ਇੱਕ ਜਸਟ ਫੋਰ ਐਗਜ਼ਾਮਪਲ ਨਹੀਂ ਦਿੱਤੀ ਹੋਈ ਬਾਕੀ ਕੰਟਰੀਆਂ ਨੂੰ ਲੈ ਕੇ। ਆਪਣੀ ਇੱਥੇ ਗੱਲ ਕਿਹਨਾਂ ਨਾਲ ਹੋ ਰਹੀ ਆ? WZCS ਨਾਲ। ਧਿਆਨ ਨਾਲ ਦੇਖੋ, ਸਾਈਲੈਂਟ ਪੜਿਓ। ਜਿਹੜੀ ਜੀ ਕਹਿੰਦੇ ਸਿਚੁਏਸ਼ਨ ਆ, ਕਿਹੜੀ ਸਿਚੁਏਸ਼ਨ? ਜਿਹੜੀ ਆ ਰੋਬਿਨ ਹਿੱਲ ਦੇ ਵਿੱਚ ਸਿਚੁਏਸ਼ਨ ਹੋਈ ਸੀਗੀ। ਕਹਿੰਦੇ ਜਿਹੜੀ ਇਹ ਸਿਚੁਏਸ਼ਨ ਹੈ ਹੋਰ ਵੀ ਜ਼ਿਆਦਾ ਵਾਰਸ ਆ ਕਹਿੰਦੇ ਕਿਹਦੇ ਵਿੱਚ? ਡਿਵੈਲਪਿੰਗ ਕੰਟਰੀਜ਼ ਦੇ ਵਿੱਚ, ਜਿੱਥੇ ਕਿ ਕਹਿੰਦੇ ਮਨੀ ਜਿਹੜੀ ਹੈਗੀ ਆ ਉਹ ਬਹੁਤ ਘੱਟ ਆ ਰੀਡਿਵੈਲਪਮੈਂਟ ਦੇ ਲਈ।
ਤੇ ਕਹਿੰਦੇ ਜੀ ਬਹੁਤ ਹਾਰਡ ਹੈ ਇੱਕ ਰਸਤਾ ਦੇਖਣਾ ਜੀ, ਕਹਿੰਦੇ ਕੋਆਪਰੇਸ਼ਨ ਕਰਨ ਦਾ ਜੀ, ਕਲੈਕਸ਼ਨ ਇਨਟੂ ਦਾ ਕਿਹਦੇ ਵਿੱਚ, ਜੇ ਆਪਾਂ ਓਵਰਆਲ ਸਕੀਮ ਦੇਖੀਏ ਜਾਂ ਵੀਰੇ, ਜੇ ਆਪਾਂ ਸਕੀਮ ਦੇਖੀਏ ਓਵਰਆਲ ਕਹਿੰਦੇ WZCS ਤਾਂ ਜਿਹੜਾ ਆਪਣਾ ਪਿੱਛੇ ਇੱਕ ਦਿੱਤਾ ਹੋਇਆ ਸੀਗਾ ਜੀ, ਇਹ ਕਿਹੜਾ ਸਟੂਡੈਂਟ ਕਹਿ ਰਿਹਾ ਸੀਗਾ ਕਿ ਅੱਛਾ ਉਹ ਇੱਥੋਂ ਕਹਿ ਰਹੇ ਸੀ ਨਾ, ਆ ਜਿਹੜਾ ਆਪਾਂ ਪਹਿਲਾਂ ਉੱਪਰ ਛੱਡਿਆ ਵਾ, ਜਿਹੜਾ ਉੱਪਰ ਉਹਨਾਂ ਨੇ ਪੜ੍ਹਨ ਅੰਡਰ ਲੱਗ ਐਸਟੀਮੇਟ ਗਏ। ਸੀ। ਹਾਂ ਕਹਿੰਦੇ ਜੀ WZCS ਜਿਹੜਾ ਐਸਟੀਮੇਟਸ ਕਿੰਨੇ ਇੱਥੇ 10,000 ਜੂ ਆ ਵਰਲਡ ਦੇ ਵਿੱਚ, ਕਹਿੰਦੇ ਜਿਨ੍ਹਾਂ ਦੇ ਵਿੱਚੋਂ 1000 ਜਿਹੜੇ ਹੈਗੇ ਆ ਰਿਪਰੈਜ਼ੈਂਟ ਕੋਰ ਕੁਆਲਿਟੀ ਕੈਪੇਬਲ। ਓਕੇ ਜੀ, ਕੰਜ਼ਰਵੇਸ਼ਨ ਪ੍ਰੋਗਰਾਮ ਦਿਸ ਪ੍ਰੋਬੇਬਲੀ ਠੀਕ ਹੈ ਜੀ। ਕਹਿੰਦੇ ਮੈਨੂੰ ਲੱਗਦਾ ਕਿ 10,000 ਕਹਿੰਦੇ ਸੀਰੀਅਸ ਅੰਡਰ ਐਸਟੀਮੇਟ ਆ, ਕਹਿੰਦੇ ਟੋਟਲ ਨੰਬਰ ਆਫ ਪਲੇਸਸ ਜੂਲੋਜੀਕਲ ਐਸਟੈਬਲਿਸ਼ਮੈਂਟ। ਓਕੇ ਕਹਿੰਦੇ ਜਿਹੜਾ ਐਕੂਰੇਟ ਡਾਟਾ ਵਾ ਉਹ ਗੈਟ ਕਰਨਾ ਤਾਂ ਬਹੁਤ ਔਖਾ ਵਾ ਜੀ, ਕਹਿੰਦੇ ਅੱਗੇ ਜਾ ਕੇ ਇਹਨਾਂ ਨੇ ਇਦਾਂ ਕਿਹਾ ਸੀਗਾ ਵੀ 1000 ਜਿਹੜੇ ਜੂ ਹੈਗੇ ਆ ਜੀ, ਕਹਿੰਦੇ ਕੋਈ ਬੰਦਾ ਸੋਚਦਾ ਹੋਊਗਾ ਵੀ ਉੱਥੇ ਚਲੋ ਜਾਂਚ ਪੜਤਾਲ ਹੋਈ ਹੋਊਗੀ, ਬਟ ਕਹਿੰਦੇ ਜੀ ਨਹੀਂ, this might be a good starting point। ਸਟਾਰਟਿੰਗ ਪੁਆਇੰਟ ਵਧੀਆ ਜੀ, ਕਹਿੰਦਾ ਜੇ ਆਪਾਂ ਵਰਕਿੰਗ ਕਰਦੇ ਆ ਪ੍ਰਾਈਮਸਿਸ ਦੇ ਉੱਪਰ ਤਾਂ ਉਹਨਾਂ ਕੋਲੇ ਇੱਕ ਚੀਜ਼ ਤਾਂ ਜ਼ਰੂਰੀ ਹੋਣੀ ਚਾਹੀਦੀ ਆ, ਸਟੈਂਡਰਡ ਨੂੰ ਮੀਟ ਕਰਨੇ ਹੋਣੇ ਚਾਹੀਦੇ ਆ। ਸਟੈਂਡਰਡ ਨੂੰ ਮੀਟ ਕਰਦੇ ਹੋ ਯਾਨੀ ਕਿ ਜੋ ਵੀ ਗਵਰਨਮੈਂਟ ਦੀਆਂ ਰੂਲ ਐਂਡ ਰੈਗੂਲੇਸ਼ਨਸ ਹੈਗੀਆਂ ਵਾ, ਯਾਨੀ ਕਿ ਉਹਨਾਂ ਕੋਲੇ ਲਾਇਸੈਂਸ ਵਗੈਰਾ ਤਾਂ ਹੋਣੇ ਚਾਹੀਦੇ ਆ, ਲਾਇਸੈਂਸ ਬੇਸ ਤਾਂ ਹੋਣੇ ਚਾਹੀਦੇ ਜੀ। ਇਹ ਵਾਲਾ ਇਹਨਾਂ ਨੇ ਵੈਸੇ ਭਲਜਾਇਆ ਕਾਫੀ ਜ਼ਿਆਦਾ ਇੱਥੇ। ਦੇਖਦੇ ਜਾ ਕੇ ਕਿਹੜਾ ਕਲੋਜ਼ ਲੱਗਦਾ ਜੀ ਇੱਥੇ ਆਪਾਂ ਨੂੰ। ਇਹਦੇ ਚ ਆਪਾਂ ਨੂੰ ਇਹਨਾਂ ਨੇ ਕਿਹਾ ਸੀਗਾ ਜੀ ਇੱਥੇ ਕਹਿੰਦੇ ਵਰਲਡ ਦੇ ਵਿੱਚ ਉਦਾਂ ਦੇ ਜੂ ਵੀ ਹੈਗੇ ਜਿਹੜੇ ਰਜਿਸਟਰਡ ਹੈ ਨਹੀਂਗੇ ਜੀ। ਮੇਰੇ ਹਿਸਾਬ ਨਾਲ ਹੀ ਉਹਨਾਂ ਨੂੰ ਕਹਿ ਰਿਹਾ ਕਿ 10,000 ਦੇ ਵਿੱਚੋਂ ਜਿਹੜੇ ਸਟੈਂਡਰਡ ਨੂੰ ਮੀਟ ਕਰਦੇ ਸੀ ਉਹ ਕਿੰਨੇ ਸੀਗੇ ਜੀ, ਸਿਰਫ 1000 ਸੀਗੇ, ਤੇ ਬਾਕੀ ਦੇ ਜਿਹੜੇ 9,000 ਹੋ ਗਏ ਉਹ ਤਾਂ ਸਟੈਂਡਰਡ ਨੂੰ ਹੀ ਨਹੀਂ ਮੀਟ ਕਰਦੇ ਸੀਗੇ। ਸਟੈਂਡਰਡ ਨੂੰ ਮੀਟ ਨਾ ਕਰਨ ਦਾ ਮਤਲਬ ਉਹ ਤਾਂ ਰਜਿਸਟਰਡ ਹੀ ਨਹੀਂ ਸੀ ਇਹਦਾ ਮਤਲਬ। ਤੇ ਜਿਹੜਾ ਇਹਨਾਂ ਨੇ ਧਿਆਨ ਨਾਲ ਦੇਖਿਓ ਚੀਜ਼ ਕਹੀ ਆ ਲੈਕ ਆਫ ਮਨੀ ਇਨ ਯਾਨੀ ਕਿ ਡਿਵੈਲਪਿੰਗ ਕੰਟਰੀਜ਼। ਦੇਖੋ ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਲੈਕ ਆਫ ਮਨੀ ਆ, ਇਹ ਜਿਹੜੀ ਲਾਈਨ ਇਹ ਜਿਹੜਾ ਸੈਂਟੈਂਸ ਲਿਖਿਆ ਸੀਗਾ ਉਹ ਜਸਟ ਰੋਬਿਨ ਹਿੱਲ ਵਾਲਾ ਜਿਹੜਾ ਸੀਗੀ ਚੀਜ਼ ਉਹਨੂੰ ਸਟਰੋਂਗ ਕਰਨ ਦੇ ਲਈ ਲਿਖਿਆ ਗਿਆ ਸੀਗਾ। ਜਿਹੜੀ ਉਹ ਲਾਈਨ ਸੀ ਉਹਦਾ ਮਤਲਬ ਸੀ ਜਿਹੜੀ ਦਿਸ ਸਿਚੁਏਸ਼ਨ ਆ, ਯਾਨੀ ਕਿ ਜਿਹੜੀ ਰੋਬਿਨ ਹਿੱਲ ਵਾਲੀ ਸਿਚੁਏਸ਼ਨ ਆ ਉਹ ਦੁਨੀਆ ਦੀਆਂ ਹੋਰ ਵੀ ਕੰਟਰੀਜ਼ ਦੇ ਵਿੱਚ ਹੈਗੀ ਆ, ਤੇ ਬਟ ਇਹ ਸਿਚੁਏਸ਼ਨ ਜਿਹੜੀ ਹੈਗੀ ਆ ਬਾਕੀ ਕੰਟਰੀਆਂ ਦੇ ਕਰਕੇ ਨਹੀਂ ਰਾਈਟਰ ਡਾਊਟ ਵਿੱਚ ਹੈਗਾ। ਰਾਈਟਰ ਡਾਊਟ ਵਿੱਚ ਕਿਹਦੇ ਕਰਕੇ ਆ, ਇੱਕ ਤਾਂ ਜਦੋਂ ਉਹਨਾਂ ਨੇ ਜਾਂਚ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਸਿਰਫ ਯਾਨੀ ਕਿ 1000 ਹੀ ਆ, ਨੰਬਰ ਆਫ ਯੂਜ਼ ਘੱਟ ਆ। ਇੱਕ ਆਪਾਂ ਇੱਥੇ ਦੇਖਿਆ ਸੀਗਾ ਕਿ ਉਹ ਫੇਲਰ ਹੋ ਗਏ ਉੱਥੇ ਜਾਂਚ ਪੜਤਾਲ ਕਰਨ ਦੇ ਵਿੱਚ, ਆਹ ਸਿੱਧਾ ਲਿਖਿਆ ਪਿਆ ਸੀਗਾ। ਤੇ ਆਪਣੇ ਕੋਲ ਤੀਜੇ ਨੰਬਰ ਤੇ ਸੀਗਾ ਰਾਈਟਰ ਲਾਸਟ ਉੱਪਰ ਕਹਿ ਰਿਹਾ ਕਿ ਉਹਨਾਂ ਦਾ ਜਿਹੜਾ ਟਾਰਗੇਟ ਆ ਉਹ ਰੀਅਲਿਸਟਿਕ ਹੀ ਨਹੀਂਗਾ, ਬਲਕਿ ਉਹ 2000 ਸਪੀਸੀਜ਼ ਚੱਕੀ ਫਿਰਦੇ ਮਾਈਂਡ ਦੇ ਵਿੱਚ। ਇੱਥੇ ਤਾਂ ਆਪਣੇ ਕੋਲੇ 16 ਜਾਂ 20 ਤੱਕ ਹੀ ਕਹਿੰਦਾ ਰੀਚ ਵਗੈਰਾ ਹੋ ਸਕਦੀ ਹੈ। ਇਹਨਾਂ ਦੇ ਵਿੱਚ ਵੈਸੇ ਸੀਗਾ ਥੋੜਾ ਜਿਹਾ ਜ਼ਿਆਦਾ, ਬੱਚੇ ਫਾਈਨਲ ਦੇ ਵਿੱਚ ਬੀ ਲਾ ਸਕਦੇ ਸੀ, ਬਟ ਬੀ ਨੂੰ ਜਾਣ ਬੁੱਝ ਕੇ ਕਿਹਾ ਦਿਸ ਸਿਚੁਏਸ਼ਨ ਕਿਹੜੀ, ਜਿਹੜੀ ਉਹ ਰੋਬਿਨ ਹਿੱਲ ਵਾਲੀ ਚੀਜ਼ ਤੁਰੀ ਆਉਂਦੀ ਆ ਉਸੇ ਨੂੰ ਹੀ ਜਸਟ ਉਹਨਾਂ ਨੇ ਰਿਪਰੈਜ਼ੈਂਟ ਕਰਨਾ ਸੀ ਵੀ ਇਹ ਚੀਜ਼ ਦੁਨੀਆ ਦੀਆਂ ਬਾਕੀ ਕੰਟਰੀਆਂ ਦੇ ਵਿੱਚ ਵੀ ਹੋ ਰਹੀ ਹੈ, ਜਸਟ ਉਹਨੂੰ ਸਪੋਰਟ ਕਰਨ ਦੇ ਵਾਸਤੇ ਉਹ ਲਾਈਨ ਲਿਖੀ ਗਈ ਸੀਗੀ। ਹਾਂਜੀ ਕਲੀਅਰ ਹੈ ਜੀ। ਵੈਸੇ ਵੀ 30 ਦੇ ਵਿੱਚੋਂ ਤੁਹਾਡੇ 12 ਵੀ ਉੱਤੇ ਸਹੀ ਹੁੰਦੇ ਆ ਤਾਂ ਬਹੁਤ ਆ ਜੀ। ਸਰ ਵੈਸੇ ਵੀ ਡੀ ਔਰ ਈ ਤਾਂ ਵੈਸੇ ਵੀ ਲੱਗੀ ਆ ਰਹੇ ਸੀਗੇ ਪੜ੍ਹੇ ਤੋਂ ਬਿਨਾਂ ਵੀ। ਡੀ ਤੇ ਹੀ ਬਿਲਕੁਲ, ਇਹ ਤਾਂ ਆਪਾਂ ਨੂੰ ਵੈਸੇ ਲੱਗੀ ਜਾ ਰਹੇ ਸੀ। ਹਾਂਜੀ। ਆਹ ਦੋ ਹਮੇ ਲੱਗੀ। ਹੋਰ ਕਿਸੇ ਨੂੰ ਕੋਈ ਹਾਂਜੀ ਡਾਊਟ ਤਾਂ ਨਹੀਂ ਜੀ ਇਹਦੇ ਬਾਰੇ, ਰੀਡਿੰਗ ਦੇ ਬਾਰੇ? ਬਾਕੀ ਸਾਰਿਆਂ ਨੂੰ ਕਲੀਅਰ ਹੈ ਜੀ? ਹਾਂਜੀ ਠੀਕ ਹੈ ਜੀ, ਓਕੇ ਜੀ। ਬਸ ਹੁਣ 5 ਮਿੰਟ ਦੀ ਬ੍ਰੇਕ ਲਓ ਫਿਰ ਆਪਾਂ ਹੁੰਨੇ ਕਲਾਸ ਤੇ। Excuse me,